This program is sponsored by Primelink Express, a Gurmeet Madi, Union Truck Stop, Bakersfield, Sukhi Kuman. ਨਮਸਕਾਰ, ਅਸਲਾਮੁਅਲੈਕਮ, ਸਤਿ ਸ੍ਰੀ ਅਕਾਲ। ਮੈਂ ਹਾਂ ਕਮਰ ਸੰਧੂ। ਇਸ ਵੇਲੇ ਨਾਰਥ ਅਮਰੀਕਾ ਦੇ ਵਿੱਚ ਸ਼ੁੱਕਰਵਾਰ ਦੀ ਸ਼ਾਮ, ਭਾਰਤ ਦੇ ਵਿੱਚ ਸ਼ਨੀਵਾਰ ਦੀ ਸਵੇਰ ਤੇ ਆਸਟ੍ਰੇਲੀਆ 'ਚ ਦੁਪਹਿਰ ਹੋਣ ਜਾ ਰਹੀ ਆ। ਨਾਨਕਸ਼ਾਹੀ ਸੰਮਤ 552 ਜੇਠ ਦੀ ਅੱਜ 24 ਤਰੀਕ ਹੈ। ਤੁਹਾਡਾ ਇਸ ਲਾਈਵ ਸ਼ੋਅ ਦੇ ਵਿੱਚ ਸਵਾਗਤ ਹੈ। ਇਹ ਲਾਈਵ ਸ਼ੋਅ ਅਸੀਂ ਹਫ਼ਤੇ 'ਚ 3 ਦਿਨ ਤੁਹਾਡੀ ਸੇਵਾ 'ਚ ਪੇਸ਼ ਕਰਦੇ ਹਾਂ। ਇਸ ਨੂੰ ਤੁਸੀਂ ਬਾਜ਼ ਟੀਵੀ ਅਤੇ ਗਰਬ ਪੰਜਾਬ ਦੇ ਉੱਤੇ ਦੇਖ ਸਕਦੇ ਜੇ। ਬਾਜ਼ ਟੀਵੀ IPTV ਦੇ ਉੱਤੇ ਉਪਲਬਧ ਹੈ ਔਰ ਗਰਬ ਪੰਜਾਬ USA ਦੇ ਵਿੱਚ ਸਲਿੰਗ ਦੇ ਉੱਪਰ ਨਸ਼ਰ ਹੁੰਦਾ ਵਾ। ਇਸ ਵੇਲੇ ਅਸੀਂ ਬਾਜ਼ ਟੀਵੀ ਦੇ ਫੇਸਬੁੱਕ ਪੇਜ ਦੇ ਉੱਪਰ ਵੀ ਲਾਈਵ ਹਾਂ। ਤੁਸੀਂ ਉੱਥੇ ਜਾ ਕੇ ਆਪਣੇ ਕਮੈਂਟਸ ਪੋਸਟ ਕਰ ਸਕਦੇ ਹੋ। ਮੈਂ ਕਾਫੀ ਕਮੈਂਟਸ ਜਿਹੜੇ ਆ ਸ਼ੋਅ ਦੇ ਵਿੱਚ ਸਾਂਝੇ ਵੀ ਕਰਦਾ ਵਾਂ। ਸ਼ੋਅ ਦੇ 2 ਸਪਾਂਸਰਸ ਨੇ, ਪ੍ਰਾਈਮ ਲਿੰਕ ਐਕਸਪ੍ਰੈਸ ਔਰ ਗੁਰਮੀਤ ਮੱਲੀ ਔਰ ਯੂਨੀਅਨ ਵਿਲੇਜ ਟਰੱਕ ਸਟਾਪ, ਬੇਕਰਸਫੀਲਡ, ਸੁਖੀ ਘੁੰਮਣ। ਕਿਉਂਕਿ ਅੱਜ ਕੱਲ੍ਹ ਆਪਰੇਸ਼ਨ ਬਲੂ ਸਟਾਰ, ਸਾਖਾ ਨੀਲਾ ਤਾਰਾ ਦੀ ਵਰ੍ਹੇਗੰਢ ਦਾ ਹਫ਼ਤਾ ਚੱਲ ਰਿਹਾ ਵਾ। ਅੱਜ ਵੀ ਆਪਾਂ ਆਪਰੇਸ਼ਨ ਬਲੂ ਸਟਾਰ ਦੀ ਹੀ ਗੱਲ ਕਰਾਂਗੇ। ਇੱਕ ਵੱਖਰੇ ਪਹਿਲੂ ਦੀ ਗੱਲ ਅੱਜ ਆਪਾਂ ਕਰਨ ਜਾ ਰਹੇ ਹਾਂ। ਆਪਰੇਸ਼ਨ ਬਲੂ ਸਟਾਰ ਨੂੰ, ਜਾਂ ਜਿਹਨੂੰ ਆਪਾਂ ਸਾਖਾ ਨੀਲਾ ਤਾਰਾ ਵੀ ਕਹਿੰਦੇ ਹਾਂ, ਇਹਦੀ ਤੁਲਨਾ ਬਹੁਤ ਲੋਕ, ਬਹੁਤ ਇਤਿਹਾਸਿਕਕਾਰ ਇਹਦੀ ਤੁਲਨਾ ਪਹਿਲਾ ਤੇ ਦੂਜਾ ਜਿਹੜਾ ਵੱਡੇ ਘੱਲੂਘਾਰੇ ਸੀ ਉਹਨਾਂ ਨਾਲ ਕਰਦੇ ਆ। ਤੁਹਾਨੂੰ ਪਤਾ ਹੀ ਆ ਕਿ ਪਹਿਲਾ ਘੱਲੂਘਾਰਾ ਜਿਹੜਾ 1746 1747 ਦੇ ਵਿੱਚ ਹੋਇਆ ਸੀ। ਉਸ ਵੇਲੇ ਲਾਹੌਰ ਦੇ ਗਵਰਨਰ ਯਹੀਆ ਖਾਨ ਔਰ ਲਖਪਤ ਰਾਏ ਜਿਹੜੇ ਉਹਨਾਂ ਦੇ ਮੰਤਰੀ ਸਨ, ਉਹਨਾਂ ਨੇ ਬਹੁਤ ਕਹਿ ਢਾਇਆ ਸੀ। ਦੂਸਰਾ ਘੱਲੂਘਾਰਾ 1762 ਦੇ ਵਿੱਚ ਅਹਿਮਦ ਸ਼ਾਹ ਦੁਰਾਨੀ ਹਮਲਾਵਰ ਜਿਹੜੇ ਸਨ ਉਹਨਾਂ ਦੇ ਵੇਲੇ ਹੋਇਆ ਸੀ। ਬਹੁਤ ਸਾਰੇ ਇਤਿਹਾਸਿਕਕਾਰ ਜਿਹੜੇ ਆ ਉਹ ਇਸ ਆਪਰੇਸ਼ਨ ਬਲੂ ਸਟਾਰ, ਸਾਕਾ ਨੀਲਾ ਤਾਰਾ ਦੀ ਤੁਲਨਾ ਜਿਹੜੀ ਆ ਉਹ ਜਲਿਆਂਵਾਲਾ ਬਾਗ ਜਿਹੜਾ ਵਿਸਾਖੀ ਦੇ ਦਿਨ 1919 ਦੇ ਵਿੱਚ ਵਾਪਰਿਆ ਸੀ ਉਹਦੇ ਨਾਲ ਕਰਦੇ ਆ। ਜਲਿਆਂਵਾਲਾ ਬਾਗ 1919 'ਚ, ਆਪਰੇਸ਼ਨ ਬਲੂ ਸਟਾਰ 1984 'ਚ। 65 ਸਾਲ ਦਾ ਵਕਫਾ ਇਹਨਾਂ ਦੋਵਾਂ ਦੇ ਵਿੱਚ, ਪਰ ਇਹਨਾਂ ਦੋਵਾਂ ਦੇ ਵਿੱਚ ਕੀ ਸਮਾਨਤਾ ਵਾ, ਇਹਦੇ ਤੇ ਆਪਾਂ ਅੱਜ ਗੱਲ ਕਰਨੀ ਆ। ਕੀ ਆਜ਼ਾਦ ਭਾਰਤ ਨੇ, ਇੰਡੀਪੈਂਡੈਂਟ ਇੰਡੀਆ ਨੇ ਆਜ਼ਾਦੀ ਤੋਂ ਬਾਅਦ 1919 ਜੋ ਵਾਕਿਆ ਅੰਗਰੇਜ਼ਾਂ ਵੇਲੇ ਹੋਇਆ ਸੀ, ਉਸ ਵਾਕਿਆ ਤੋਂ ਕੀ ਕੋਈ ਸਹੀ ਸਬਕ ਸਿੱਖਿਆ? ਇਹਦੇ ਤੇ ਆਪਾਂ ਅੱਜ ਗੱਲ ਕਰਨ ਜਾ ਰਹੇ ਹਾਂ। ਬਹੁਤ ਅਹਿਮ ਗੰਭੀਰ ਮਸਲਾ ਵਾ ਔਰ ਮੈਂ ਚਾਹੂੰਗਾ ਕਿ ਤੁਸੀਂ ਆਪਣੇ ਵਿਚਾਰ ਜਿਹੜੇ ਆ ਕਾਲ ਕਰਕੇ ਦੱਸੋ। ਸਾਡੇ 2 ਨੰਬਰਸ ਨੇ, ਲਗਾਤਾਰ ਤੁਹਾਡੀ ਸਕਰੀਨ ਦੇ ਉੱਤੇ ਦੋਵੇਂ ਨੰਬਰਸ ਆ ਰਹੇ ਆ। ਇਹਨਾਂ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਜੇ। 9165431320, 7187753585। ਇਹ 2 ਨੰਬਰਸ ਆ ਜਿਨ੍ਹਾਂ ਤੇ ਤੁਸੀਂ ਕਾਲ ਕਰਕੇ ਆਪਣੇ ਵਿਊਜ਼ ਜਿਹੜੇ ਆ ਉਹ ਦੇ ਸਕਦੇ ਜੇ। ਫੇਸਬੁੱਕ ਪੇਜ ਦੇ ਉੱਪਰ ਵੀ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਜੇ। ਫੇਸਬੁੱਕ ਪੇਜ ਦੇ ਉੱਪਰ ਮੈਂ ਜਿਵੇਂ ਦੱਸਿਆ ਵੀ ਇਸ ਵੇਲੇ ਅਸੀਂ ਬਾਜ਼ ਟੀਵੀ ਦੇ ਫੇਸਬੁੱਕ ਪੇਜ ਦੇ ਉੱਪਰ ਇਸ ਵੇਲੇ ਲਾਈਵ ਹਾਂ ਔਰ ਤੁਸੀਂ ਉੱਥੇ ਜਾ ਕੇ ਆਪਣੇ ਕਮੈਂਟਸ ਪੋਸਟ ਕਰ ਸਕਦੇ ਜੇ। ਜਲਿਆਂਵਾਲਾ ਬਾਗ ਔਰ ਆਪਰੇਸ਼ਨ ਬਲੂ ਸਟਾਰ, ਇਹਨਾਂ ਦੋਵਾਂ ਦੇ ਵਿੱਚ, ਦੋਵੇਂ ਆਪਰੇਸ਼ਨ ਦੇ ਵਿੱਚ ਕੀ ਸਮਾਨਤਾ ਵਾ? ਕੀ ਭਾਰਤ ਸਰਕਾਰ ਨੇ, ਆਜ਼ਾਦ ਭਾਰਤ ਨੇ 1919 ਜਲਿਆਂਵਾਲਾ ਬਾਗ ਤੋਂ ਕੋਈ ਸਬਕ ਸਿੱਖਿਆ? ਬਹੁਤ ਗੰਭੀਰ ਮਸਲਾ ਵਾ, ਇਹਦੇ ਤੇ ਅਸੀਂ ਅੱਜ ਗੱਲ ਕਰਨ ਜਾ ਰਹੇ ਹਾਂ। ਜਿਹੜੀਆਂ ਫੋਟੋਗ੍ਰਾਫਸ ਤੁਸੀਂ ਸਾਹਮਣੇ ਦੇਖ ਰਹੇ ਜੇ, ਇਹ ਤਸਵੀਰਾਂ ਕੁਝ ਜਲਿਆਂਵਾਲਾ ਬਾਗ ਦੀ ਉਦੋਂ ਦੀ ਘਟਨਾ ਦੀਆਂ ਵਾ ਔਰ ਕੁਝ ਜਿਹੜੀਆਂ ਤਸਵੀਰਾਂ ਵਾ ਉਹ 1984 ਦੀਆਂ ਘਟਨਾਵਾਂ ਦੀਆਂ ਹਨ। ਬਹੁਤ, ਮੈਂ ਦੱਸਿਆ ਵੀ ਬਹੁਤ ਅਹਿਮ ਮਸਲਾ ਵਾ ਜਿਹਦੇ ਤੇ ਆਪਾਂ ਅੱਜ ਗੱਲ ਕਰਨ ਜਾ ਰਹੇ ਹਾਂ। ਫੇਸਬੁੱਕ ਪੇਜ ਦੇ ਉੱਪਰ ਵੀ ਤੁਸੀਂ ਆਪਣੇ ਕਮੈਂਟਸ ਦੇ ਸਕਦੇ ਜੇ। ਫੇਸਬੁੱਕ ਕਿਉਂਕਿ ਅੱਜ ਅਪਗ੍ਰੇਡ ਹੋਇਆ ਵਾ, ਥੋੜ੍ਹੀ ਜਿਹੀ ਮੈਨੂੰ ਦਿੱਕਤ ਆ ਰਹੀ ਹੈ ਫੇਸਬੁੱਕ ਐਕਸੈਸ ਕਰਨ ਦੀ, ਲੇਕਿਨ ਤੁਸੀਂ ਕਾਲ ਕਰਕੇ ਆਪਣੇ ਵਿਊਜ਼ ਜ਼ਰੂਰ ਦੇ ਸਕਦੇ ਜੇ। ਮੈਂ ਹੁਣੇ ਤੁਹਾਡੇ ਨਾਲ ਫੇਸਬੁੱਕ ਦੇ ਉੱਪਰ ਵੀ ਜਲਦੀ ਸੰਪਰਕ ਕਰ ਸਕੂੰਗਾ। ਜੇ ਦੋਵਾਂ ਆਪਰੇਸ਼ਨਾਂ ਦੀਆਂ ਆਪਾਂ ਸਮਾਨਤਾ ਦੀ ਗੱਲ ਕਰੀਏ, ਆਪਰੇਸ਼ਨ ਬਲੂ ਸਟਾਰ ਜਿਹੜਾ ਵਾ ਇਹ ਵਾਪਰਿਆ ਸੀ 1984 'ਚ। ਦੋਵਾਂ ਨੂੰ, ਜਲਿਆਂਵਾਲਾ ਬਾਗ ਔਰ ਆਪਰੇਸ਼ਨ ਬਲੂ ਸਟਾਰ ਨੂੰ ਲਿਆਂਦਾ ਗਿਆ ਸੀ। ਇਹਨਾਂ ਦੀ ਇੱਕ ਕਾਰਵਾਈ ਕੀਤੀ ਗਈ ਸੀ ਉਸ ਵੇਲੇ ਦੀ ਅਮਨ ਕਾਨੂੰਨ ਵਿਵਸਥਾ ਨੂੰ ਕਾਬੂ ਪਾਉਣ ਵਾਸਤੇ। ਇਹ ਮੰਨਿਆ ਜਾਂਦਾ ਸੀ 1919 ਦੇ ਵਿੱਚ ਵੀ ਪੰਜਾਬ ਦੇ ਵਿੱਚ ਸ਼ਾਇਦ 1887 ਵਾਂਗੂ, 1857 ਵਾਂਗੂ ਸ਼ਾਇਦ ਇੱਥੇ ਬਗਾਵਤ ਹੋਣ ਜਾ ਰਹੀ, ਮਿਊਟਨੀ ਹੋਣ ਜਾ ਰਹੀ ਹੈ। ਇਸੇ ਤਰ੍ਹਾਂ ਹੀ 1984 'ਚ ਮੰਨਿਆ ਜਾਂਦਾ ਸੀ ਵੀ ਸ਼ਾਇਦ ਇੱਥੇ ਵੱਖਵਾਦੀ ਜਿਹੜੇ ਆ ਉਹ ਇੱਕ ਵੱਖਵਾਦ ਦਾ ਪ੍ਰਚਾਰ ਹੋਰ ਤੇਜ਼ ਕਰਨ ਜਾ ਰਹੇ ਆ। ਇਸ ਕਰਕੇ ਅਮਨ ਕਾਨੂੰਨ ਦੀ ਵਿਵਸਥਾ ਨੂੰ ਕੰਟਰੋਲ ਕਰਨ ਵਾਸਤੇ 1919 ਜਲਿਆਂਵਾਲਾ ਬਾਗ ਵੀ ਕੀਤਾ ਗਿਆ ਤੇ ਆਪਰੇਸ਼ਨ ਬਲੂ ਸਟਾਰ ਵੀ। ਲੇਕਿਨ ਅਮਨ ਕਾਨੂੰਨ ਦੀ ਵਿਵਸਥਾ ਕੰਟਰੋਲ ਕਰਨ ਦੀ ਬਜਾਏ ਉਲਟਾ ਹੋ ਗਿਆ।
ਸਿਚੁਏਸ਼ਨ ਹੋਰ ਵਿਗੜ ਗਈ। ਜਿਵੇਂ ਤੁਹਾਨੂੰ ਪਤਾ ਹੀ ਆ, ਸਿਚੁਏਸ਼ਨ ਬਹੁਤ ਜ਼ਿਆਦਾ ਵਿਗੜ ਗਈ ਸੀ ਔਰ ਸਿਚੁਏਸ਼ਨ ਲਗਾਤਾਰ ਫਿਰ ਵਿਗੜਦੀ ਰਹੀ। ਦੋਵੇਂ ਤੁਹਾਨੂੰ ਪਤਾ ਹੀ ਆ ਕਿ ਜਿਸ ਵੇਲੇ 1919 ਦਾ ਵਾਕਿਆ ਹੋਇਆ ਸੀ, ਉਦੋਂ ਰੌਲਟ ਐਕਟ ਲੱਗੀ ਹੋਈ ਸੀ। ਰੌਲਟ ਐਕਟ ਇੱਕ ਤਰੀਕੇ ਨਾਲ ਐਮਰਜੈਂਸੀ ਮੇਜਰ ਸੀ। ਤੁਸੀਂ ਕਿਸੇ ਨੂੰ ਵੀ ਅੰਦਰ ਬੰਦ ਕਰ ਸਕਦੇ ਜੇ ਬਿਨਾਂ ਉਹਦੀ ਟ੍ਰਾਇਲ ਦੇ। ਔਰ ਪੰਜਾਬ ਦੇ ਵਿੱਚ ਵੀ ਉਸ ਤੋਂ ਬਾਅਦ ਕਾਫੀ ਆਪਰੇਸ਼ਨ ਹੋਇਆ, ਕਾਫੀ ਜ਼ਿਆਦਤੀਆਂ ਜਿਹੜੀਆਂ ਵਾ ਉਹ ਪੰਜਾਬ ਦੇ ਵਿੱਚ ਹੋਈਆਂ। ਦੋਵਾਂ ਨੂੰ ਬੜੇ ਪਵਿੱਤਰ ਦਿਹਾੜੇ ਅੰਜਾਮ ਦਿੱਤਾ ਗਿਆ। 1919 ਜਲਿਆਂਵਾਲਾ ਬਾਗ ਦੀ ਜਿਹੜੀ ਘਟਨਾ ਵਾ ਉਹ ਵਿਸਾਖੀ ਵਾਲੇ ਦਿਨ 13 ਅਪ੍ਰੈਲ ਨੂੰ ਵਾਪਰੀ ਸੀ ਔਰ ਵਿਸਾਖੀ ਵਾਲੇ ਦਿਨ ਬੜਾ ਪਵਿੱਤਰ ਦਿਨ ਹੁੰਦਾ। ਖਾਲਸਾ 1699 ਦੇ ਵਿੱਚ ਖਾਲਸਾ ਦੀ ਸਿਰਜਣਾ ਹੋਈ ਸੀ, ਸਾਜਣਾ ਹੋਈ ਸੀ ਔਰ ਬਹੁਤ ਲੋਕ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਣ ਜਾਂਦੇ ਸੀ ਔਰ ਜਲਿਆਂਵਾਲਾ ਬਾਗ ਬਿਲਕੁਲ ਦਰਬਾਰ ਸਾਹਿਬ ਦੇ ਬਾਹਰ ਹੈਗਾ। 1984 ਦੇ ਵਿੱਚ 3 ਜੂਨ ਨੂੰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸੀ ਔਰ ਕਿਉਂਕਿ ਗੁਰੂ ਅਰਜਨ ਦੇਵ ਜੀ ਨੇ ਦਰਬਾਰ ਸਾਹਿਬ ਦੀ ਸਥਾਪਨਾ ਕੀਤੀ, ਉਹਦੀ ਸਥਾਪਨਾ ਪੂਰੀ ਕਰਵਾਈ, ਇਸ ਕਰਕੇ ਬਹੁਤ ਲੋਕਾਂ ਦੀ ਮਾਨਤਾ ਵਾ ਗੁਰੂ ਦਰਬਾਰ ਸਾਹਿਬ ਦੇ ਨਾਲ ਔਰ ਬਹੁਤ ਲੋਕੀ ਉੱਥੇ ਉਸ ਦਿਨ ਨੂੰ ਖਾਸ ਕਰਕੇ ਮੱਥਾ ਟੇਕਣ ਵਾਸਤੇ ਜਾਂਦੇ ਆ। ਸੋ ਬਹੁਤ ਸਾਰੇ ਸ਼ਰਧਾਲੂ ਆਪਰੇਸ਼ਨ ਬਲੂ ਸਟਾਰ ਵੇਲੇ ਅੰਦਰ ਸਨ ਜਿਸ ਵੇਲੇ ਫੌਜ ਨੇ ਕਾਰਵਾਈ ਜਿਹੜੀ ਆ ਉਹ ਸ਼ੁਰੂ ਕੀਤੀ। ਸੋ ਦੋਵੇਂ ਹੀ ਬੜੇ ਪਵਿੱਤਰ ਦਿਹਾੜੇ, ਵਿਸਾਖੀ ਵਾਲੇ ਦਿਨ ਔਰ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਵਾਲੇ ਦਿਨ ਇਹਨਾਂ ਨੂੰ ਅੰਜਾਮ ਦਿੱਤਾ ਗਿਆ। ਸੋ ਇਹ ਤੇ ਇੱਕ ਸਮਾਨਤਾ ਵਾ। ਹੋਰ ਵੀ ਬਹੁਤ ਸਾਰੀਆਂ ਸਮਾਨਤਾ ਵਾ। ਇਨਫੈਕਟ ਮੈਂ ਇਹ ਤੁਹਾਡੇ ਨਾਲ ਸਾਂਝੀਆਂ ਕਰਦਾ ਰਹੂੰਗਾ ਕਿ ਮੇਰੇ ਹਿਸਾਬ ਨਾਲ ਕੀ ਸਮਾਨਤਾਵਾਂ ਨੇ। ਲੇਕਿਨ ਜੇ ਤੁਸੀਂ ਕੋਈ ਕਮੈਂਟ ਕਰਨਾ ਚਾਹੋ ਮੇਰੇ ਨਾਲ, ਹੁਣੇ ਸਨੀ ਚਾਹਲ ਹੁਣੀ ਜੁੜ ਗਏ ਨੇ, ਉਹ ਸਿਰਫ ਹਾਲੀ ਸਤਿ ਸ਼੍ਰੀ ਅਕਾਲ ਕਹਿ ਰਹੇ ਆ। ਜਿਉਂ-ਜਿਉਂ ਉਹ ਕਮੈਂਟ ਦੇਣਗੇ ਮੈਂ ਹੋਰ ਜਾਂ ਕਮੈਂਟ ਆਉਣਗੇ ਮੈਂ ਉਹ ਕਮੈਂਟ ਜਿਹੜੇ ਆ ਤੁਹਾਡੇ ਨਾਲ ਸਾਂਝੇ ਕਰਦੇ ਰਹੂੰ। ਮੈਂ ਫਿਰ ਦੱਸਦਾ ਕਿ ਅੱਜ ਥੋੜ੍ਹੀ ਜਿਹੀ ਫੇਸਬੁੱਕ ਨੇ ਅੱਜ ਕੋਈ ਅਪਗ੍ਰੇਡ ਕੀਤਾ ਵਾ ਔਰ ਇਸ ਕਰਕੇ ਅੱਜ ਥੋੜ੍ਹੀ ਜਿਹੀ ਫੇਸਬੁੱਕ ਦੇ ਉੱਤੇ ਮੈਨੂੰ ਦਿੱਕਤ ਆ ਰਹੀ ਹੈ, ਸ਼ਾਇਦ ਤੁਹਾਨੂੰ ਵੀ ਦਿੱਕਤ ਆ ਰਹੀ ਹੋਵੇਗੀ। ਦੂਸਰੀ ਸਮਾਨਤਾ, ਜਿਹੜੇ ਕੁਝ ਲੋਕ ਇਹ ਕਹਿੰਦੇ ਸੀ ਕਿ ਇਸ ਤਰ੍ਹਾਂ ਦੀ ਕਾਰਵਾਈ ਨਾ ਕਰੋ, ਉਹਨਾਂ ਦੀ ਕਿਸੇ ਨੇ ਨਹੀਂ ਸੁਣੀ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵਾਂ ਕਿਉਂਕਿ ਮੈਂ ਇਤਿਹਾਸ ਦਾ ਸਟੂਡੈਂਟ ਹਾਂ। ਜਲਿਆਂਵਾਲਾ ਬਾਗ ਜਦੋਂ 1919 ਦੇ ਵਿੱਚ ਵਾਪਰਿਆ ਸੀ, ਉਸ ਵੇਲੇ ਅੰਮ੍ਰਿਤਸਰ ਦੇ DC ਮਾਈਲਸ ਇਰਵਿੰਗ ਲਗਾਤਾਰ ਇਹ ਕਹਿ ਰਹੇ ਸੀ ਕਿ ਜ਼ਿਆਦਾ ਸਖਤੀ ਨਾ ਕਰੋ, ਨੁਕਸਾਨ ਹੋ ਜੂ, ਲੇਕਿਨ ਉਹਨਾਂ ਦੀ ਕਿਸੇ ਨੇ ਨਹੀਂ ਸੁਣੀ। ਇਸੇ ਤਰ੍ਹਾਂ ਹੀ 1984 ਦੇ ਵਿੱਚ DIG ਦੇ BSF ਦੇ DIG ਜਿਹੜੇ ਉੱਥੇ ਤਾਇਨਾਤ ਸਨ, ਗੁਰਦਿਆਲ ਸਿੰਘ ਪੰਦੇਰ, ਉਹ ਵੀ ਕਹਿੰਦੇ ਰਹੇ ਕਿ ਇਹ ਜੋ ਕਾਰਵਾਈ ਕਰਨ ਜਾ ਰਹੇ ਜੇ ਇਹਦਾ ਨੁਕਸਾਨ ਹੋਊਗਾ, ਤੁਹਾਨੂੰ ਬਹੁਤ ਨੁਕਸਾਨ ਝੇਲਣਾ ਪਊਗਾ, ਨਾ ਕਰੋ, ਲੇਕਿਨ ਉਹਨਾਂ ਦੀ ਵੀ ਕਿਸੇ ਨੇ ਨਹੀਂ ਸੁਣੀ। ਦੋਵਾਂ ਕਾਰਵਾਈਆਂ ਦਾ, ਜਲਿਆਂਵਾਲਾ ਬਾਗ ਔਰ ਆਪਰੇਸ਼ਨ ਬਲੂ ਸਟਾਰ, ਦੋਵਾਂ ਕਾਰਵਾਈਆਂ ਦਾ ਬਾਅਦ ਦੇ ਵਿੱਚ ਬਦਲਾ ਲਿਆ ਗਿਆ। ਤੁਹਾਨੂੰ ਪਤਾ ਹੀ ਆ ਕਿ ਜਲਿਆਂਵਾਲਾ ਬਾਗ ਦੀ ਕਾਰਵਾਈ ਦਾ ਅੰਜਾਮ ਜਿਹੜਾ ਵਾ ਉਹ ਦਿੱਤਾ ਸੀ ਬ੍ਰਿਗੇਡੀਅਰ ਜਨਰਲ ਡਾਇਰ ਨੇ, ਲੇਕਿਨ ਉਸ ਵੇਲੇ ਦੇ ਗਵਰਨਰ ਜਨਰਲ ਸਨ ਮਾਈਕਲ ਓਡਾਇਰ। ਸੋ ਸ਼ਹੀਦ ਊਧਮ ਸਿੰਘ ਨੇ 1940 ਦੇ ਵਿੱਚ ਲੰਡਨ 'ਚ ਜਾ ਕੇ ਸਰ ਮਾਈਕਲ ਓਡਾਇਰ ਦੀ ਹੱਤਿਆ ਕੀਤੀ ਔਰ ਇਸੇ ਤਰ੍ਹਾਂ ਹੀ 1984 ਤੋਂ ਬਾਅਦ ਕੁਝ ਮਹੀਨਿਆਂ ਬਾਅਦ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਉਹਨਾਂ ਦੇ ਬਾਡੀਗਾਰਡਸ ਨੇ ਹੱਤਿਆ ਕਰਤੀ। 2 ਸਾਲ ਬਾਅਦ ਫੌਜ ਦੇ ਮੁਖੀ ਜਿਹੜੇ ਉਦੋਂ ਤੱਕ ਰਿਟਾਇਰ ਹੋ ਚੁੱਕੇ ਸੀ, ਪਰ ਜਿਹੜੇ ਫੌਜ ਦੇ ਮੁਖੀ 1984 ਦੇ ਵਿੱਚ ਸਨ, ਜਨਰਲ ਵੈਦਿਆ, ਉਹਨਾਂ ਕੁਝ ਸਿੱਖ ਨੌਜਵਾਨਾਂ ਨੇ ਹੱਤਿਆ ਕਰ ਦਿੱਤੀ। ਸੋ ਦੋਵਾਂ ਦਾ ਬਦਲਾ ਲਿਆ ਗਿਆ ਔਰ ਦੋਵਾਂ ਕੇਸਿਸ ਦੇ ਵਿੱਚ ਆਮ ਸਮਾਜ ਜਿਹੜਾ ਵਾ ਉਹ ਵੰਡਿਆ ਗਿਆ। ਆਮ ਸਮਾਜ ਜਿਹੜਾ ਵਾ ਉਹ ਦੋਵਾਂ ਕੇਸਿਸ ਦੇ ਵਿੱਚ ਵੰਡਿਆ ਗਿਆ ਸੀ ਔਰ ਬਹੁਤ ਲੋਕੀ ਇਹਨਾਂ ਆਪਰੇਸ਼ਨਸ ਦੀ ਹੱਕ ਦੇ ਵਿੱਚ ਸਨ, ਬਹੁਤ ਲੋਕੀ ਇਹਨਾਂ ਦੇ ਖਿਲਾਫ ਲਗਾਤਾਰ ਬੋਲ ਰਹੇ ਸਨ। ਸੋ ਆਪਰੇਸ਼ਨ ਨੇ ਲੋਕਾਂ ਨੂੰ ਵੰਡ ਦਿੱਤਾ। ਮੈਂ ਦੱਸਣਾ ਚਾਹੁੰਦਾ ਵਾਂ ਕਿ ਜਲਿਆਂਵਾਲਾ ਬਾਗ ਵੇਲੇ ਵੀ ਬਹੁਤ ਲੋਕੀ ਬ੍ਰਿਗੇਡੀਅਰ ਜਨਰਲ ਡਾਇਰ ਦੇ ਹੱਕ ਵਿੱਚ ਸਨ ਔਰ ਉਹਨਾਂ ਵਾਸਤੇ ਪੈਸੇ ਵੀ ਇਕੱਠੇ ਕੀਤੇ ਗਏ ਇੰਗਲੈਂਡ ਦੇ ਵਿੱਚ। ਇਸੇ ਤਰ੍ਹਾਂ ਭਾਰਤ ਦੇ ਵਿੱਚ ਵੀ ਲੋਕੀ ਵੰਡੇ ਗਏ ਔਰ ਇਹ ਅੱਜ ਵੀ ਬਹੁਤ ਸਾਰੇ ਲੋਕੀ ਜਨਰਲ ਕੁਲਦੀਪ ਸਿੰਘ ਬਰਾੜ ਜਿਨ੍ਹਾਂ ਨੇ ਆਪਰੇਸ਼ਨ ਨੂੰ ਅੰਜਾਮ ਦਿੱਤਾ, ਕੁਝ ਲੋਕੀ ਉਹਨਾਂ ਨੂੰ ਹੀਰੋ ਮੰਨਦੇ ਆ, ਬਹੁਤ ਲੋਕੀ ਉਹਨਾਂ ਨੂੰ ਬੁੱਚਰ ਮੰਨਦੇ ਆ ਕਿ ਉਹਨਾਂ ਨੇ ਇਹ ਨੁਕਸਾਨ ਕੀਤਾ, ਉਹਨਾਂ ਨੂੰ ਵਿਲਨ ਮੰਨਦੇ ਆ। ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਸਮਾਨਤਾਵਾਂ ਵਾ। ਹਾਲਾਂਕਿ ਇਹਨਾਂ ਦੋਵਾਂ ਆਪਰੇਸ਼ਨ ਦੇ ਵਿੱਚ ਆਲਮੋਸਟ 65 ਸਾਲ ਦਾ ਵਕਫਾ ਵਾ।
एक कॉलर साडे नाल जुड़ गए ने, देखने की कहते हैं। हेलो हेलो, हाँ जी भाई साहब, कौन बोल रहे? मैं ओंकार सिद्धू बोल रहा जी। दोबारा नाम दस्यो। ओंकार सिद्धू बोल रहा जी हाँ जी, अमेरिका ਤੋਂ। हाँ जी, हाँ जी ओंकार जी, स्वागत है शो ਦੇ ਵਿੱਚ। ਦੱਸੋ ਕੀ ਕਹਿਣਾ ਚਾਹੋਗੇ? ਆਪਾਂ ਗੱਲ ਕਰ ਰਹੇ ਹਾਂ ਦੋ ਬਹੁਤ ਅਹਿਮ ਬਹੁਤ ਦਰਦਨਾਕ ਘਟਨਾਵਾਂ ਦੀ। ਜੀ ਹਾਂਜੀ 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 ਜੀ ਸਮਾਨਤਾਵਾਂ ਦਾ ਜੀ ਬਹੁਤ ਹੈ, ਪਰ ਜਿਹੜੀ ਮੈਨੂੰ ਅਸਮਾਨਤਾ ਲੱਗਦੀ ਨੇ ਬਹੁਤ ਵੱਡੀ, ਹਾਂ ਉਹ ਜਿਹੜਾ 1919 ਦਾ ਵਾਕਿਆ ਸੀ ਉਹ ਸਿਆ ਕੀਤਾ ਗੈਰਾਂ ਨੇ, ਗੋਰਿਆਂ ਨੇ, ਬਾਬਾ ਜੀ ਗੈਰਾਂ ਨੇ। ਸਹੀ ਗੱਲ ਹੈ, ਤੇ ਜਿਹੜਾ 1984 ਹੋਇਆ ਇਹ ਆਪਣਿਆਂ ਨੇ ਕੀਤਾ ਜੀ। ਸਹੀ ਗੱਲ ਹੈ, ਇਹਦੇ ਵਿੱਚ ਕਰਾਉਣ ਵਾਲੇ ਵੀ ਆਪਣੇ ਸੀ ਤੇ ਕਰਨ ਵਾਲੇ ਵੀ ਆਪਣੇ ਸੀ। ਬਿਲਕੁਲ ਸਹੀ ਗੱਲ ਹੈ। ਬਾਕੀ ਸਮਾਨਤਾਵਾਂ ਦਾ ਤੁਸੀਂ ਹੁਣ ਦੱਸੀ ਜਾਂਦੇ ਬਹੁਤ ਆ। ਬਾਕੀ ਮੈਂ ਬਾਹਲੇ ਲੰਮਾ ਟਾਈਮ ਨਹੀਂ ਜਿਹੜਾ, ਮੈਂ ਸਿਰਫ ਤੁਹਾਨੂੰ ਮਾੜਾ ਜਿਹਾ ਹਾਜ਼ਰ ਦਵਾਉਣ ਦਾ ਕਰਕੇ ਫੋਨ ਕੀਤਾ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਮਿਹਰਬਾਨੀ ਓਂਕਾਰ ਸਿੱਧੂ ਜੀ। ਮੀਨਵੈਲ ਰਿਤੇਸ਼ ਸ਼ਰਮਾ ਪੁੱਛ ਰਹੇ ਨੇ ਕਿ ਕੰਵਰ ਸੰਧੂ ਜੀ ਇਹ ਦੱਸੋ ਕਿ ਜੇਕਰ ਹਮਲਾ ਨਾ ਹੁੰਦਾ ਤਾਂ ਖਾਲਿਸਤਾਨ ਬਣ ਜਾਣਾ ਸੀ, ਕੀ ਇਹ ਸਹੀ ਆ? ਰਿਤੇਸ਼ ਸ਼ਰਮਾ ਜੀ, ਕਿਹਾ ਤੇ ਇਹੋ ਹੀ ਗਿਆ ਸੀ ਕਿ ਕੁਝ ਵੱਖਵਾਦੀ ਜਿਹੜੇ ਆ ਉਹ ਖਾਲਿਸਤਾਨ ਬਣਾਉਣ ਲੱਗੇ ਆ ਔਰ ਪਾਕਿਸਤਾਨ ਨੇ ਇਹਨੂੰ ਸਮਾਨਤਾ, ਇਹਨੂੰ ਰੈਕਗਨੀਸ਼ਨ ਦੇ ਦੇਣੀ ਆ, ਇਹਨੂੰ ਮਾਨਤਾ ਦੇ ਦੇਣੀ ਆ। ਲੇਕਿਨ ਇਹ ਮੇਰੇ ਖਿਆਲ ਸਿਰਫ ਖਦਸ਼ਾ ਸੀ, ਕਿਉਂਕਿ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਜਿੰਨਾ ਨੁਕਸਾਨ ਹੋਇਆ ਉਦੋਂ ਵੀ ਪਾਕਿਸਤਾਨ ਨੇ ਕੋਈ ਇਸ ਮੂਵਮੈਂਟ ਨੂੰ ਮਾਨਤਾ ਨਹੀਂ ਦਿੱਤੀ ਔਰ ਉਸ ਤੋਂ ਬਾਅਦ ਵੀ ਕੋਈ ਖਾਲਿਸਤਾਨ ਦਾ ਇਸ ਤਰ੍ਹਾਂ ਐਲਾਨ ਨਹੀਂ ਕੀਤਾ ਗਿਆ। ਸੋ ਜੇ ਬਾਅਦ ਦੇ ਵਿੱਚ ਨਹੀਂ ਹੋਇਆ ਤਾਂ ਪਹਿਲੋਂ ਵੀ ਇਹਦਾ ਆਪਾਂ ਕਿਵੇਂ ਮੰਨ ਸਕਦੇ ਵੀ ਇਹਦਾ ਕੋਈ ਇਹਦਾ ਇਹੋ ਜਿਹੀ ਅਨਾਊਂਸਮੈਂਟ ਜਾਂ ਐਲਾਨ ਹੋਣਾ ਸੀ? ਸੋ ਮੇਰਾ ਖਿਆਲ ਹੈ ਸਿਰਫ ਇੱਕ ਖਦਸ਼ਾ ਹੀ ਸੀ ਔਰ ਉਸ ਖਦਸ਼ਾ ਦੇ ਬੇਸ ਦੇ ਉੱਤੇ ਇਹ ਹਮਲਾ ਕਰਤਾ ਗਿਆ, ਜਿਹਦੀ ਸ਼ਾਇਦ ਲੋੜ ਨਹੀਂ ਸੀ। ਹੋਰ ਕੋਈ ਢੰਗ ਤਰੀਕਾ ਜੇ 2-4 ਦਿਨ 5 ਦਿਨ 10 ਦਿਨ ਖਲੋ ਜਾਂਦੇ, ਜੇ ਗੱਲਬਾਤ ਦੇ ਜ਼ਰੀਏ ਮਸਲਾ ਹੱਲ ਹੋ ਜਾਂਦਾ, ਜਿਵੇਂ ਮੈਂ ਆਪਣੀ ਡਾਕੂਮੈਂਟਰੀ ਦੇ ਵਿੱਚ ਜਨਰਲ SK ਸਿਨਹਾ ਦਾ ਇੰਟਰਵਿਊ ਕੀਤਾ, ਜੋ ਉਹਨਾਂ ਨੇ ਸੁਝਾਅ ਦਿੱਤਾ ਜੋ ਉਹ ਜਿਹੀਆਂ ਗੱਲਾਂ ਮੰਨੀਆਂ ਜਾਂਦੀਆਂ ਤੇ ਸ਼ਾਇਦ ਇਹ ਨੁਕਸਾਨ ਟਲ ਸਕਦਾ ਸੀ। ਮੀਨਵੈਲ ਤਾਰਾ ਸੁੰਦਰ ਨਾਰਵੇ ਤੋਂ ਅੱਜ ਸਾਡੇ ਨਾਲ ਜੁੜੇ ਹੋਏ ਨੇ, ਬੜੇ ਦਿਨਾਂ ਬਾਅਦ ਅੱਜ ਜੁੜੇ ਆ। ਮੈਂ ਆਸ ਵੀ ਕਰੂੰਗਾ ਕਿ ਉਹ ਕਾਲ ਕਰਕੇ ਵੀ ਆਪਣੇ ਵਿਚਾਰ ਜਿਹੜੇ ਆ ਉਹ ਜ਼ਰੂਰ ਦੱਸਣਗੇ। ਸਤਨਾਮ ਸਿੰਘ ਧਾਰਮੀ ਕਹਿ ਰਹੇ ਨੇ ਕਿ ਜਲਿਆਂਵਾਲਾ ਬਾਗ ਨੂੰ ਅੰਜਾਮ ਦੇਣ ਵਾਲੇ ਵਿਦੇਸ਼ੀ ਸਨ ਪਰ ਹਰਿਮੰਦਰ ਸਾਹਿਬ ਦੇ ਹਮਲੇ ਵਾਲੇ ਸਾਡੇ ਆਪਣੇ ਸਨ। ਵਾਕਈ ਇਸੇ ਕਰਕੇ ਮੈਂ ਪੁੱਛ ਰਿਹਾ ਵੀ ਕੀ ਅਸੀਂ ਕੋਈ ਸਬਕ ਸਿੱਖਿਆ 1919 ਤੋਂ ਬਾਅਦ? ਕੀ ਆਜ਼ਾਦ ਭਾਰਤ ਨੇ ਕੋਈ ਸਬਕ ਸਿੱਖਿਆ? ਮੈਨੂੰ ਲੱਗਦਾ ਵਾ ਕਿ ਸਬਕ ਨਹੀਂ ਸਿੱਖਿਆ। ਜੇ ਸਿੱਖਿਆ ਹੁੰਦਾ ਤੇ ਸ਼ਾਇਦ ਸਮੇਂ ਦੀ ਸਰਕਾਰ ਨੇ ਕਾਰਵਾਈ ਹੋਰ ਤਰ੍ਹਾਂ ਕਰਨੀ ਸੀ, ਫੌਜ ਨੇ ਆਪਣਾ ਰਵੱਈਆ ਹੋਰ ਅਪਣਾਉਣਾ ਸੀ। ਵੀਰ ਦਵਿੰਦਰ ਸਿੰਘ ਸੰਧੂ ਵੀ ਸਾਡੇ ਨਾਲ ਇਸ ਵੇਲੇ ਜੁੜੇ ਹੋਏ ਨੇ। ਰਿਤੇਸ਼ ਸ਼ਰਮਾ ਦਾ ਕਮੈਂਟ ਦਾ ਮੈਂ ਜਵਾਬ ਆਲਰੇਡੀ ਤੁਹਾਨੂੰ ਦੇ ਹੀ ਦਿੱਤਾ ਵਾ। ਆਲਮੋਸਟ 15 ਕਮੈਂਟ ਸਾਨੂੰ ਇਸ ਵੇਲੇ ਆ ਚੁੱਕੇ ਨੇ। ਰਵਿੰਦਰ ਸਿੰਘ ਸੋਢੀ ਕਹਿ ਰਹੇ ਨੇ ਕਿ ਇਹ ਤੇ ਉਸ ਸਮੇਂ ਦੀ ਸਰਕਾਰ ਦਾ ਇੱਕ ਬਹਾਨਾ ਸੀ ਵੀ ਖਾਲਿਸਤਾਨ ਬਣ ਜਾ ਰਿਹਾ ਵਾ ਔਰ ਹੁਣ ਤੇ ਇਹੋ ਹੀ ਲੱਗਦਾ ਕਿ ਇੱਕ ਬਹਾਨਾ ਸੀ। ਔਰ ਮੇਰਾ ਖਿਆਲ ਹੈ 1-2 ਦਿਨ ਜੇ ਜਾਂ 5 ਦਿਨ ਠਹਿਰ ਜਾਂਦੇ, ਕਿਉਂਕਿ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਵਾਂ ਕਿ ਇੱਕ ਬੜਾ ਪਵਿੱਤਰ ਦਿਹਾੜਾ ਸੀ, 5ਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸੀ। ਉਹਦੇ ਕਰਕੇ ਬਹੁਤ ਸਾਰੇ ਸ਼ਰਧਾਲੂ ਦਰਬਾਰ ਸਾਹਿਬ ਦੇ ਵਿੱਚ ਗਏ ਹੋਏ ਸਨ। ਉਹਨਾਂ ਦਾ ਇੰਤਜ਼ਾਰ ਕੀਤਾ ਜਾ ਸਕਦਾ ਸੀ ਵੀ ਉਹ ਬਾਹਰ ਚਲੇ ਜਾਣ। ਕੁਝ ਜੱਥੇ ਕੋਰਟ ਅਰੈਸਟ ਵੀ ਕਰਦੇ ਸਨ ਕਿਉਂਕਿ ਅਕਾਲੀ ਦਲ ਦਾ ਧਰਮ ਯੁੱਧ ਚੱਲ ਰਿਹਾ ਸੀ। ਉਹਨਾਂ ਨੂੰ ਵੀ ਰੋਕਿਆ ਜਾ ਸਕਦਾ ਵੀ ਹੋਰ ਜੱਥੇ ਅੰਦਰ ਨਾ ਜਾਣ। ਜਿਹੜੇ ਜੱਥੇ ਅੰਦਰ ਗਏ ਹੋਏ ਸਨ ਉਹਨਾਂ ਨੂੰ ਬਾਹਰ ਕੱਢਿਆ ਜਾ ਸਕਦਾ ਸੀ। ਸੋ ਸ਼ਾਇਦ ਮੇਰਾ ਖਿਆਲ ਹੈ ਕਿ ਇੰਨੀ ਜਲਦੀ ਕਾਰਵਾਈ ਕਰਨ ਦੀ ਕੋਈ ਲੋੜ ਨਹੀਂ ਸੀ। ਮੀਨਵਾਈਲ ਵਰਿੰਦਰ ਰੰਧਾਵਾ, ਮਨੀ ਢੀਂਗਰਾ, ਮਿੱਕਾ ਪੂਨੀ, ਬਲਵੰਤ ਜੱਸਲ, ਨਿਸ਼ਾਨ ਢਿੱਲੋਂ, ਰਣਜੀਤ ਕੌਰ, ਹਰਪ੍ਰੀਤ ਸ਼ਾਹੀ, ਮੱਖਣ ਪੰਨੂ ਔਰ ਮਨਿੰਦਰ ਸਿੱਧੂ ਹੁਣੀ ਵੀ ਸਾਡੇ ਨਾਲ ਫੇਸਬੁੱਕ ਤੇ ਜੁੜੇ ਹੋਏ ਨੇ। ਵਰਿੰਦਰ ਰੰਧਾਵਾ ਕਹਿ ਰਹੇ ਨੇ ਨਹੀਂ ਜੀ ਕੁਛ ਨਹੀਂ ਸਿੱਖਿਆ ਅਸੀਂ 1919 ਤੋਂ ਬਾਅਦ, ਔਰ ਜੇ ਸਿੱਖਿਆ ਹੁੰਦਾ ਤਾਂ ਸ਼ਾਇਦ ਇਹੋ ਜਿਹੀ ਕਾਰਵਾਈ ਨਹੀਂ ਸੀ ਹੋਣੀ। ਮਨੀ ਢੀਂਗਰਾ ਕਹਿ ਰਹੇ ਨੇ ਕਿ ਮੈਂ ਤੁਹਾਨੂੰ ਕੋਈ ਗੱਲ ਬੋਲਣਾ ਚਾਹੁੰਦਾ, ਦੱਸਣਾ ਚਾਹੁੰਦਾ ਵਾਂ। ਬਿਲਕੁਲ ਮਨੀ ਢੀਂਗਰਾ ਜੀ ਜ਼ਰੂਰ ਦੱਸੋ, ਇਹ ਸ਼ੋਅ ਤੁਹਾਡਾ ਸ਼ੋਅ ਹੀ ਆ, ਇੱਥੇ ਜੋ ਵੀ ਕੋਈ ਗੱਲ ਕਰਨਾ ਚਾਹੋ ਤੁਸੀਂ ਕਰ ਸਕਦੇ ਜੀ। ਨਿਸ਼ਾਨ ਢਿੱਲੋਂ ਕਹਿ ਰਹੇ ਨੇ ਵਾਕਈ ਕੋਈ ਸਬਕ 1919 ਤੋਂ ਬਾਅਦ ਭਾਰਤ ਸਰਕਾਰ ਨੇ ਨਹੀਂ ਸਿੱਖਿਆ। ਜੱਸੀ ਕੁਲਾਰ ਵੀ ਇਸ ਵੇਲੇ ਸਾਡੇ ਨਾਲ ਜੁੜ ਗਏ ਨੇ। ਆਪਾਂ ਅੱਜ ਗੱਲ ਕਰ ਰਹੇ ਹਾਂ 1919 ਜਲਿਆਂਵਾਲਾ ਬਾਗ ਦੇ ਵਾਕਿਆ ਦੀ ਔਰ 1984 ਸਾਕਾ ਨੀਲਾ ਤਾਰਾ ਦੀ। ਕੀ ਇਹਨਾਂ ਦੇ ਵਿੱਚ ਕੋਈ ਸਮਾਨਤਾ ਹੈ? ਕੀ ਇਹਨਾਂ ਦੇ ਵਿੱਚ ਕੋਈ ਵੱਖਰਾਪਨ ਹੈ? ਡਿਫਰੈਂਸਿਸ ਹੈ। ਮੈਂ ਡਿਫਰੈਂਸਿਸ ਦੇ ਉੱਤੇ ਵੀ ਆਊਂਗਾ, ਪਰ ਮੈਂ ਫਿਰ ਦੱਸਣਾ ਚਾਹੁੰਦਾ ਵਾਂ ਕਿ ਕਾਫੀ ਸਮਾਨਤਾਵਾਂ ਨੇ ਇਹਨਾਂ ਦੋਵਾਂ ਦੇ ਵਿੱਚ, ਜਿਵੇਂ ਮੈਂ ਤੁਹਾਨੂੰ ਹੁਣੇ ਹੀ ਦੱਸੀਆਂ ਵਾਂ। ਦੋਨਾਂ ਨੂੰ ਇੱਕ ਬੜੇ ਅੰਜਾਮ, ਇੱਕ ਬੜੇ ਪਵਿੱਤਰ ਦਿਹਾੜੇ ਦਿੱਤਾ ਗਿਆ। 1919 ਵਿਸਾਖੀ ਦਾ ਦਿਹਾੜਾ ਸੀ ਔਰ 1984 ਦੇ ਵਿੱਚ
ਜਿਸ ਦਿਨ ਇਹ ਸ਼ੁਰੂ ਹੋਇਆ ਵਾ ਉਸ ਦਿਨ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ ਸੀ। ਦੋਵਾਂ ਦਾ ਫਿਰ ਬਦਲਾ ਵੀ ਲਿਆ ਗਿਆ, ਇਹ ਵੀ ਇੱਕ ਸਮਾਨਤਾ ਹੈ। ਔਰ ਲੋਕਾਂ ਨੂੰ ਇਹਨਾਂ ਨੇ ਵੰਡ ਦਿੱਤਾ, ਕੁਝ ਹੱਕ ਦੇ ਵਿੱਚ, ਕੋਈ ਖਿਲਾਫ। ਔਰ ਅੱਜ ਵੀ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਇਹਨਾਂ ਵੀ ਇਹ ਸਹੀ ਆ ਜਾਂ ਗਲਤ ਆ ਇਹਦੇ ਉੱਤੇ ਵੰਡੇ ਹੋਏ ਨੇ। ਦੋਵਾਂ ਕੇਸਿਸ ਦੇ ਵਿੱਚ ਬਲੇਮ ਗੇਮ ਬਹੁਤ ਦੇਰ ਤੱਕ ਚੱਲਦੀ ਰਹੀ ਔਰ ਅੱਜ ਵੀ ਉਹ ਬਲੇਮ ਗੇਮ ਜਿਹੜੀ ਆ ਚੱਲ ਰਹੀ ਆ। ਮੈਂ ਦੱਸਣਾ ਚਾਹੁੰਦਾ ਵਾਂ ਵੀ ਬਲੂ ਸਟਾਰ ਦੇ ਉੱਪਰ ਲਗਾਤਾਰ ਕਾਂਗਰਸ ਔਰ ਅਕਾਲੀ ਦਲ ਇੱਕ ਦੂਜੇ ਦੇ ਉੱਤੇ ਇਲਜ਼ਾਮ ਮਲ ਰਿਹਾ ਵਾ। ਕਾਂਗਰਸ ਕਹਿ ਰਹੀ ਆ ਅਕਾਲੀਆਂ ਨੇ ਸਿਚੁਏਸ਼ਨ ਹਾਲਾਤ ਇਹੋ ਜਿਹੇ ਕ੍ਰੀਏਟ ਕਰਤੇ ਵੀ ਸਾਨੂੰ ਫੌਜੀ ਕਾਰਵਾਈ ਕਰਨੀ ਪਈ। ਅਕਾਲੀ ਦਲ ਕਹਿ ਰਹੇ ਨੇ ਕਿ ਇਹ ਫੌਜੀ ਕਾਰਵਾਈ ਕਰਨ ਦੀ ਲੋੜ ਨਹੀਂ ਔਰ ਇਹਦਾ ਕਾਂਗਰਸ ਜਿਹੜੀ ਸਰਕਾਰ ਆ ਇਹਦੇ ਵਾਸਤੇ ਜ਼ਿੰਮੇਵਾਰ ਆ। ਇਸੇ ਤਰ੍ਹਾਂ ਹੀ ਅੱਜ ਵੀ 1919 100 ਸਾਲ ਬਾਅਦ ਵੀ ਜੋ ਜਲਿਆਂਵਾਲਾ ਬਾਗ ਦਾ ਵਾਕਿਆ ਸੀ ਉਹਦੇ ਉੱਤੇ ਇੱਕ ਦੂਜੇ ਦੇ ਉੱਤੇ ਇਲਜ਼ਾਮ ਮੜੇ ਜਾ ਰਹੇ ਆ। ਅਮਰਿੰਦਰ ਸਿੰਘ ਸੁੰਦਰ ਸਿੰਘ ਮਜੀਠੀਆ ਦਾ ਪਰਿਵਾਰ, ਜੋ ਬਿਕਰਮ ਮਜੀਠੀਆ ਜਾਂ ਹਰਸਿਮਰਤ ਬਾਦਲ ਦਾ ਪਰਿਵਾਰ ਆ, ਉਹਨਾਂ ਤੇ ਇਲਜ਼ਾਮ ਮੜ ਰਹੇ ਆ ਔਰ ਮਜੀਠੀਆ ਪਰਿਵਾਰ ਜਿਹੜਾ ਵਾ ਉਹ ਅਮਰਿੰਦਰ ਸਿੰਘ ਦੇ ਉੱਤੇ ਇਲਜ਼ਾਮ ਮੜ ਰਹੇ ਆ ਕਿ ਅਮਰਿੰਦਰ ਸਿੰਘ ਦਾ ਪਰਿਵਾਰ ਜਿਹੜਾ ਵਾ ਉਸ ਵੇਲੇ ਦੀ ਜਿਹੜੀ ਸਰਕਾਰ ਹਕੂਮਤ ਸੀ ਉਹਦੇ ਬਹੁਤ ਉਹ ਨਜ਼ਦੀਕ ਸਨ। ਲੇਕਿਨ ਦੋਵਾਂ ਦੇ ਵਿੱਚ ਫਰਕ ਵੀ ਬਹੁਤ ਹੈ, ਦੋਵਾਂ ਦੇ ਵਿੱਚ ਫਰਕ ਵੀ ਬਹੁਤ ਹੈ। ਇਸ ਤੋਂ ਪਹਿਲਾਂ ਮੈਂ ਫਰਕ ਦੇ ਉੱਤੇ ਆਵਾਂ, ਮੈਂ ਕੁਝ ਕਮੈਂਟਸ ਫੇਸਬੁੱਕ ਤੇ ਕਮੈਂਟ ਸਾਂਝੇ ਕਰਨਾ ਚਾਹੁੰਦਾ ਵਾਂ। ਰਵਿੰਦਰ ਸਿੰਘ ਸੋਢੀ ਕਹਿ ਰਹੇ ਨੇ ਕਿ ਖੁਸ਼ਵੰਤ ਸਿੰਘ ਨੇ ਕਿਹਾ ਸੀ ਕਿ ਕੋਈ ਹੋਰ ਕਾਰਵਾਈਆਂ ਕੀਤੀਆਂ ਜਾ ਸਕਦੀਆਂ ਸਨ ਫੌਰਨ ਭੇਜਣ ਤੋਂ ਇਲਾਵਾ। ਰਵਿੰਦਰ ਸਿੰਘ ਸੋਢੀ ਜੀ, ਜੋ ਖੁਸ਼ਵੰਤ ਸਿੰਘ ਨੇ ਕਿਹਾ ਉਹ ਤੇ ਕਿਹਾ ਹੀ, ਲੇਕਿਨ ਜੇ ਤੁਸੀਂ ਮੇਰੀ ਵਾਲੀ ਡਾਕੂਮੈਂਟਰੀ ਵੇਖੋ ਤੇ ਉੱਥੇ ਜਨਰਲ SK ਸਿਨਹਾ ਜਿਹੜੇ ਪੁਰਾਣੇ ਆਰਮੀ ਕਮਾਂਡਰ ਸਨ, ਜਿਨ੍ਹਾਂ ਨੂੰ ਫੌਜ ਦਾ ਮੁਖੀ ਨਹੀਂ ਬਣਾਇਆ ਗਿਆ, ਜਨਰਲ ਵੈਦਿਆ ਨੂੰ ਉਹਨਾਂ ਦੇ ਥਾਂ ਤੇ ਫੌਜ ਦਾ ਮੁਖੀ ਬਣਾਇਆ ਗਿਆ, ਉਹਨਾਂ ਨੂੰ ਸੁਪਰਸੀਡ ਕਰਕੇ ਉਹਨਾਂ ਨੇ ਬਹੁਤ ਡਿਟੇਲ ਦੇ ਵਿੱਚ ਦੱਸਿਆ ਵਾ ਕਿ ਕੀ ਕਾਰਵਾਈ ਕੀਤੀ ਜਾ ਸਕਦੀ ਸੀ। ਫੌਜ ਭੇਜਣ ਦੀ ਬਜਾਏ ਜੇ ਫੌਜ ਭੇਜਣੀ ਵੀ ਸੀ ਤੇ ਕਿਵੇਂ ਫੌਜ ਭੇਜੀ ਜਾ ਸਕਦੀ ਸੀ ਜਾਂ ਹੋਰ ਕੀ ਕਾਰਵਾਈ ਕੀਤੀ ਜਾ ਸਕਦੀ ਸੀ। ਮੈਂ ਫਿਰ ਦੱਸਣਾ ਚਾਹੁੰਦਾ, ਜਨਰਲ SK ਸਿਨਹਾ ਉਹੀ ਇਨਸਾਨ ਸਨ ਜਿਨ੍ਹਾਂ ਨੇ 1981 ਦੇ ਵਿੱਚ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਚੌਂਕ ਦੇ ਵਿੱਚ ਫੌਜ ਭੇਜਣ ਤੋਂ ਨਾ ਕਰ ਦਿੱਤੀ ਸੀ। ਸੋ ਉਹਨਾਂ ਦਾ ਜੋ ਕਹਿ ਰਹੇ ਨੇ ਬਹੁਤ ਇੰਪੋਰਟੈਂਟ ਆ ਜੋ ਉਹਨਾਂ ਨੇ ਕਿਹਾ ਵਾ। ਹਰਭੁਪਿੰਦਰ ਸਿੰਘ ਤੂਰ, ਨੀਤਾ ਮਾਚੀਕੇ ਔਰ ਗੁਰਸ਼ਰਨ ਸਿੰਘ ਵੀ ਇਸ ਵੇਲੇ ਜੁੜੇ ਹੋਏ ਨੇ ਸਾਡੇ ਨਾਲ ਫੇਸਬੁੱਕ ਦੇ ਉੱਪਰ। ਰਿਤੇਸ਼ ਸ਼ਰਮਾ ਵੀ ਲਗਾਤਾਰ ਕਮੈਂਟ ਪਾ ਰਹੇ ਨੇ ਔਰ ਰਿਤੇਸ਼ ਸ਼ਰਮਾ ਕਹਿ ਰਹੇ ਨੇ ਕਿ ਇਸ ਕਾਰਵਾਈ ਨੇ ਹਿੰਦੂ ਸਿੱਖਾਂ ਦੇ ਦਿਲਾਂ ਦੇ ਵਿੱਚ ਦੂਰੀਆਂ ਪੈਦਾ ਕਰ ਦਿੱਤੀਆਂ, ਲੋਕਾਂ ਨੂੰ ਵੰਡ ਦਿੱਤਾ ਜੀ ਔਰ ਹੌਲੀ ਹੌਲੀ ਹੁਣ ਸ਼ਾਇਦ ਲੋਕਾਂ ਨੂੰ ਸਮਝ ਵੀ ਆ ਰਹੀ ਹੈ। ਨਿਸ਼ਾਨ ਢਿੱਲੋਂ ਕਹਿ ਰਹੇ ਨੇ ਕਿ ਖੁਸ਼ਵੰਤ ਸਿੰਘ ਸਿੱਖ ਮੂਵਮੈਂਟ ਦੇ ਖਿਲਾਫ ਸੀ। ਖੁਸ਼ਵੰਤ ਸਿੰਘ ਨੇ ਕਾਫੀ ਕੰਮ ਕੀਤਾ ਵਾ, ਸਿੱਖਾਂ ਦੀ ਹਿਸਟਰੀ ਵੀ ਲਿਖੀ ਆ। ਵੱਖਵਾਦ ਦੀ ਮੂਵਮੈਂਟ ਦੇ ਖਿਲਾਫ ਜ਼ਰੂਰ ਸਨ, ਲੇਕਿਨ ਉਹਨਾਂ ਦੀ ਜਿਹੜੀਆਂ ਲਿਖਤਾਂ ਵਾ ਉਹ ਪੰਜਾਬੀਆਂ ਦੇ ਹੱਕਾਂ ਦੇ ਵਿੱਚ ਔਰ ਸਿੱਖਾਂ ਦੇ ਹੱਕਾਂ ਦੇ ਬਾਰੇ ਉਹਨਾਂ ਨੇ ਵੀ ਕਾਫੀ ਲਿਖਿਆ ਵਾ। ਵਰਿੰਦਰ ਰੰਧਾਵਾ ਕਹਿ ਰਹੇ ਨੇ ਕਿ ਵਾਕਈ ਉਹਨਾਂ ਨੇ ਦੇਖਿਆ ਵਾ, ਸਿਨਹਾ ਸਾਹਿਬ ਨੇ ਬਹੁਤ ਸਾਰੀਆਂ ਗੱਲਾਂ ਸਪਸ਼ਟ ਕਰ ਦਿੱਤੀਆਂ। ਮਨੀ ਢੀਂਗਰਾ ਨੇ ਕਾਫੀ ਲੰਬਾ ਕਮੈਂਟ ਪਾਇਆ ਵਾ, ਮੈਨੂੰ ਇੰਨਾ ਸਮਾਂ ਨਹੀਂ ਹੋਣਾ ਵੀ ਮੈਂ ਪੂਰਾ ਲੰਬਾ ਕਮੈਂਟ ਪੜ੍ਹ ਸਕਾਂ। ਮੀਨਵਾਈਲ ਰਾਣਾ ਪਰਮਜੋਤ ਵੀ ਸਾਡੇ ਨਾਲ ਇਸ ਵੇਲੇ ਜੁੜ ਗਏ ਨੇ। ਉਹ ਕਹਿ ਰਹੇ ਨੇ ਕਿ ਕੀ ਇਹ ਸਹੀ ਹੈ ਕਿ ਮਈ 1984 ਦੇ ਆਖਰੀ ਹਫ਼ਤੇ ਲੱਗਿਆ ਹੋਇਆ ਕਰਫਿਊ ਖੋਲ੍ਹ ਦਿੱਤਾ ਗਿਆ ਤਾਂ ਕਿ ਵੱਧ ਤੋਂ ਵੱਧ ਸੰਗਤ ਦਰਬਾਰ ਸਾਹਿਬ ਦਾਖਲ ਹੋ ਸਕੇ ਤੇ ਬਾਅਦ ਵਿੱਚ ਕਰਫਿਊ ਲਗਾ ਦਿੱਤਾ ਗਿਆ ਤਾਂ ਕਿ ਸੰਗਤ ਦਰਬਾਰ ਸਾਹਿਬ ਕੰਪਲੈਕਸ ਚੋਂ ਬਾਹਰ ਨਾ ਜਾ ਸਕੇ। ਰਾਣਾ ਪਰਮਜੋਤ ਜੀ, ਕਰਫਿਊ ਲੱਗਦਾ ਰਹਿੰਦਾ ਸੀਗਾ, ਲੇਕਿਨ ਇਹ ਨਹੀਂ ਸਹੀ ਕਿ ਮਈ ਦੇ ਅਖੀਰਲੇ ਹਫ਼ਤੇ ਦੇ ਵਿੱਚ ਕਰਫਿਊ ਲਾਤਾ ਗਿਆ। ਕਰਫਿਊ ਉਦੋਂ ਲਾਉਂਦੇ ਸੀ ਜਿੱਥੇ ਕੋਈ ਗੜਬੜੀ ਹੁੰਦੀ ਸੀ। ਅੰਮ੍ਰਿਤਸਰ ਦੇ ਵਿੱਚ ਵੀ ਇੱਕ ਦੋ ਵਾਰੀ ਥੋੜ੍ਹੇ ਘੰਟਿਆਂ ਵਾਸਤੇ ਕਰਫਿਊ ਲੱਗਦਾ ਰਿਹਾ ਵਾ, ਹੋਰ ਵੀ ਕਈ ਸ਼ਹਿਰਾਂ ਦੇ ਵਿੱਚ ਕਰਫਿਊ ਲੱਗਦਾ ਰਿਹਾ ਵਾ। ਲੇਕਿਨ ਇਹ ਕਹਿਣਾ ਕਿ ਮਈ ਦੇ ਅਖੀਰਲੇ ਹਫ਼ਤੇ 'ਚ ਕਰਫਿਊ ਲਾਇਆ ਸੀ, ਜੂਨ ਦੇ ਪਹਿਲੇ ਹਫ਼ਤੇ 'ਚ ਖੋਲ੍ਹਦਾ ਗਿਆ, ਇਹ ਸਹੀ ਨਹੀਂ। ਧਰਮਯੁੱਧ ਮੋਰਚਾ ਚੱਲ ਰਿਹਾ ਸੀ, ਰੋਜ਼ ਤਾਜ਼ੇ ਜੱਥੇ ਆਉਂਦੇ ਸੀ। ਜੇ ਕਰਫਿਊ ਲੱਗਾ ਹੁੰਦਾ ਤਾਂ ਜੱਥੇ ਕਿਵੇਂ ਆਉਣੇ ਸੀ? ਰੋਜ਼ ਜੱਥੇ ਆਉਂਦੇ ਸੀ ਔਰ 2 ਨੂੰ ਵੀ ਜੱਥਾ ਆਇਆ, ਪਹਿਲੀ ਨੂੰ ਵੀ ਜੱਥਾ ਆਇਆ, ਦੂਜੀ ਨੂੰ ਆਇਆ, 3 ਵਾਸਤੇ ਵੀ ਜੱਥਾ ਆਇਆ ਹੋਇਆ ਸੀ ਅੰਦਰ ਔਰ ਜੱਥਾ ਅੰਦਰ ਵੀ ਜਾ ਸਕਿਆ ਵਾ ਲੇਕਿਨ ਬਾਹਰ ਨਹੀਂ ਨਿਕਲ ਸਕਿਆ। ਮੇਰਾ ਆਪਣਾ ਮੰਨਣਾ ਵਾ ਕਿ ਜੇ ਕਰਫਿਊ ਕੁਝ ਦਿਨ ਪਹਿਲਾਂ ਲਾ ਦਿੱਤਾ ਜਾਂਦਾ ਔਰ ਲੋਕੀ ਅੰਦਰ ਨਾ ਜਾ ਸਕਦੇ ਤੇ ਸ਼ਾਇਦ ਨੁਕਸਾਨ ਕਾਫੀ ਘੱਟ ਹੋਣਾ ਸੀ। ਹੈਰੀ ਸੰਧੂ ਸਾਡੇ ਡਾਕੂਮੈਂਟਰੀ ਦੀ ਤਾਰੀਫ ਕਰ ਰਹੇ ਆ, ਬਹੁਤ ਮਿਹਰਬਾਨੀ ਜੀ। ਮਨੀ ਢਿੰਗਰਾ ਕਹਿ ਰਹੇ ਨੇ ਕਿ ਮੇਰੀ ਡ੍ਰੀਮ ਹੈ ਕਿ ਮੈਂ ਤੁਹਾਡੇ ਨਾਲ ਗੱਲ ਕਰ ਸਕਾਂ। ਮਨੀ ਢਿੰਗਰਾ ਜੀ, ਡ੍ਰੀਮ ਹੈ ਤੇ ਫੋਨ ਚੁੱਕੋ
ਔਰ ਸਾਡੇ ਦੋ ਨੰਬਰਸ ਨੇ, ਉਹਨਾਂ ਤੇ ਡਾਇਲ ਕਰੋ। 916 ਅਮਰੀਕਾ ਦਾ ਨੰਬਰ ਹੈ, 9165431320। ਜਿਵੇਂ ਅਮਰੀਕਾ ਡਾਇਲ ਕਰੀਦਾ ਉਸੇ ਤਰ੍ਹਾਂ ਡਾਇਲ ਕਰ ਸਕਦੇ ਜੀ। ਦੂਜਾ ਨੰਬਰ ਹੈ 7187753585। ਰਜਿੰਦਰ ਸਿੰਘ ਨੇ ਪੁੱਛਿਆ ਕਿ ਸਿੱਖ ਲਾਇਬ੍ਰੇਰੀ ਜਿਹੜੀ ਆ ਜਿਹਨੂੰ ਬਰਬਾਦ ਕਰਤਾ ਗਿਆ ਉਹਦੇ ਬਾਰੇ ਤੁਸੀਂ ਕੀ ਕਹੋਗੇ? ਰਜਿੰਦਰ ਸਿੰਘ ਜੀ, ਬਹੁਤ ਅਹਿਮ ਸਵਾਲ ਆ। ਸਿੱਖ ਰੈਫਰੈਂਸ ਲਾਇਬ੍ਰੇਰੀ ਜਿਹੜੀ ਆ, ਇਸ ਨੂੰ ਅੱਗ ਜਦੋਂ ਆਪਰੇਸ਼ਨ ਕਰੀਬ ਖਤਮ ਹੋ ਗਿਆ ਸੀ ਉਸ ਵੇਲੇ ਲੱਗੀ, ਔਰ ਮੈਂ ਇਸ ਬਾਰੇ ਮੇਜਰ ਜਨਰਲ ਜੰਵਾਲ ਜਿਹੜੇ ਉਸ ਵੇਲੇ ਅੰਮ੍ਰਿਤਸਰ ਦੀ ਡਿਵੀਜ਼ਨ ਦੇ ਇੰਚਾਰਜ ਸਨ, ਉਹਨਾਂ ਦਾ ਜੰਮੂ ਜਾ ਕੇ ਮੈਂ ਇੰਟਰਵਿਊ ਕੀਤਾ ਸੀ। ਉਹਨਾਂ ਨੇ ਬਹੁਤ ਡਿਟੇਲ ਦੇ ਵਿੱਚ ਸਮਝਾਇਆ ਕਿ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਅੱਗ ਕਿਵੇਂ ਲੱਗੀ। ਮੇਰੀ ਡਾਕੂਮੈਂਟਰੀ ਦੇ ਵਿੱਚ ਇਹਦਾ ਜ਼ਿਕਰ ਆ। ਔਰ ਉਸ ਤੋਂ ਬਾਅਦ ਸਿਰਫ ਅੱਗ ਹੀ ਨਹੀਂ ਲੱਗੀ, ਉੱਥੋਂ ਬਹੁਤ ਸਾਰਾ ਜਿਹੜਾ ਸਮਾਨ ਆ ਉਹ ਲੈ ਗਏ, ਫੌਜ ਲੈ ਗਈ, ਔਰ ਅੱਜ ਤੱਕ ਵੀ ਉਹ ਸਮਾਨ ਵਾਪਸ ਨਹੀਂ ਮਿਲਿਆ। ਫੌਜ ਕਹਿੰਦੀ ਆ ਕਿ ਅਸੀਂ ਸਭ ਕੁਝ ਵਾਪਸ ਦੇ ਦਿੱਤਾ, ਲੇਕਿਨ ਇਹ ਵੀ ਖਬਰਾਂ ਆ ਰਹੀਆਂ ਵਾ ਕਿ ਕੁਝ ਹੱਥ ਲਿਖਤ ਜਿਹੜੀਆਂ ਭੀੜਾਂ ਵਾ ਉਹ ਉੱਥੋਂ ਬਾਹਰ ਗਈਆਂ, ਔਰ ਉਹ ਬਾਅਦ ਦੇ ਵਿੱਚ ਸ਼ਾਇਦ ਕੁਝ ਲੋਕਾਂ ਨੇ ਉਹਨਾਂ ਨੂੰ ਵੇਚ ਵੀ ਦਿੱਤਾ ਗਿਆ। ਵਿਜੇ ਸਿੰਘ ਭਾਰਤਵਾਜ ਕਹਿ ਰਹੇ ਨੇ 1919 ਔਰ 1984 ਦੇ ਵਿੱਚ ਕੋਈ ਸਮਾਨਤਾ ਨਹੀਂ। 1919 ਨਿਹੱਥੇ ਲੋਕਾਂ ਨੇ ਲੋਕ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਸੀ, ਉਹਨਾਂ ਤੇ ਗੋਲੀ ਚਲਾਈ ਗਈ। 1984 ਚ ਹਥਿਆਰਬੰਦ ਲੋਕ ਦਰਬਾਰ ਸਾਹਿਬ ਦੇ ਵਿੱਚ ਸਨ, ਕਿਲਾਬੰਦੀ ਕੀਤੀ ਹੋਈ ਸੀ, ਉਹਨਾਂ ਨੂੰ ਬਾਹਰ ਕੱਢਣ ਵਾਸਤੇ ਕਾਰਵਾਈ ਕੀਤੀ ਗਈ। ਇਹ ਬਿਲਕੁਲ ਜੋ ਤੁਸੀਂ ਕਹਿ ਰਹੇ ਜੇ ਸਹੀ ਹੈ ਜੀ, ਲੇਕਿਨ ਫਰਕ ਵੀ ਬਹੁਤ ਹੈ, ਲੇਕਿਨ ਸਮਾਨਤਾਵਾਂ ਵੀ ਮੈਂ ਜਿਵੇਂ ਗਿਣਾਈਆਂ ਉਹ ਕਾਫੀ ਆ। ਹਰਗੁਨਪ੍ਰੀਤ ਸਿੰਘ ਕਹਿੰਦੇ ਨੇ ਕਿ ਜਿਹੜੀ ਡਾਕੂਮੈਂਟਰੀ ਬਣਾਈ ਆ ਉਹਨੇ ਤੁਹਾਨੂੰ ਕਾਫੀ ਜਾਣਕਾਰੀ ਦਿੱਤੀ, ਜਿਹਨੂੰ ਡੇ ਐਂਡ ਨਾਈਟ ਦੇ ਵਿੱਚ ਬਣਾਈ ਸੀ। ਔਰ ਨਾਲ ਹੁਣ ਨਿਰਮਲ ਕੌਰ ਔਰ ਰਵਿੰਦਰ ਸਿੰਘ ਸੋਢੀ, ਤਾਰਾ ਸੁੰਦਰ ਔਰ ਰਾਣਾ ਪਰਮਜੋਤ ਹੋਰਾਂ ਦੇ ਵੀ ਤਾਜ਼ੇ ਕਮੈਂਟ ਤੁਸੀਂ ਫੇਸਬੁੱਕ ਤੇ ਦੇ ਸਕਦੇ। ਯੂ ਵਿਲ ਟੇਕ ਦੀ ਨੈਕਸਟ ਕਾਲ। ਹੈਲੋ, ਸਤਿ ਸ੍ਰੀ ਅਕਾਲ ਜੀ ਸੰਧੂ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ? ਚਰਨ ਸਿੰਘ ਪ੍ਰੇਮਪੁਰਾ ਬੋਲਦਾ, ਨਿਊਯਾਰਕ ਤੋਂ ਸਰ। ਹਾਂਜੀ ਪ੍ਰੇਮਪੁਰਾ ਜੀ, ਅੱਜ ਦੇ ਮਸਲੇ ਤੇ ਕੀ ਕਹੋਗੇ ਤੁਸੀਂ? ਸਰ ਜੀ, ਦੋਵੇਂ ਘਟਨਾ ਦੁਖਦਾਈ ਜੀ ਤੇ ਸਿੱਖਾਂ ਦੇ ਖੂਨ ਨਾਲ ਭਿੱਜੀਆਂ ਪਈਆਂ ਨੇ ਜੀ। ਦੁਖਦਾਈ ਵੱਲੋਂ ਦੋਵਾਂ ਦੀ ਸਮਾਨਤਾ ਹੈ ਜੀ, ਇਤਿਹਾਸਕ ਵੱਲੋਂ ਵੀ ਉਹ ਵਿਸਾਖੀ ਸੀ, ਇਹ ਗੁਰੂ ਸਾਹਿਬ ਦਾ ਸ਼ਹੀਦੀ ਗੁਰਪੁਰਬ ਸੀ ਜੀ। ਪਰ ਉਹ ਵਿਚਾਰੇ ਨੱਥੇ ਸਾਣੇ ਇਹਨਾਂ ਦੇ ਲੋਹੇ ਦੇ ਚਣੇ ਚਬਾਏ ਨੇ ਮਿਲਟਰੀ ਵਾਲਿਆਂ ਨੂੰ ਜੀ। ਇਹਨਾਂ ਨੂੰ ਦੱਸਿਆ ਵੀ ਕਿੱਦਾਂ ਸਿੰਘ ਭਾਜੀ ਮੋੜਦੇ ਨੇ, ਪਰ ਇਹ ਟਾਲ ਸਕਦੀ ਸੀ ਸਰਕਾਰ, ਪਰ ਜਿਹੜੇ ਆਪਣੇ ਵਿੱਚ ਸੀ ਨੇ ਉਹਨਾਂ ਟਾਲਣ ਨਹੀਂ ਦਿੱਤਾ। ਉਹਨਾਂ ਕਿਹਾ ਵੀ ਜ਼ਰੂਰ ਕਰੋ। ਉਹਦੇ ਬਾਹਰ ਪੁੱਛਦੇ ਰਹੇ ਨੇ ਵੀ ਸੰਤ ਸੱਚੀ ਸ਼ਹੀਦ ਹੋ ਗਏ ਨੇ। ਪ੍ਰੇਮਪੁਰਾ ਜੀ ਦੇਖੋ, ਇਸ ਤਰ੍ਹਾਂ ਵਾ 3 ਤਰੀਕ ਤੋਂ ਬਾਅਦ ਅੰਦਰ ਕੋਈ ਸੰਪਰਕ ਨਹੀਂ ਹੋ ਸਕਿਆ। ਜੇ ਤੁਸੀਂ ਮੇਰੀ ਡਾਕੂਮੈਂਟਰੀ ਵੀ ਦੇਖੋ, ਉਹਦੇ 'ਚ ਫੌਜ ਨੇ ਇੱਕ ਵਾਰੀ ਸਾਰੇ ਫੋਨ ਕੱਟਤੇ। 3 ਤਰੀਕ ਨੂੰ ਦੁਬਾਰਾ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਫੋਨ ਦੇ ਜ਼ਰੀਏ, ਲੇਕਿਨ ਉਹ ਸੰਪਰਕ ਫਿਰ ਹੋ ਨਹੀਂ ਸਕਿਆ। ਔਰ ਜਿਹੜੀ ਤੁਸੀਂ ਗੱਲ ਕਰ ਰਹੇ ਜੇ ਕਿ ਉਹ ਅੰਦਰ ਜਰਨੈਲ ਸਿੰਘ ਪਿੰਡਰਾਂਵਾਲੇ ਮਾਰੇ ਗਏ ਆ, ਸ਼ਹੀਦ ਹੋ ਗਏ ਆ, ਇਹ ਗੱਲ ਜਦੋਂ ਉਹਨਾਂ ਨੂੰ ਲੈਣ ਵਾਸਤੇ ਫੌਜ ਆਈ ਆ, ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ, ਜਥੇਦਾਰ ਗੁਰਚਰਨ ਸਿੰਘ ਟੌਹਰਾ ਨੂੰ ਔਰ ਬਲਵੰਤ ਸਿੰਘ ਰਾਮੂਵਾਲੀਆ ਨੂੰ ਔਰ ਹੋਰਾਂ ਨੂੰ, ਉਸ ਵੇਲੇ ਉਹਨਾਂ ਨੇ ਪੁੱਛਿਆ। ਇਹ ਆਪਰੇਸ਼ਨ ਤੋਂ ਬਾਅਦ ਦੀ ਗੱਲ ਤੁਸੀਂ ਕਰ ਰਹੇ ਜੀ। ਹਾਂਜੀ ਪ੍ਰੇਮਪੁਰਾ ਜੀ। ਹਾਂਜੀ, ਪਰ ਮੈਂ ਕਿਹਾ ਉਹਨਾਂ ਨੂੰ ਤਾਦੀ ਤਸੱਲੀ ਆਈ ਜਿਨ੍ਹਾਂ ਕਰਾਇਆ ਵੀ ਸੱਚੀ ਸੰਤ ਸ਼ਹੀਦ ਹੋ ਗਏ। ਮਿਹਰਬਾਨੀ ਜੀ। ਮੀਨਵਾਈਲ ਵਿਪਨ ਕੁਮਾਰ, ਮਨੀ ਢੀਂਗਰਾ ਔਰ ਰਵਿੰਦਰ ਸਿੰਘ ਸੋਢੀ ਉਹਨਾਂ ਦੀ ਤਾਜ਼ਾ ਕਮੈਂਟ ਹੈ। ਰਵਿੰਦਰ ਸਿੰਘ ਸੋਢੀ ਪੁੱਛ ਰਹੇ ਨੇ ਕਿ ਇਸ ਅੰਦਰ ਹਥਿਆਰ ਕਿਵੇਂ ਗਏ, ਇਹਨਾਂ ਨੂੰ ਅੰਦਰ ਕਿਵੇਂ ਜਾਣ ਦਿੱਤਾ ਗਿਆ। ਮੈਂ ਇਹਦਾ ਵੀ ਜਵਾਬ ਦਊਂਗਾ। ਵਿਪਨ ਕੁਮਾਰ ਕਹਿ ਰਹੇ ਨੇ ਖੂਨ ਭਾਵੇਂ ਹਿੰਦੂ ਦਾ ਡੁੱਲੇ ਜਾਂ ਸਿੱਖ ਦਾ ਡੁੱਲੇ, ਗੱਲ ਤੇ ਇਹੋ ਹੀ ਆ ਕਿ ਖੂਨ ਤੇ ਡੁੱਲਿਆ ਹੀ ਹੈ ਨਾ ਜੀ। ਬਿਲਕੁਲ, ਦੋਵਾਂ ਕੇਸਿਸ ਦੇ ਵਿੱਚ ਬਹੁਤ ਜ਼ਿਆਦਾ ਖੂਨ ਡੁੱਲਿਆ। 1919 ਦੇ ਘਟਨਾ ਦੇ ਵਿੱਚ ਬਹੁਤ ਸਾਰੇ ਹਿੰਦੂ ਤੇ ਸਿੱਖ ਅੰਦਰ ਸਨ ਜਲਿਆਂਵਾਲਾ ਬਾਗ ਦੇ ਵਿੱਚ, ਲੇਕਿਨ 1984 ਦੇ ਵਿੱਚ ਮੁੱਖ ਤੌਰ ਤੇ ਅੰਦਰ ਸਿੱਖ ਸ਼ਰਧਾਲੂ ਹੀ ਸਨ ਜੋ ਅੰਦਰ ਫੜੇ ਗਏ। ਮੀਨਵਾਈਲ ਹਰਜੀਤ ਸਿੰਘ ਸਵਾਚ ਕਹਿ ਰਹੇ ਨੇ ਕਿ ਜਿਹੜੇ ਬਾਕੀ ਗੁਰਦੁਆਰੇ ਸਾਹਿਬ ਤੇ ਹਮਲੇ ਕੀਤੇ ਗਏ ਕਿ ਉੱਥੇ ਵੀ ਹਥਿਆਰ ਸਨ। ਹਰਜੀਤ ਸਿੰਘ ਸਵਾਚ ਜੀ, ਬਹੁਤ ਸਾਰੇ ਗੁਰਦੁਆਰਿਆਂ ਦੇ ਵਿੱਚ 3-4 ਗੁਰਦੁਆਰਿਆਂ ਤੇ ਹਮਲਾ ਹੋਇਆ, ਬਾਕੀਆਂ ਦੀ ਸਰਚ ਕੀਤੀ ਗਈ। ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਦੇ ਵਿੱਚੋਂ ਵੀ ਹਥਿਆਰ ਮਿਲੇ, ਪਰ ਉੱਥੇ ਕੋਈ ਫੌਜੀ ਕਾਰਵਾਈ ਉਸ ਤਰ੍ਹਾਂ ਦੀ ਨਹੀਂ ਹੋਈ, ਕੋਈ ਹਮਲਾ ਨਹੀਂ ਕੀਤਾ ਗਿਆ। ਗੱਲਬਾਤ ਦੇ ਜ਼ਰੀਏ ਉਹ ਹਥਿਆਰ ਲੈ ਲਏ ਗਏ। ਦੂਸਰਾ ਜਿਹੜਾ ਪਟਿਆਲੇ ਦੇ ਵਿੱਚ
ਗੁਰਦੁਆਰਾ ਦੁੱਖ ਨਿਵਾਰਨ ਆ, ਉੱਥੇ ਵੀ ਥੋੜੀ ਬਹੁਤ ਅੰਦਰੋਂ ਗੋਲੀ ਚੱਲੀ, ਉੱਥੋਂ ਵੀ ਕੁਝ ਹਥਿਆਰ ਫੜੇ ਗਏ। ਇਸੇ ਤਰ੍ਹਾਂ ਮੁਕਤਸਰ ਸਾਹਿਬ ਦੇ ਵਿੱਚੋਂ ਵੀ ਕੁਝ ਹਥਿਆਰ ਅੰਦਰੋਂ ਫੜੇ ਗਏ, ਗੋਲੀ ਚੱਲੀ, ਲੇਕਿਨ ਬਾਕੀ ਗੁਰਦੁਆਰਿਆਂ ਦੇ ਵਿੱਚੋਂ ਅੰਦਰੋਂ ਕੋਈ ਗੋਲੀ ਨਹੀਂ ਚੱਲੀ ਔਰ ਕਈ ਥਾਵਾਂ ਤੋਂ ਹਥਿਆਰ ਵੀ ਨਹੀਂ ਫੜੇ ਗਏ ਜਿੱਥੇ ਸਰਚ ਵੀ ਹੋਈ। ਇਹ ਹਰਜੀਤ ਸਿੰਘ ਸਵਾਚ ਹੋਣਾ ਦਾ ਸਵਾਲ ਸੀ ਜਿਹਦਾ ਮੈਂ ਜਵਾਬ ਦੇ ਰਿਹਾ ਸੀ। ਰਵਿੰਦਰ ਸਿੰਘ ਸੋਢੀ ਹੋਣਾ ਨੇ ਕਿਹਾ ਵੀ ਅੰਦਰ ਹਥਿਆਰ ਕਿਵੇਂ ਗਏ? ਹਥਿਆਰ ਦੋਵੇਂ ਪਾਸਿਓਂ ਗਏ ਜੀ, ਕੁਝ ਏਜੰਸੀਆਂ ਨੇ ਵੀ ਭੇਜੇ ਔਰ ਕੁਝ ਖਾੜਕੂਆਂ ਨੇ ਆਪ ਵੀ ਉਹ ਕੁਝ ਕਾਰ ਸੇਵਾ ਟਰੱਕਾਂ ਦੇ ਵਿੱਚ ਔਰ ਕੁਝ ਹੋਰ ਤਰੀਕਿਆਂ ਦੇ ਨਾਲ ਅੰਦਰ ਲੈ ਕੇ ਗਏ ਨੇ। ਮਿੱਕਾ ਪੂਨੀ ਵੀ ਇਸ ਵੇਲੇ ਸਾਡੇ ਨਾਲ ਨੇ। ਉਹਨਾਂ ਨੇ ਪੁੱਛਿਆ ਵੀ ਅੰਦਰ ਸੰਗਤ ਔਰ ਬੱਚਿਆਂ ਨੂੰ ਅੰਦਰੋਂ ਬਾਹਰ ਕਿਉਂ ਨਹੀਂ ਕੱਢਿਆ ਗਿਆ? ਇਹ ਕਈ ਸਵਾਲ ਹੈ ਜੀ ਜਿਨ੍ਹਾਂ ਦਾ ਜਵਾਬ ਅੱਜ ਵੀ ਹੈ ਨਹੀਂ ਔਰ ਵਾਕਈ ਉਹਨਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਨੀ ਚਾਹੀਦੀ ਸੀ। ਬਾਹਰ ਅਨਾਊਂਸਮੈਂਟ ਜ਼ਰੂਰ ਹੋਈ ਪਰ ਅੰਦਰ ਵਾਲੇ ਲੋਕੀ ਕਹਿੰਦੇ ਵੀ ਸਾਨੂੰ ਅਨਾਊਂਸਮੈਂਟਸ ਨਹੀਂ ਸੁਣੀਆਂ। ਦਲਵੀਰ ਸਿੰਘ ਵੀ ਸਾਡੇ ਨਾਲ ਇਸ ਵੇਲੇ ਜੁੜੇ ਹੋਏ ਨੇ ਪਰ ਇੱਕ ਦੋ ਕਾਲਰ ਹੋਲਡ ਕਰ ਰਹੇ ਨੇ, ਪਹਿਲਾਂ ਉਹਨਾਂ ਦੀ ਗੱਲ ਸੁਣਦੇ ਹਾਂ ਫਿਰ ਮੈਂ ਬ੍ਰੇਕ ਲਵਾਂਗਾ। ਹੈਲੋ ਸਤਿ ਸ੍ਰੀ ਅਕਾਲ ਸੰਧੂ ਸਾਹਿਬ। ਸਤਿ ਸ਼੍ਰੀ ਅਕਾਲ ਸ਼ੇਰ ਸਿੰਘ ਜੀ। ਹਾਂਜੀ ਸੰਧੂ ਸਾਹਿਬ, ਮੈਂ ਕਹੂੰਗਾ ਦੋਨਾਂ 'ਚ ਸਮਾਨਤਾ ਤਾਂ ਹੈਗੀ ਹੈ ਥੋੜੀ ਆ, ਪਰ ਦੋਨਾਂ 'ਚ ਆਮ ਮਨੁੱਖਤਾ ਦਾ ਕਤਲ ਹੋਇਆ ਤੇ ਮਨੁੱਖੀ ਲਾਸ਼ ਹੋਇਆ। ਭਾਵੇਂ ਇੱਥੇ ਸ਼ਰਧਾਲੂਆਂ ਤੌਰ ਤੇ ਉੱਥੇ ਭਾਵੇਂ ਘੱਟ ਤੋਂ ਪ੍ਰੋਟੈਸਟਰ ਸੀਗੇ ਜੋ ਵੀ ਕਰਦੇ ਸੀ, ਮੇਰੇ ਖਿਆਲ ਸਾਈਮਨ ਕਮਿਸ਼ਨ ਸੀ ਉਹਦੇ ਅਗੇਂਸਟ ਸੀ ਕੁਛ, ਤੇ ਉਦੋਂ ਸੀਗਾ ਆਪਣਾ ਬ੍ਰਿਟਿਸ਼ ਦੇ ਅੰਡਰ ਸੀ ਕਿਉਂਕਿ ਉਹ ਦਬਾਉਣਾ ਚਾਹੁੰਦੇ, ਗੁਲਾਮੀ 'ਚ ਰੱਖਣਾ ਚਾਹੁੰਦੇ ਸੀ। ਪਰ ਸੇਮ ਹੀ ਗੱਲ ਉੱਥੇ ਵੀ ਆਪਣੇ ਕੁਛ ਟੋਡੀ ਬਣ ਕੇ ਆਪਣੇ ਹੀ ਬੰਦਿਆਂ ਨੇ ਟੋਡੀ ਬਣ ਕੇ ਤੇ ਆਪਣੀਆਂ ਜ਼ਗੀਰਾਂ ਲਈਆਂ ਤੇ ਇੱਕ ਕਿਸਮ ਦੇ ਉਹ ਵੀ ਦੁੱਖ ਦੇ ਭਾਗੀ ਬਣੇ ਜੀ। ਤੇ ਜਿਹੜੀ ਹੈਗੀ ਬਲੂ ਸਟਾਰ ਵਾਲੀ ਸੰਧੂ ਸਾਹਿਬ, ਇਹਦੇ 'ਚ ਦੁੱਖ ਇਹ ਹੈ ਵੀ ਸਾਡੀਆਂ ਹੀ ਸਿਆਸੀ ਜਿਹੜੀਆਂ ਪਾਰਟੀਆਂ ਇਹਨਾਂ ਨੇ ਇੱਕ ਦੂਜੇ ਨੂੰ ਠਿੱਬੀ ਲਾਉਣ ਦੀ ਖਾਤਰ ਤੇ ਧਰਮ ਦੇ ਨਾਂ ਤੇ ਲੋਕਾਂ ਨੂੰ ਭੜਕਾ ਕੇ ਕੁਛ ਹੱਦ ਤੱਕ ਹਥਿਆਰਾਂ ਤੱਕ ਵੀ ਮੈਂ ਕਹੂੰਗਾ ਤੇ ਇਸ ਮੋਰਚੇ ਨੂੰ ਸਿਰੇ ਤੱਕ ਲਿਜਾਣ ਤੱਕ ਵੀ ਮਦਦ ਕੀਤੀ। ਤੇ ਐਨ ਜਦੋਂ ਇਹਨਾਂ ਦੇ ਬੱਸੋਂ ਬਾਹਰ ਹੋ ਗਿਆ ਕੁਝ ਧਿਰਾਂ ਦੇ ਹੱਕ 'ਚ ਨਹੀਂ ਸੀ ਗੱਲ ਇਹ ਵੀ ਉਹਨਾਂ ਦਾ ਜਿਹੜਾ ਕੈਰੀਅਰ ਖਤਮ ਹੁੰਦਾ ਸੀ, ਉਹਨਾਂ ਨੇ ਰਲ ਮਿਲ ਕੇ ਇਹਨੂੰ ਕ੍ਰਸ਼ ਵੀ ਕਰਤਾ। ਸੋ ਇਹ ਮਾੜੀ ਗੱਲ ਹੈ। ਜਿਵੇਂ ਹਥਿਆਰ ਉੱਥੇ ਜਮ੍ਹਾਂ ਹੋਣੇ ਇਹਦੇ 'ਚ ਕੋਈ ਸ਼ੱਕ ਨਹੀਂ, ਉੱਥੇ ਹਥਿਆਰ ਨਹੀਂ ਜਾਣੇ ਚਾਹੀਦੇ ਸੀ, ਇਹ ਮਨੁੱਖਤਾ ਦਾ ਘਾਣ ਨਹੀਂ ਹੋਣਾ ਚਾਹੀਦਾ ਸੀ, ਇਹ ਧਰਮ ਦੇ ਨਾਂ ਤੇ ਨਹੀਂ ਲੜਿਆ ਜਾਣਾ ਚਾਹੀਦਾ ਸੀ, ਇਹਦਾ ਕੋਈ ਹੋਰ ਹੱਲ ਹੁੰਦਾ। ਪਰ ਦੋਨੇ ਪਾਸੋਂ ਘਬਰਾਹਟ ਸੀ, ਸਿਆਸੀ ਪੱਖ ਕੰਨਿਓ ਵੀ ਤੇ ਹਾਕਮਾਂ ਕੰਨਿਓ ਵੀ, ਤੇ ਇਹਨਾਂ ਦੀ ਮਿਲੀ ਪੁਲੀ ਭਗਤ ਨੇ ਜਾਂ ਖਿੱਚੋਤਾਈ ਨੇ ਇਹ ਇਲਜ਼ਾਮ ਦਿੱਤਾ ਜਿਹਦੇ ਆਪਾਂ ਨੂੰ ਇਲਜ਼ਾਮ ਭੁਗਤਣੇ ਪਏ। ਪੰਜਾਬ ਉਦੋਂ ਵੀ ਮਰਿਆ ਤੇ ਪੰਜਾਬ ਹੁਣ ਵੀ ਪੰਜਾਬ ਦੇ ਲੋਕ ਇਸੇ ਜੀ ਆਰਥਿਕ ਤੌਰ ਤੇ ਆਪਾਂ ਕਿੰਨੇ ਪਿੱਛੇ ਪੈ ਗਏ ਸੰਧੂ ਸਾਹਿਬ, ਇਹ ਗੱਲ ਦਾ ਅੰਦਾਜ਼ਾ ਆਪਾਂ ਲਾ ਸਕਦੇ ਭਲੀ ਭਾਂਤ। ਤੇ ਹਜੇ ਵੀ ਆਪਾਂ ਸਬਕ ਨਹੀਂ ਸਿੱਖਿਆ ਵੀ ਉਹ ਹਜੇ ਹੀ ਧਰਮ ਦੇ ਨਾਂ ਤੇ ਆਪਣੇ ਤੇ ਭੜਕਾਉਂਦੇ ਆ। ਇਹ ਲੋਕ ਧਰਮ ਦੀਆਂ ਪੌੜੀਆਂ ਚੜ੍ਹ ਕੇ ਕੁਰਸੀਆਂ ਤੱਕ ਸੀਮਿਤ ਰਹਿੰਦੇ ਆ ਤੇ ਕਾਬਜ ਰਹਿੰਦੇ ਆ ਤੇ ਰਾਜ ਕਰਨਾ ਚਾਹੁੰਦੇ ਆ। ਬਸ ਮੈਂ ਤਾਂ ਸੰਧੂ ਸਾਹਿਬ ਇਹੀ ਕਹੂੰ। ਮਿਹਰਬਾਨੀ, ਬਿਲਕੁਲ ਸਹੀ ਗੱਲ ਆ। ਅੱਜ ਵੀ ਅਸੀਂ ਕੋਈ ਸਬਕ ਨਹੀਂ ਸਿੱਖਿਆ, ਸਿਰਫ ਆਜ਼ਾਦ ਭਾਰਤ ਨੇ 1984 'ਚ 1919 ਦਾ ਸਬਕ ਨਹੀਂ ਸਿੱਖਿਆ। ਅੱਜ ਵੀ ਅਸੀਂ ਇਹਨਾਂ ਦੋਵਾਂ ਘਟਨਾਵਾਂ ਤੋਂ ਬਾਅਦ ਵੀ ਕੋਈ ਸਬਕ ਨਹੀਂ ਸਿੱਖਿਆ। ਇਹ ਸ਼ੇਰ ਸਿੰਘ ਹੁਣਾਂ ਦਾ ਵਿਚਾਰ ਆ ਔਰ ਮੇਰਾ ਖਿਆਲ ਆ ਮੈਂ ਇਹਦੇ ਨਾਲ ਕਾਫੀ ਸਹਿਮਤ ਹਾਂ। ਮੀਨਵਾਈਲ ਰਿਤੇਸ਼ ਸ਼ਰਮਾ, ਮਿੱਕਾ ਪੂਨੀ, ਦਲਵੀਰ ਸਿੰਘ ਹੁਣਾਂ ਦੇ ਵੀ ਤਾਜ਼ੇ ਕਮੈਂਟ ਆਏ ਆ। ਪਰ ਹੁਣ ਸਮਾਂ ਹੋ ਗਿਆ ਇੱਕ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਆਪਾਂ ਇਸ ਮਸਲੇ ਤੇ ਵੀ ਕੀ 1919 ਔਰ 1984 'ਚ ਕੋਈ ਸਮਾਨਤਾ ਸੀ? ਜੇ ਸਮਾਨਤਾ ਨਹੀਂ ਸੀ ਤੇ ਕੀ ਇਹਨਾਂ ਦੋਵਾਂ ਦੇ ਵਿੱਚ ਫਰਕ ਸੀ ਔਰ ਕੀ ਅਸੀਂ 1919 ਤੋਂ ਬਾਅਦ ਕੋਈ ਸਬਕ ਸਿੱਖਿਆ? ਕੀ ਅਸੀਂ 1984 ਤੋਂ ਬਾਅਦ ਅੱਜ ਕੋਈ ਸਬਕ ਸਿੱਖਿਆ? ਇਹਦੇ ਤੇ ਅਸੀਂ ਗੱਲਬਾਤ ਕਰ ਰਹੇ ਹਾਂ ਔਰ ਮੈਂ ਚਾਹੂੰਗਾ ਕਿ ਤੁਸੀਂ ਵੀ ਆਪਣੇ ਜਿਹੜੇ ਵਿਚਾਰ ਨੇ ਉਹ ਜ਼ਰੂਰ ਦੱਸੋ। ਮੀਨਵਾਈਲ ਸੁੱਖਾ ਪੰਡੋਰੀ ਵੀ ਸਾਡੇ ਨਾਲ ਜੁੜ ਗਏ ਨੇ, ਉਹ ਪੁੱਛ ਰਹੇ ਨੇ ਵੀ ਕੀ AK-47 ਕੋਈ ਵਰਤੀਆਂ ਗਈਆਂ ਇਸ ਆਪਰੇਸ਼ਨ ਦੇ ਵਿੱਚ? ਮੈਂ ਉਹਦੇ ਬਾਰੇ ਵੀ ਗੱਲ ਜ਼ਰੂਰ ਕਰੂੰਗਾ ਪਰ ਇਹ ਸਭ ਕੁਝ ਬ੍ਰੇਕ ਤੋਂ ਬਾਅਦ। This program is sponsored by PrimeLink Express, a Gurmeet Madi, Union Truck Stop, Bakersfield, Sukhi Kuman. ਪੰਜਾਬੀਆਂ ਦੇ ਦਿਲ ਸਟਾਕਟਨ ਵਿਖੇ ਟਰੱਕ ਡਰਾਈਵਰ ਭਰਾਵਾਂ ਲਈ ਸਹੂਲਤਾਂ ਭਰਿਆ ਵੈਨਕੋ ਟਰੱਕ ਐਂਡ ਆਟੋ ਪਲਾਜ਼ਾ, ਜਿੱਥੇ ਟਰੱਕ ਡਰਾਈਵਰ ਵੀਰਾਂ ਲਈ ਸਸਤੇ ਅਤੇ ਭਰੋਸੇਮੰਦ ਰੇਟ ਤੇ ਡੀਜ਼ਲ ਅਤੇ ਹੋਰ ਸਮਾਨ 24 ਘੰਟੇ ਉਪਲਬਧ ਹੈ। ਟਰੱਕਾਂ ਨੂੰ ਪਾਰਕ ਕਰਨ ਤੇ ਡਰਾਈਵਰ ਵੀਰਾਂ ਵਾਸਤੇ ਆਧੁਨਿਕ ਤੇ ਸਾਫ਼ ਸੁਥਰੇ ਸ਼ਾਵਰ, ਖਾਣ ਪੀਣ ਦੇ ਤਾਜ਼ੇ ਫੂਡ ਦੀ ਸੁਵਿਧਾ, ਹਾਈਵੇ ਦੇ ਚਾਰਟਰ ਵੇ ਐਗਜ਼ਿਟ ਦੇ ਐਨ ਉੱਪਰ। ਵਧੇਰੇ ਜਾਣਕਾਰੀ ਲਈ
ਮਲਕੀਤ ਸਿੰਘ ਬੋਪਾਰਾਏ ਨੂੰ ਹੇਠ ਲਿਖੇ ਨੰਬਰ ਤੇ ਕਾਲ ਕਰੋ। ਕੈਲੀਫੋਰਨੀਆ ਤੋਂ ਸਾਊਥ ਈਸਟਰਨ ਤੱਕ, ਜਾਰਜੀਆ, ਫਲੋਰੀਡਾ, ਅਲਾਬਾਮਾ, ਮਿਸੀਸਿਪੀ, ਲੂਜ਼ੀਆਨਾ, ਟੈਕਸਸ ਸੂਬੇ ਤੱਕ ਸੁਰੱਖਿਅਤ ਪ੍ਰੋਡਿਊਸ ਨੂੰ ਰੀਫਰ ਸਰਵਿਸ ਰਾਹੀਂ ਸਹੀ ਸਮੇਂ ਪਹੁੰਚਾਉਣ ਵਾਲੀ ਪੰਜਾਬੀਆਂ ਦੀ ਮਾਣਮੱਤੀ ਕੰਪਨੀ ਪ੍ਰਾਈਮ ਲਿੰਕ ਐਕਸਪ੍ਰੈਸ। ਹੈਡ ਆਫਿਸ 825 ਨੇਵੀ ਡਰਾਈਵ, ਸਟਾਕਟਨ, ਕੈਲੀਫੋਰਨੀਆ 95206। For more information, call Gurmeet Malli. S&S Brokers Incorporation ਨਿਊ ਜਰਸੀ ਦੀ ਪੂਰੀ ਤਰ੍ਹਾਂ ਲਾਇਸੈਂਸ ਪ੍ਰਾਪਤ ਕੰਪਨੀ, ਸਮੇਂ ਤੇ ਡਿਲੀਵਰੀ ਲਈ ਵਚਨਬੱਧ। ਕੰਪਨੀ ਦਾ ਤਜਰਬਾ ਕੰਪਨੀ ਨੂੰ ਬਾਕੀਆਂ ਤੋਂ ਅਲੱਗ ਕਰਦਾ ਹੈ। ਗ੍ਰਾਹਕਾਂ ਦੀ ਸਹੂਲਤ ਲਈ ਸ਼ਿਪਿੰਗ ਦਰ ਵਿੱਚ ਭਾਰੀ ਡਿਸਕਾਊਂਟ ਦਿੱਤਾ ਜਾਂਦਾ ਹੈ। ਕੰਪਨੀ ਦਾ ਮਿਸ਼ਨ ਪ੍ਰੀਮੀਅਮ ਟਰਾਂਸਪੋਰਟ ਸੇਵਾਵਾਂ ਪ੍ਰਦਾਨ ਕਰਨਾ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 120 ਵੁੱਡ ਐਵਨਿਊ ਸਾਊਥ, ਸੂਟ 605, ਐਸਲਿਨ, ਨਿਊ ਜਰਸੀ 08830 ਅਤੇ ਕਾਲ ਕਰੋ 201 259 9223। ਨਿਊ ਜਰਸੀ ਅਤੇ ਕੈਲੀਫੋਰਨੀਆ ਦੇ ਪ੍ਰਸਿੱਧ ਐਡਵੋਕੇਟ ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ, ਜਿਹੜੇ ਕਿ ਡੈਪੂਟੇਸ਼ਨ, ਡਿਫੈਂਸ, ਅਪੀਲ, ਫੈਮਿਲੀ ਲਾਅ, ਬੈਂਕਰਪਸੀ ਦੇ ਵਿੱਚ ਮਾਹਰ ਨੇ। ਉਹਨਾਂ ਦੇ ਨਾਲ ਸਿੱਧੀ ਗੱਲਬਾਤ ਲਈ ਤੁਸੀਂ ਹਰ ਵੀਰਵਾਰ ਨੂੰ ਲਾਈਵ ਸ਼ੋਅ ਦੇ ਜ਼ਰੀਏ ਜੁੜ ਸਕਦੇ ਹੋ। ਇਹ ਕਹਾਣੀ ਹੈ ਉਹਨਾਂ ਲੋਕਾਂ ਦੀ ਜਿਨ੍ਹਾਂ ਨੇ ਰਾਤ ਨੂੰ ਮਾਵਾਂ ਦੇ ਗੋਡੇ ਮੁੱਢ ਬੈਠ ਕੇ ਤਾਰਿਆਂ ਦੇ ਵਿੱਚੋਂ ਸੁਪਨੇ ਲੱਭਣ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ ਜ਼ਿੰਦਗੀ ਦੇ ਅਰਮਾਨਾਂ ਨੂੰ ਚੰਨ ਦੀ ਰੌਸ਼ਨੀ ਦੇ ਵਿੱਚੋਂ ਲੱਭਿਆ, ਜਿਹੜੇ ਪੋਹ ਮਾਘ ਦੀਆਂ ਰਾਤਾਂ ਦੇ ਵਿੱਚ ਠਰੇ ਵੀ ਤੇ ਜੇਠ ਹਾੜ ਦੀਆਂ ਰਾਤਾਂ ਦੇ ਵਿੱਚ ਤਪੇ ਵੀ, ਪਰ ਜ਼ਿੰਦਗੀ ਦੀ ਜੱਦੋ-ਜਹਿਦ ਦੇ ਨਾਲ ਆਪਣੀਆਂ ਸੱਧਰਾਂ ਨੂੰ ਵਿਆਹਿਆ। ਉਹਨਾਂ ਦੀ ਕਹਾਣੀ ਲੈ ਕੇ ਹਾਜ਼ਰ ਹਾਂ ਹਨੇਰੇ ਚੋਂ ਉੱਗੇ ਲੋਕ। ਵੇਖਣਾ ਨਾ ਭੁੱਲਣਾ ਮੇਰੇ ਨਾਲ ਹਰ ਸ਼ਨੀਵਾਰ ਅਤੇ ਐਤਵਾਰ ਪ੍ਰੋਗਰਾਮ ਹਨੇਰੇ ਚੋਂ ਉੱਗੇ ਲੋਕ। ਟਰੱਕ ਡਰਾਈਵਰ ਵੀਰਾਂ ਦੀ ਭਰੋਸੇਮੰਦ ਅਰਲਿੰਗਟਨ ਫਿਊਲ ਸਟਾਪ ਇੰਟਰਸਟੇਟ 5 ਦੇ ਐਗਜ਼ਿਟ 208 ਅਰਲਿੰਗਟਨ ਵਾਸ਼ਿੰਗਟਨ ਸਟੇਟ ਅਤੇ ਕੈਲੀਫੋਰਨੀਆ ਵਿੱਚ ਲਾਸਟ ਹਿਲ ਟਰੈਵਲ ਸੈਂਟਰ ਰੂਟ 46 ਅਤੇ I-5 ਅਲੋਮਾ ਸਟਰੀਟ ਉੱਤੇ ਸਸਤਾ ਡੀਜ਼ਲ ਅਤੇ ਭਰੋਸੇਮੰਦ ਸਰਵਿਸ। ਔਖੇ ਸਮੇਂ ਤੇ ਆਪਣੇ ਡਰਾਈਵਰ ਭਰਾਵਾਂ ਦੇ ਨਾਲ ਮਦਦ ਲਈ ਖੜੇ ਹਾਂ। ਹਰ ਵੇਲੇ ਗੁੜ ਦੀ ਬਣਾਈ ਹੋਈ ਤਾਜ਼ੀ ਚਾਹ ਦਾ ਲੰਗਰ। ਵਧੇਰੇ ਜਾਣਕਾਰੀ ਲਈ ਬਲਵੀਰ ਸਿੰਘ ਉਸਮਾਨਪੁਰ ਨੂੰ ਕਾਲ ਕਰੋ। This program is sponsored by Prime Link Express, Gurmeet Malli, Union Truck Stop, Bakersfield, Sukhi Kuman। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਅਸੀਂ ਅੱਜ ਗੱਲ ਕਰ ਰਹੇ ਹਾਂ ਆਪਰੇਸ਼ਨ ਬਲੂ ਸਟਾਰ ਦੀ ਔਰ ਉਸ ਤੋਂ ਪਹਿਲਾਂ 1919 ਚ ਜਲਿਆਂਵਾਲਾ ਬਾਗ ਦਾ ਜਿਹੜਾ ਦੀ ਘਟਨਾ ਸੀ। ਕੀ ਇਹਨਾਂ ਦੇ ਵਿੱਚ ਕੋਈ ਸਮਾਨਤਾ ਹੈ? ਜੇ ਇਹਨਾਂ 'ਚ ਸਮਾਨਤਾ ਨਹੀਂ ਤਾਂ ਕੀ ਫਰਕ ਆ ਔਰ ਕੀ ਅਸੀਂ ਇਹਨਾਂ ਦੋਵੇਂ ਘਟਨਾਵਾਂ ਤੋਂ ਕੋਈ ਸਬਕ ਸਿੱਖਿਆ ਵਾ? ਇਹਦੇ ਬਾਰੇ ਅਸੀਂ ਗੱਲਬਾਤ ਕਰ ਰਹੇ ਹਾਂ। ਇੱਕ ਕਾਲਰ ਹੋਲਡ ਕਰ ਰਹੇ ਨੇ, ਪਹਿਲਾਂ ਉਹਨਾਂ ਦੀ ਗੱਲ ਸੁਣਦੇ ਹਾਂ। ਹੈਲੋ, ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਹੈਲੋ, ਗੱਲ ਕਰਨੇ ਦਾ ਆਪਰੇਸ਼ਨ ਸਟਾਰ ਦੀ। ਭਾਈ ਸਾਹਿਬ ਤੁਸੀਂ ਔਨ 에ਅਰ ਜੇ, ਫੋਨ ਤੇ ਆ ਜਾਓ। ਸੰਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮਾਨ ਸਾਹਿਬ ਹੋ ਰਹੇ? ਜੀ 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 ਹਾਂਜੀ ਮਾਨ ਸਾਹਿਬ, ਸਵਾਗਤ ਹੈ ਸ਼ੋਅ ਦੇ ਵਿੱਚ। 1 ਮਿੰਟ ਜ਼ਰਾ ਹੋਲਡ ਕਰਿਓ, ਮੈਂ 2-3 ਫੇਸਬੁੱਕ ਤੇ ਕਮੈਂਟਸ ਦਾ ਜਵਾਬ ਦੇਣਾ ਚਾਹੁੰਦਾ। ਕਾਈਂਡਲੀ ਹੋਲਡ ਕਰਿਓ। ਬਿਲਕੁਲ ਠੀਕ ਹੈ। ਸੁੱਖਾ ਪੰਡੋਰੀ ਕਹਿ ਰਹੇ ਨੇ ਕਿ ਕਲੈਸ਼ਨੀਕੋਵ AK-47 ਜਿਹਨੂੰ ਕਹੀਦਾ ਵਾ, ਇਹ ਕਿੰਨੀਆਂ ਅੰਦਰੋਂ ਮਿਲੀਆਂ? ਸੁੱਖਾ ਪੰਡੋਰੀ ਜੀ, AK-47 ਕਲੈਸ਼ਨੀਕੋਵ ਦਾ ਵੇਲਾ ਜਿਹੜਾ ਵਾ ਉਹ ਬਾਅਦ ਦੇ ਵਿੱਚ ਆਇਆ। ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਬਹੁਤ ਵੱਡੀ ਤਾਦਾਦ ਦੇ ਵਿੱਚ AK-47 ਜਿਹੜੀਆਂ ਵਾ ਉਹ ਮੂਵਮੈਂਟ ਦੇ ਵਿੱਚ ਜਾਂ ਪੰਜਾਬ ਦੇ ਖੜਕੂਵਾ ਦੇ ਵਿੱਚ ਆਈਆਂ। ਬਹੁਤ ਸਾਰੀਆਂ ਪਾਕਿਸਤਾਨ ਤੋਂ, ਕੋਈ ਚਾਈਨੀਜ਼ ਮੇਕ ਸੀ ਉਹਨਾਂ ਦੀ, ਉਹ ਆਈਆਂ। ਆਪਰੇਸ਼ਨ ਬਲੂ ਸਟਾਰ ਤੱਕ ਬਹੁਤ ਘੱਟ ਕੁਝ AK-47 ਜ਼ਰੂਰ ਮਿਲੀਆਂ ਵਾ ਆਪਰੇਸ਼ਨ ਵੇਲੇ, ਲੇਕਿਨ ਬਹੁਤ ਘੱਟ ਸੀ। ਉਸ ਤੋਂ ਪਹਿਲਾਂ ਜ਼ਿਆਦਾ ਕਾਰਬਾਈਨ, ਅਸੌਲਟ,
ਕੁਝ ਰਾਕਟ ਲਾਂਚਰ ਵੀ ਅੰਦਰੋਂ ਮਿਲੇ ਸਨ, ਕੁਝ ਮਸ਼ੀਨ ਗਨ ਵੀ ਮਿਲੀਆਂ ਸਨ, ਪਰ AK-47 ਦਾ ਜ਼ਮਾਨਾ ਬੇਸਿਕਲੀ ਬਾਅਦ ਦੇ ਵਿੱਚ ਆਇਆ। ਮੈਂ ਐਗਜ਼ੈਕਟ ਫਿਗਰ ਤੇ ਤੁਹਾਨੂੰ ਮੈਂ ਨਹੀਂ ਦੇ ਸਕਦਾ ਕਿਉਂਕਿ ਮੈਂ ਡਾਕੂਮੈਂਟਰੀ ਬਣਾਈ ਨੂੰ ਵੀ ਕਾਫੀ ਦੇਰ ਹੋ ਗਈ ਆ, ਲੇਕਿਨ ਮੈਂ ਫਿਰ ਦੱਸਣਾ ਚਾਹੁੰਦਾ ਕਿ AK-47 ਦਾ ਟਾਈਮ ਜਿਹੜਾ ਵਾ ਉਹ ਬਲੂ ਸਟਾਰ ਤੋਂ ਬਾਅਦ ਵਾਲਾ ਟਾਈਮ ਸੀ। ਮੀਨਵਾਈਲ ਮਿੱਕਾ ਪੂਨੀ ਕਹਿ ਰਹੇ ਨੇ ਕਿ ਅੰਦਰ ਬੱਚੇ ਔਰ ਔਰਤਾਂ ਕਿਵੇਂ ਫੜੀਆਂ ਗਈਆਂ, ਕਿ ਉਹਨਾਂ ਦਾ ਨੁਕਸਾਨ ਕਰਨ ਦਾ ਮਕਸਦ ਸੀ, ਪਤਾ ਨਹੀਂ ਮਕਸਦ ਕੀ ਸੀ, ਲੇਕਿਨ ਇਹ ਸਹੀ ਆ ਕਿ ਲੋਕਾਂ ਨੂੰ ਅੰਦਰ ਤੇ ਜਾਣ ਦਿੱਤਾ ਗਿਆ ਲੇਕਿਨ ਬਾਹਰ ਨਹੀਂ ਆਉਣ ਦਿੱਤਾ ਗਿਆ। ਇਹ ਪਤਾ ਨਹੀਂ ਕੀ ਸਟ੍ਰੈਟਜੀ ਸੀ ਉਸ ਵੇਲੇ ਦੀ ਸਰਕਾਰ ਦੀ। ਮੀਨਵਾਈਲ ਹਰਭਜਨ ਸਿੰਘ ਵੀ ਫੇਸਬੁੱਕ ਤੇ ਜੁੜੇ ਨੇ। ਰਿਤੇਸ਼ ਸ਼ਰਮਾ ਪੁੱਛ ਰਹੇ ਨੇ ਕਿ ਕੁਲਦੀਪ ਨਾਇਰ ਜਿਹੜੇ ਮਸ਼ਹੂਰ ਜਰਨਲਿਸਟ ਸਨ, ਉਹਨਾਂ ਨੇ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਤੁਲਨਾ ਗੁਰਮੀਤ ਰਾਮ ਰਹੀਮ ਨਾਲ ਕੀਤੀ। ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ, ਮੇਰਾ ਨਹੀਂ ਖਿਆਲ ਕੋਈ ਇਸ ਤਰ੍ਹਾਂ ਦੀ ਤੁਲਨਾ ਕੀਤੀ ਹੋਊ, ਕਿਉਂਕਿ ਪਹਿਲੀ ਗੱਲ ਤੇ ਕੁਲਦੀਪ ਨਾਇਰ ਦੀ ਮੌਤ ਨੂੰ ਕੁਝ ਟਾਈਮ ਹੋ ਗਿਆ ਵਾ, ਔਰ ਰਾਮ ਰਹੀਮ ਤੇ ਪਿਛਲੇ ਕਰੀਬ 5-7-10 ਸਾਲਾਂ ਦੇ ਵਿੱਚ ਹੀ ਸੁਣੇ ਆ, ਉਸ ਤੋਂ ਪਹਿਲਾਂ ਉਹਨਾਂ ਬਾਰੇ ਕੁਝ ਬਹੁਤਾ ਲੋਕਾਂ ਨੂੰ ਪਤਾ ਨਹੀਂ ਸੀ। ਹੋਰ ਵੀ ਬਹੁਤ ਸਾਰੇ ਕਮੈਂਟ, ਤਦਬੀਰ ਸਿੰਘ ਸੰਧੂ ਦਾ ਕਮੈਂਟ ਆ ਕਿ 1919 ਅਤੇ 1984 ਦੀ ਸਮਾਨਤਾ ਮਨੁੱਖਤਾ ਉੱਪਰ ਗੈਰ ਮਨੁੱਖੀ ਤਸ਼ੱਦਦ ਕਰਨਾ ਅਤੇ ਬਾਹਰ ਨਿਕਲਣ ਦਾ ਰਾਹ ਨਾ ਦੇਣਾ ਹੈ। ਬਿਲਕੁਲ ਇਹ ਬਹੁਤ ਵੱਡੀ ਸਿਮਿਲੈਰਿਟੀ ਹੈ ਤਦਬੀਰ ਜੀ, ਬਹੁਤ ਧੰਨਵਾਦ, ਤੁਸੀਂ ਇਹ ਗੱਲ ਸਾਹਮਣੇ ਲਿਆਂਦੀ ਹੈ। ਦੇਖਦੇ ਹਾਂ ਹੁਣ ਮਾਨ ਸਾਹਿਬ ਕੀ ਕਹਿਣਾ ਚਾਹੁੰਦੇ। ਹਾਂਜੀ ਮਾਨ ਸਾਹਿਬ। ਸੰਧੂ ਸਾਹਿਬ, ਕੁਝ ਸਿਮਿਲੈਰਿਟੀਜ਼ ਵੀ ਹੈਗੀਆਂ ਨੇ, ਜਿਵੇਂ ਸਾਡੇ ਕਾਲਰਸ ਕਹਿ ਰਹੇ ਨੇ ਜਲਿਆਂਵਾਲੇ ਬਾਗ ਦੇ ਵਿੱਚ ਔਰ ਜਿਹੜਾ ਇਹ 7 ਜੂਨ ਦੇ ਵਿੱਚ ਹੋਇਆ ਜੀ। ਇੱਕ ਵੱਡਾ ਫਰਕ ਮੈਨੂੰ ਇਹ ਨਜ਼ਰ ਆਉਂਦਾ ਪਿਆ ਹੈਗਾ ਕਿ ਜਲਿਆਂਵਾਲੇ ਬਾਗ ਵਿੱਚ ਲੋਕ ਪ੍ਰੋਟੈਸਟ ਕਰਨ ਵਾਸਤੇ ਗਏ ਸੀ, ਇੱਥੇ ਲੋਕ ਕੋਈ ਪ੍ਰੋਟੈਸਟ ਕਰਨ ਵਾਸਤੇ ਨਹੀਂ ਸੀ ਆਏ ਹੋਏ, ਉਹ ਤਾਂ ਆਪਣੇ ਗੁਰੂ ਅਰਜਨ ਸਾਹਿਬ ਦਾ ਦਿਨ ਮਨਾਉਣ ਵਾਸਤੇ ਆਏ ਹੋਏ ਸਨ। ਸੋ ਉਹਨਾਂ ਨੂੰ ਮਤਲਬ ਇਸ ਸੰਤਾਪ ਵਿੱਚ ਸ਼ਾਮਲ ਕਰਨਾ, ਮੇਰਾ ਖਿਆਲ ਇਹ ਜਿੱਥੇ ਹੋਰ ਉਹਨਾਂ ਦੀਆਂ ਜ਼ਿਆਦਤੀਆਂ ਨੇ ਉਹਨਾਂ ਦੇ ਵਿੱਚੋਂ ਇੱਕ ਭਾਰੀ ਜ਼ਿਆਦਤੀ ਹੈ ਕਿ ਕੋਈ ਆਪਣੀ ਥਾਂ ਦੇ ਉੱਪਰ ਕੋਈ ਵਰਸ਼ਿਪ ਕਰਨ ਵਾਸਤੇ ਆਇਆ ਹੋਇਆ ਹੈ ਤੇ ਤੁਸੀਂ ਉਸ ਟਾਈਮ ਨੂੰ ਚੁਣ ਕੇ ਤੁਸੀਂ ਇਸ ਕਿਸਮ ਦਾ ਹਮਲਾ ਕਰਦੇ ਹੋ। ਠੀਕ ਹੈ ਕਿ ਜਿਵੇਂ ਹੁਣ ਤੱਕ ਰਿਪੋਰਟਸ ਆਈਆਂ ਹੈਗੀਆਂ ਨੇ, ਹਮਲਾ ਜਿਹੜਾ ਹੈਗਾ ਬੜੀ ਦੇਰ ਤੋਂ ਪਲਾਨ ਹੋਇਆ ਲੱਗਦਾ ਹੈ ਔਰ ਬੜੀ ਉਹ ਲੱਭ ਰਹੇ ਸਨ ਕਾਰਨ ਵੀ, ਔਰ ਇਹਦੇ ਵਿੱਚ ਇਹ ਵੀ ਦਰੁਸਤ ਹੈ ਕਿ ਇਹ ਲੋਕ ਸਾਡੇ ਜਿਵੇਂ ਖਾਸ ਕਰਕੇ ਅਕਾਲੀ ਪਾਰਟੀ ਇਹ ਇਸ ਗੱਲ ਦਾ ਫਾਇਦਾ ਤਾਂ ਜ਼ਰੂਰ ਉਠਾਉਂਦੇ ਨੇ ਹਮੇਸ਼ਾ ਹੀ ਜੀ। ਉਹਨਾਂ ਨੇ ਸਾਡੇ ਦਰਬਾਰ ਸਾਹਿਬ ਦੇ ਉੱਪਰ ਹਮਲਾ ਕੀਤਾ, ਪਰ ਉਹ ਆਪਣਾ ਰੋਲ ਜਿਹੜਾ ਹੈ ਉਹਨੂੰ ਲੁਕਾਉਂਦੇ ਵੀ ਬਹੁਤ ਨੇ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਹਮਲਾ ਨਹੀਂ ਸੀ ਹੋਣਾ ਜੇ ਕਿਤੇ ਅਕਾਲੀ ਪਾਰਟੀ ਇਸ ਤਰ੍ਹਾਂ ਨਾ ਕਰਦੀ, ਜਾਂ ਜਿਵੇਂ ਇੱਕ ਵਿਰੋਧੀ ਪਾਰਟੀ ਜਨਸੰਘ ਦੇ ਨੇਤਾ ਨੇ ਆਖਿਆ ਵੀ ਅਸੀਂ ਆਖਿਆ ਇੰਦਰਾ ਨੂੰ, ਤਾਂ ਉਹਨੇ ਸਭ ਕੁਝ ਕੀਤਾ। ਇਹ ਸਾਰਾ ਕੁਝ ਲੱਗਦਾ ਹੈ ਕਿ ਇਹ ਕਰਵਾਉਣ ਵਾਲਿਆਂ ਦੀ ਜਿਹੜੀ ਗੱਲ ਸੀਗੀ ਇਹਦੇ ਵਿੱਚ ਉਹ ਤੁਲੇ ਹੋਏ, ਸਾਨੂੰ ਲੱਗਦਾ ਸੀ ਕਿ ਹਾਲਾਤ ਉਹਨਾਂ ਦੇ ਹੱਕ ਵਿੱਚ ਨਹੀਂ ਹੈਗੇ ਔਰ ਇਹ ਕੁਝ ਹੋਏਗਾ ਤਾਂ ਵੀ ਹੈ। ਔਰ ਮੇਰਾ ਖਿਆਲ ਉਸ ਐਸਟੀਮੇਟ ਦੇ ਵਿੱਚ ਉਹ ਬਿਲਕੁਲ ਠੀਕ ਨਿਕਲੇ। ਇਸ ਗੱਲ ਤੋਂ ਬਾਅਦ ਦੁਬਾਰਾ ਫੇਰ ਕਿੰਨੀ ਦੇਰ ਤੱਕ ਉਹ ਆਪਣੀਆਂ ਰਾਜ ਸਿੰਘਾਸਣ ਦੇ ਉੱਪਰ ਆਪ ਕੇ ਬੈਠੇ ਨੇ ਤੇ ਹਾਲੇ ਤੱਕ ਹੋਰ ਬਹਿਣਾ ਚਾਹੁੰਦੇ ਨੇ। ਹਾਲਾਂਕਿ ਉਹਨਾਂ ਦਾ ਅਕਾਲੀ ਪਾਰਟੀ ਜਿਹੜੀ ਰੀਅਲ 1920 ਵਾਲੀ ਅਕਾਲੀ ਪਾਰਟੀ ਹੈ, ਅੱਜ ਦੀ ਅਕਾਲੀ ਪਾਰਟੀ ਉਹਦੇ ਨਾਲ ਕੁਝ ਵੀ ਮਿਲਦਾ ਜੁਲਦਾ ਨਹੀਂ। ਰਾਈਟ, ਬਿਲਕੁਲ ਠੀਕ ਹੈ ਜੀ, ਬਿਲਕੁਲ ਠੀਕ ਹੈ। ਮਾਨ ਸਾਹਿਬ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਇਸ ਸ਼ੋਅ ਦੇ ਵਿੱਚ ਜੁੜੇ ਔਰ ਬੜੀ ਇੰਪੋਰਟੈਂਟ ਜਾਣਕਾਰੀ ਔਰ ਬੜੀ ਇੰਪੋਰਟੈਂਟ ਟਿੱਪਣੀ ਤੁਸੀਂ ਦਿੱਤੀ। ਇੱਕ ਹੋਰ ਕਾਲਰ ਹੋਲਡ ਕਰ ਰਿਹਾ, ਦੇਖਦੇ ਕੀ ਕਹਿੰਦੇ। ਹੈਲੋ ਸਤਿ ਸ਼੍ਰੀ ਅਕਾਲ ਜੀ ਸੰਧੂ ਸਾਹਿਬ, ਮਨਿੰਦਰ ਸਿੱਧੂ ਬੋਲਦਾ। ਹਾਂਜੀ ਮਨਿੰਦਰ ਜੀ। ਹਾਂਜੀ ਸੰਧੂ ਸਾਹਿਬ, ਇਹ ਟਾਲਿਆ ਜਾ ਸਕਦਾ ਸੀ ਆਪਰੇਸ਼ਨ ਬਲੂ ਸਟਾਰ ਨੂੰ, ਰਾਈਟ, ਕਿਉਂਕਿ ਕੋਈ ਐਡੀ ਵੱਡੀ ਗੱਲ ਨਹੀਂ ਸੀਗੀ, ਉੱਥੇ ਥੋੜੇ ਜਿਹੇ ਬੰਦੇ ਸੀਗੇ, ਸੈਂਪਲ ਜਿਹੇ ਉਹਨਾਂ ਕੋਲ ਹਥਿਆਰ ਸੀ। ਉਦੋਂ ਬਾਅਦ ਦੇਖੋ ਇਹ ਕਹਿੰਦੇ ਖਾਲਿਸਤਾਨ ਦਾ ਐਲਾਨ ਹੋ ਜਾਣਾ ਸੀ, ਖਾਲਿਸਤਾਨ ਦਾ ਐਲਾਨ ਤਾਂ ਫਿਰ ਵੀ ਹੋ ਗਿਆ ਸੀ ਉਦੋਂ ਬਾਅਦ 29 ਅਪ੍ਰੈਲ 1986 ਨੂੰ। ਉਦੋਂ ਬਾਅਦ ਦੇਖੋ ਕਿੰਨਾ ਨੁਕਸਾਨ ਹੋਇਆ, ਦਿੱਲੀ 'ਚ ਇੰਦਰਾ ਗਾਂਧੀ ਵੀ ਮਰੀ, ਪੰਜਾਬ 'ਚ ਕੀ ਕੁਛ ਹੋਇਆ ਹੈ ਨਾ। ਜੇ ਇਹਨੂੰ ਕਿਸੇ ਤਰੀਕੇ ਨਾਲ ਟਾਲਿਆ ਜਾਂਦਾ ਤਾਂ ਹੋ ਸਕਦਾ ਇੰਨਾ ਨੁਕਸਾਨ ਨਾ ਹੋਣਾ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਇਸ ਤੋਂ ਬਾਅਦ ਇਹਨੂੰ ਕੀਤਾ ਤੇ ਇਸ ਕਰਕੇ ਗਿਆ, ਆਪਰੇਸ਼ਨ ਬਲੂ ਸਟਾਰ ਨੂੰ ਕੀਤਾ ਗਿਆ ਕਿ ਅਮਨ ਕਾਨੂੰਨ ਦੀ ਵਿਵਸਥਾ ਕੰਟਰੋਲ ਥੱਲੇ ਆ ਜਾਏ, ਲੇਕਿਨ ਉਸ ਤੋਂ ਬਾਅਦ ਜੋ ਹੋਇਆ ਸਗੋਂ ਅਮਨ ਕਾਨੂੰਨ ਦੀ ਵਿਵਸਥਾ ਜਿਹੜੀ ਹੈ ਕੰਟਰੋਲ ਤੋਂ ਬਾਹਰ ਹੋ ਗਈ ਔਰ ਆਲਮੋਸਟ ਇੱਕ ਦਹਾਕੇ, ਇੱਕ 10 ਸਾਲ 15 ਸਾਲ ਇੱਥੇ ਕਹਿਰ ਪੰਜਾਬ ਦੇ ਵਿੱਚ ਮਚਦਾ ਰਿਹਾ। ਬਹੁਤ ਬਹੁਤ ਧੰਨਵਾਦ ਮਨਿੰਦਰ ਜੀ। ਗੁਰਸ਼ਰਨ ਸਿੰਘ
कह रहे हैं ਤੁਹਾਡੀ ਡਾਕੂਮੈਂਟਰੀ ਜਿਹੜੀ ਹੈ ਐਪਰੀਸ਼ੀਏਬਲ ਹੈ, ਬਹੁਤ ਧੰਨਵਾਦ ਜੀ। ਰਿਤੇਸ਼ ਸ਼ਰਮਾ ਕਹਿ ਰਹੇ ਨੇ ਕਿ ਕੁਲਦੀਪ ਨਾਇਰ ਨੇ ਜਦੋਂ ਇਹ ਲਿਖਿਆ ਸੀ ਰਾਮ ਰਹੀਮ ਬਾਰੇ ਔਰ ਸੰਤ ਭਿੰਡਰਾਂਵਾਲੇ ਬਾਰੇ, ਉਸ ਤੋਂ ਬਾਅਦ ਉਹਨਾਂ ਤੋਂ ਸ਼੍ਰੋਮਣੀ ਪੱਤਰਕਾਰ ਅਵਾਰਡ ਵਾਪਸ ਲੈ ਲਿਆ ਗਿਆ। ਹੋ ਸਕਦਾ ਤੁਹਾਡੀ ਜਾਣਕਾਰੀ ਸਹੀ ਹੋਵੇ ਰਿਤੇਸ਼ ਜੀ, ਮੈਨੂੰ ਇਹਦੇ ਬਾਰੇ ਇਸ ਵੇਲੇ ਜਾਣਕਾਰੀ ਨਹੀਂ। ਮੀਕਾ ਪੂਨੀ ਤੇ RS ਸੰਧੂ ਵੀ ਇਸ ਵੇਲੇ ਸਾਡੇ ਨਾਲ ਜੁੜੇ ਹੋਏ ਨੇ, ਉਹਨਾਂ ਦੇ ਵੀ ਤਾਜ਼ੇ ਕਮੈਂਟ ਤੁਸੀਂ ਫੇਸਬੁੱਕ ਦੇ ਉੱਪਰ ਦੇ ਸਕਦੇ ਜੇ। ਰਵਿੰਦਰ ਸਿੰਘ ਸੋਢੀ ਪੁੱਛ ਰਹੇ ਨੇ ਵੀ ਕੀ ਇਹ ਸਹੀ ਆ ਕਿ ਦਰਬਾਰ ਸਾਹਿਬ ਦਾ ਇੱਕ ਮਾਡਲ ਬਣਾ ਕੇ ਉੱਤੇ ਫੌਜ ਨੇ ਰਿਹਰਸਲ ਕੀਤਾ। ਰਵਿੰਦਰ ਸਿੰਘ ਸੋਢੀ ਜੀ, ਇਹਦੇ ਬਾਰੇ ਜਾਣਕਾਰੀ, ਕੁਝ ਜਾਣਕਾਰੀ ਹੈ। ਇਹ ਮਾਡਲ ਫੌਜ ਨੇ ਨਹੀਂ ਸੀ ਬਣਾਇਆ, ਇੱਕ ਗਵਰਨਮੈਂਟ ਦੀ ਇੱਕ ਟੁਕੜੀ ਆ ਜਿਹਨੂੰ ਸਪੈਸ਼ਲ ਫਰੰਟੀਅਰ ਫੋਰਸ ਵੀ ਕਹਿੰਦੇ ਆ। ਫੌਜ ਦੇ ਨਾਲ ਨਾਲ ਇੱਕ ਸਪੈਸ਼ਲ ਫਰੰਟੀਅਰ ਫੋਰਸ ਦੀ ਵੀ ਟੁਕੜੀ ਵੀ ਸ਼ਾਮਲ ਸੀ ਆਪਰੇਸ਼ਨ ਬਲੂ ਸਟਾਰ ਦੇ ਵਿੱਚ। ਇਹ ਸੁਣਿਆ ਜਾਂਦਾ ਵਾ ਕਿ SSF ਨੇ, ਸਪੈਸ਼ਲ ਫਰੰਟੀਅਰ ਫੋਰਸ ਨੇ ਦੇਹਰਾਦੂਨ ਦੇ ਲਾਗੇ ਸਰਸਾਵਾ ਦੇ ਵਿੱਚ, ਜਿੱਥੇ ਏਵੀਏਸ਼ਨ ਰਿਸਰਚ ਸੈਂਟਰ ਹੁੰਦਾ ਸੀ, ਹੁਣ ਪਤਾ ਨਹੀਂ ਹੈ ਕਿ ਨਹੀਂ ਹੈ, ਉੱਥੇ ਸ਼ਾਇਦ ਇੱਕ ਮਾਡਲ ਬਣਾ ਕੇ ਕੋਈ ਰਿਹਰਸਲ ਜ਼ਰੂਰ ਕੀਤਾ ਸੀ, ਲੇਕਿਨ ਇਹਦੀ ਪੁਖਤਾ ਜਾਣਕਾਰੀ ਨਹੀਂ। ਮੈਂ ਇਹਦੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਵੀ, ਲੇਕਿਨ ਮੈਨੂੰ ਕੋਈ ਇਹੋ ਜਿਹਾ ਅਫਸਰ ਮਿਲਿਆ ਨਹੀਂ ਜਿਹਨੇ ਇਹ ਕਿਹਾ ਹੋਵੇ ਕਿ, ਮੈਂ ਵੈਸੇ ਬਹੁਤ ਸਾਰੇ ਅਫਸਰਾਂ ਨਾਲ ਗੱਲ ਕੀਤੀ, ਫੌਜੀ ਅਫਸਰਾਂ ਨਾਲ, ਜਿਨ੍ਹਾਂ ਮੈਨੂੰ ਦੱਸਿਆ ਵੀ ਅਸੀਂ ਵਾਕਈ ਇਸ ਤਰ੍ਹਾਂ ਮਾਡਲ ਬਣਾ ਕੇ ਇਹਦੀ ਤਿਆਰੀ ਕੀਤੀ ਸੀ। ਹਾਂ, ਇਹ ਜ਼ਰੂਰ ਪਤਾ ਲੱਗਾ ਵਾ ਕਿ ਅੰਮ੍ਰਿਤਸਰ ਦੀ ਕੰਟੋਨਮੈਂਟ ਦੇ ਵਿੱਚ ਜਿਸ ਵੇਲੇ ਆਪਰੇਸ਼ਨ ਦੀ ਤਿਆਰੀ ਚੱਲ ਰਹੀ ਸੀ, ਉਸ ਵੇਲੇ ਉੱਥੇ ਇੱਕ ਬੜੀ ਵੱਡੀ ਫੋਟੋ ਜ਼ਰੂਰ ਦਰਬਾਰ ਸਾਹਿਬ ਦੀ ਔਰ ਉਸ ਏਰੀਏ ਦੀ ਲਾਈ ਗਈ ਸੀ, ਜਿਹਦੇ ਤੇ ਦੱਸਿਆ ਜਾਂਦਾ ਸੀ ਵੀ ਇਹ ਕਾਰਵਾਈ ਕਿਵੇਂ ਕੀਤੀ ਜਾਊਗੀ, ਜਿਹੜਾ ਆਪਰੇਸ਼ਨਲ ਪਲਾਨ ਹੈ ਉਹਨੂੰ ਅੰਜਾਮ ਕਿਵੇਂ ਦਿੱਤਾ ਜਾਊਗਾ। ਉਹ ਜਾਣਕਾਰੀ ਜ਼ਰੂਰ ਹੈ ਔਰ ਮੈਂ ਉਹਦਾ ਜ਼ਿਕਰ ਜਿਹੜਾ ਵਾ ਉਹ ਆਪਣੀ ਡਾਕੂਮੈਂਟਰੀ ਦੇ ਵਿੱਚ ਵੀ ਕੀਤਾ ਵਾ। ਮਨੀ ਢਿੰਗਰਾ, ਦਲਵੀਰ ਸਿੰਘ, ਰਾਣਾ ਪਰਮਜੋਤ ਔਰ RS ਸੰਧੂ ਵੀ ਇਸ ਵੇਲੇ ਸਾਡੇ ਨਾਲ ਜੁੜੇ ਹੋਏ ਨੇ। ਫਿਰ ਸੁਖਾ ਪੰਡੋਰੀ ਕਲੈਸ਼ਨਿਕੋਵ ਦੀ ਗੱਲ ਕਰ ਰਹੇ ਆ ਕਿ ਤੁਹਾਡੀ ਡਾਕੂਮੈਂਟਰੀ ਦੇ ਵਿੱਚ, ਮੈਨੂੰ ਹੁਣ ਐਗਜ਼ੈਕਟਲੀ ਯਾਦ ਨਹੀਂ ਵੀ ਕਿੰਨੀਆਂ ਕਲੈਸ਼ਨਿਕੋਵ ਅੰਦਰੋਂ ਮਿਲੀਆਂ ਵਾ, ਪਰ ਜਿਹੜੀ ਫਿਗਰ ਦੱਸੀਆਂ ਸੀਗੀਆਂ ਵੀ ਅੰਦਰੋਂ ਕਿਹੜੇ ਕਿਹੜੇ ਹਥਿਆਰ ਮਿਲੇ ਆ, ਮੈਨੂੰ ਉਹਦੀ ਐਗਜ਼ੈਕਟਲੀ ਪਤਾ ਨਹੀਂ। ਸ਼ਾਇਦ ਕੁਝ AK-47 ਵੀ ਸਨ ਉਹਦੇ ਵਿੱਚ। ਮੈਂ ਅਗਲੇ ਸ਼ੋਅ ਦੇ ਵਿੱਚ ਤੁਹਾਨੂੰ ਐਗਜ਼ੈਕਟ ਜਾਣਕਾਰੀ ਜਿਹੜੀ ਆ ਇਹ ਦੱਸ ਸਕੂੰਗਾ। ਮਨਜੀਤ ਸੰਦਰ ਵੀ ਸਾਡੇ ਨਾਲ ਫੇਸਬੁੱਕ ਤੇ ਇਸ ਵੇਲੇ ਜੁੜ ਗਏ ਨੇ। ਮਿੱਕਾ ਪੁੰਨੀ ਦਾ ਔਰ ਜਗਮੀਤ ਸੰਧੂ ਹੋਣਾ ਦਾ ਵੀ ਇੱਕ ਤਾਜ਼ਾ ਕਮੈਂਟ ਜਿਹੜਾ ਵਾ, ਔਰ RS ਸੰਧੂ ਹੋਣਾ ਦਾ ਵੀ ਤਾਜ਼ਾ ਕਮੈਂਟ ਜਿਹੜਾ ਫੇਸਬੁੱਕ ਦੇ ਉੱਪਰ ਆਇਆ। ਆਪਾਂ ਅੱਜ ਗੱਲ ਕਰ ਰਹੇ ਹਾਂ ਆਪਰੇਸ਼ਨ ਬਲੂ ਸਟਾਰ ਜੋ 1984 'ਚ ਹੋਇਆ, ਔਰ ਜਲਿਆਂਵਾਲਾ ਬਾਗ ਦੀ ਘਟਨਾ ਜੋ 1919 ਦੇ ਵਿੱਚ ਹੋਈ। ਇਹਨਾਂ ਦੋਵਾਂ ਦੇ ਵਿੱਚ ਕੀ ਸਮਾਨਤਾ ਵਾ, ਕੀ ਫਰਕ ਆ? ਵੱਡਾ ਫਰਕ ਤੇ ਇਹ ਵਾ ਕਿ 1984 ਤੋਂ ਬਾਅਦ ਸਮੇਂ ਦੀ ਸਰਕਾਰ ਨੇ ਉਹਦੇ ਵਾਸਤੇ ਕੋਈ ਮਾਫੀ ਨਹੀਂ ਮੰਗੀ, ਲੇਕਿਨ ਜਲਿਆਂਵਾਲਾ ਬਾਗ ਤੋਂ ਬਾਅਦ ਜਿਹੜੀ ਬ੍ਰਿਟਿਸ਼ ਸਰਕਾਰ ਸੀ, ਬਾਅਦ ਦੀਆਂ ਬ੍ਰਿਟਿਸ਼ ਸਰਕਾਰਾਂ ਜਿਹੜੀਆਂ ਆਈਆਂ, ਉਹਨਾਂ ਨੇ ਇਹਦੇ ਵਾਸਤੇ ਮਾਫੀ ਜਿਹੜੀ ਆ ਉਹ ਮੰਗੀ। ਮਾਫੀ ਅਪੋਲੋਜੀ ਤਾਂ ਨਹੀਂ ਕੀਤੀ, ਪਰ ਉਹਨਾਂ ਨੇ ਇਹਦੇ ਤੇ ਟਿੱਪਣੀ ਜ਼ਰੂਰ ਕੀਤੀ। ਜਿਵੇਂ ਡੇਵਿਡ ਕੈਮਰੂਨ ਦਰਬਾਰ ਸਾਹਿਬ ਆਏ 2013 ਦੇ ਵਿੱਚ, ਉਹਨਾਂ ਦੇ ਪ੍ਰਧਾਨ ਮੰਤਰੀ ਸਨ, ਉਹਨਾਂ ਨੇ ਕਿਹਾ ਕਿ ਜਲਿਆਂਵਾਲਾ ਬਾਗ ਵਾਜ਼ ਅ ਡੀਪਲੀ ਸ਼ੇਮਫੁਲ ਐਕਟ, ਸ਼ਰਮਨਾਕ ਘਟਨਾ ਸੀ। ਬਾਅਦ ਦੇ ਵਿੱਚ 2019 ਦੇ ਵਿੱਚ ਜਦੋਂ 100 ਸਾਲ ਪੂਰੇ ਹੋਏ ਜਲਿਆਂਵਾਲਾ ਬਾਗ ਨੂੰ, ਉਦੋਂ ਥੈਰੇਸਾ ਮੇ ਜਿਹੜੇ ਪ੍ਰਧਾਨ ਮੰਤਰੀ ਸਨ 2019 ਦੇ ਵਿੱਚ, ਉਹਨਾਂ ਨੇ ਕਿਹਾ ਇਟ ਇਜ਼ ਅ ਸ਼ੇਮਫੁਲ ਸਕਾਰ, ਇੱਕ ਸ਼ੇਮਫੁਲ ਸ਼ਰਮਨਾਕ ਸਕਾਰ ਆ, ਦਾਗ ਆ ਸਾਡੇ ਚਿਹਰੇ ਦੇ ਉੱਪਰ। ਅਪੋਲੋਜੀ, ਫਾਰਮਲ ਅਪੋਲੋਜੀ ਵੈਸੇ ਨਹੀਂ ਹੋਈ ਇਹ, ਲੇਕਿਨ ਅੱਜ ਵੀ ਇੰਗਲੈਂਡ ਦੇ ਵਿੱਚ ਇਹਦੀ ਇਨਕੁਆਇਰੀ ਦੀ ਮੰਗ ਅੱਜ ਵੀ ਚੱਲ ਰਹੀ ਆ ਵੀ ਕੀ ਬ੍ਰਿਟਿਸ਼ ਸਰਕਾਰ ਦੀ 1984 ਦੀ ਘਟਨਾ ਦੇ ਵਿੱਚ ਕੋਈ ਭੂਮਿਕਾ ਸੀ। ਹੁਣ ਤੱਕ ਜਿਹੜੀਆਂ ਇਨਕੁਆਇਰੀਜ਼ ਆਈਆਂ, ਉਹਨਾਂ ਨੇ ਕਿਹਾ ਕਿ ਸਿਰਫ ਐਡਵਾਈਜ਼ਰੀ ਰੋਲ ਸੀ, ਇਸ ਤੋਂ ਵੱਧ ਕੋਈ ਭੂਮਿਕਾ ਨਹੀਂ। ਲੇਕਿਨ ਤਨਮਨਜੀਤ ਸਿੰਘ ਢੇਸੀ ਜਿਹੜੇ ਮੈਂਬਰ ਪਾਰਲੀਮੈਂਟ ਨੇ, ਉਹਨਾਂ ਨੇ ਪਰਸੋਂ ਵੀ ਇਹ ਮੰਗ ਜਿਹੜੀ ਆ ਇਹ ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚ ਰੱਖੀ ਕਿ ਬ੍ਰਿਟਿਸ਼ ਭੂਮਿਕਾ ਦੀ ਇਨਕੁਆਇਰੀ ਹੋਣੀ ਚਾਹੀਦੀ ਆ ਵੀ 1984 'ਚ ਉਹਨਾਂ ਨੇ ਕਿਸ ਤਰ੍ਹਾਂ ਦੀ ਮਦਦ ਭਾਰਤ ਸਰਕਾਰ ਦੀ ਆਪਰੇਸ਼ਨ ਬਲੂ ਸਟਾਰ ਕਰਨ ਵਾਸਤੇ ਕੀਤੀ। ਮੀਨਵਾਈਲ ਦਰਸ਼ਨ ਗਰੇਵਾਲ ਔਰ ਰਾਣਾ ਪਰਮਜੋਤ ਹੋਣਾ ਦਾ ਕਮੈਂਟ ਵੀ ਤਾਜ਼ਾ ਕਮੈਂਟ ਫੇਸਬੁੱਕ ਦੇ ਉੱਪਰ ਹੈ। ਦਰਸ਼ਨ ਗਰੇਵਾਲ ਕਹਿ ਰਹੇ ਨੇ ਸੁਬੇਗ ਸਿੰਘ ਜੇ ਸਖਤ ਸਟੈਂਡ ਨਾ ਲੈਂਦੇ ਕੀ ਸਿਚੁਏਸ਼ਨ ਹੋਣੀ ਸੀ। ਜਨਰਲ ਸੁਬੇਗ ਸਿੰਘ ਦੀ ਕਹਾਣੀ ਬੜੀ ਅਜੀਬੋ ਗਰੀਬ ਕਹਾਣੀ ਆ। ਉਹਨਾਂ ਨਾਲ ਧੱਕਾ ਹੋਇਆ,
ਉਹਨਾਂ ਦਾ 1971 ਦੇ ਵਿੱਚ ਜਿਹੜਾ ਬੰਗਲਾਦੇਸ਼ ਲੜਾਈ ਦੇ ਵਿੱਚ ਜਿਹੜਾ ਬਹੁਤ ਵੱਡਾ ਰੋਲ ਸੀ ਉਹਨੂੰ ਨਜ਼ਰਅੰਦਾਜ਼ ਕੀਤਾ ਗਿਆ, ਉਹਨਾਂ ਨੂੰ ਫੌਜ ਤੋਂ ਬਾਹਰ ਆਉਣਾ ਪਿਆ ਔਰ ਉਹ ਗੁੱਸੇ ਦੇ ਵਿੱਚ ਉਹਨਾਂ ਨੇ ਉਹ ਇਸ ਖਾੜਕੂ ਲਹਿਰ ਦੇ ਵਿੱਚ ਸ਼ਾਮਲ ਹੋਏ ਔਰ ਜਿਹੜੀ ਕਿਲ੍ਹਾਬੰਦੀ ਦਰਬਾਰ ਸਾਹਿਬ 'ਚ ਹੋਈ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਉਹਦੇ ਵਿੱਚ। ਵਾਕਈ ਜੇ ਉਹਨਾਂ ਦੇ ਨਾਲ ਸੰਪਰਕ ਕੀਤਾ ਜਾਂਦਾ, ਉਹਨਾਂ ਨੂੰ ਇਸ ਪਾਸੇ ਨਾ ਜਾਣ ਦਿੱਤਾ ਜਾਂਦਾ ਤੇ ਸ਼ਾਇਦ ਇਹ ਸਿਚੁਏਸ਼ਨ ਫਰਕ ਹੋਣੀ ਸੀ। ਔਰ ਮੈਂ ਫਿਰ ਇਹ ਦੱਸਣਾ ਚਾਹੁੰਦਾ ਵਾਂ, ਫਿਰ ਮੈਂ ਆਪਣੀ ਦੁਬਾਰਾ ਆਪਣੀ ਡਾਕੂਮੈਂਟਰੀ ਦੀ ਗੱਲ ਕਰਦਾ। ਜਨਰਲ ਸਿਨਹਾ ਦੇ ਪਰਸਨਲ ਦੋਸਤ ਸਨ ਜਨਰਲ ਸੁਬੇਗ ਸਿੰਘ, ਔਰ ਜੇ ਕਿਤੇ ਇਸ ਵੈਦਿਆ ਦੇ ਥਾਂ ਤੇ ਜਨਰਲ ਸਿਨਹਾ ਨੂੰ ਚੀਫ ਬਣਾਇਆ ਹੁੰਦਾ, ਜੇ ਉਹਨਾਂ ਨੂੰ ਸੁਪਰਸੀਡ ਨਾ ਕੀਤਾ ਜਾਂਦਾ ਤੇ ਸ਼ਾਇਦ ਉਹਨਾਂ ਨੇ ਜਨਰਲ ਸੁਬੇਗ ਸਿੰਘ ਦੇ ਨਾਲ ਸੰਪਰਕ ਕਰਕੇ ਇਹ ਘਟਨਾ ਨੂੰ ਹੋਣ ਤੋਂ ਰੋਕਿਆ ਵੀ ਜਾ ਸਕਦਾ ਸੀ। ਸੋ ਕਈ ਵਾਰ ਜਿਹੜੇ ਇਫਸ ਐਂਡ ਬਟਸ ਹੁੰਦੇ ਹਿਸਟਰੀ ਦੇ, ਉਹ ਸਿਚੁਏਸ਼ਨ ਨੂੰ ਖਰਾਬ ਵੀ ਕਰ ਦਿੰਦੇ ਆ ਔਰ ਕਈ ਵਾਰ ਇਫਸ ਐਂਡ ਬਟਸ ਜਿਹੜੇ ਉਹ ਸਿਚੁਏਸ਼ਨ ਨੂੰ ਸੁਧਾਰ ਵੀ ਦਿੰਦੇ ਆ। ਦਵਿੰਦਰ ਮਾਲਵਿੰਦਰ ਔਰ ਸੁਖਜੀਤ ਸਿੰਘ ਵੀ ਸਾਡੇ ਨਾਲ ਇਸ ਵੇਲੇ ਜੁੜੇ ਹੋਏ ਨੇ। ਸੁਖਜੀਤ ਸਿੰਘ ਕਹਿ ਰਹੇ ਨੇ ਫਰਕ ਬਸ ਇਹੀ ਹੈ ਕਿ ਉਦੋਂ ਅੰਗਰੇਜ਼ਾਂ ਅਧੀਨ ਸੀ ਤੇ ਆਜ਼ਾਦ ਭਾਰਤ ਦੂਜੀ ਕਾਰਵਾਈ ਜਿਹੜੀ ਆਜ਼ਾਦ ਭਾਰਤ ਦੇ ਵਿੱਚ ਸੀ, ਇਹ ਜ਼ਰੂਰ ਫਰਕ ਹੈ। ਦੇਖਦੇ ਹਾਂ ਸਾਡੇ ਅਗਲੇ ਕਾਲਰ ਕੀ ਕਹਿਣਾ ਚਾਹੁੰਦੇ ਆ। ਹੈਲੋ, ਹਾਂਜੀ ਸੰਧੂ ਸਾਹਿਬ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪ੍ਰਗਟ ਜੀ। ਸਾਰੇ ਸੰਯੋਗੀਆਂ ਨੇ, ਕਾਲਰਾਂ ਨੇ ਬਹੁਤ ਵਧੀਆ ਆਪਣੇ ਆਪਣੇ ਵਿਊ ਦੱਸੇ ਆ ਜੀ। ਹਾਂਜੀ ਹਾਂਜੀ। ਮੇਰਾ ਇੱਕ ਨਵੇਕਲਾ ਜਿਹੜਾ ਮੈਂ ਹੱਥੀਂ ਹੰਡਾਇਆ ਜੀ। ਹਾਂਜੀ। 6 ਤਰੀਕ ਦੀ ਸ਼ਾਮ ਨੂੰ ਨਾ ਸਾਡੇ ਮੋੜ ਤੇ ਸਾਡਾ ਕੋਈ 8-10 ਕਿਲੋਮੀਟਰ ਪੈ ਜਾਂਦਾ ਦਰਬਾਰ ਸਾਹਿਬ ਤੋਂ ਜੀ। ਪਿੰਡ ਤੇ 1.5 ਕਿਲੋਮੀਟਰ ਅੰਦਰ ਨੂੰ ਪੈ ਜਾਂਦਾ ਮੇਨ ਰੋਡ ਮਜੀਠਾ ਰੋਡ ਤੋਂ ਜੀ ਜੀ। ਤੋ ਨਖਾਸੂ ਜਿਹਾ ਆਉਂਦਾ ਸੀ ਇਹੋ ਜਿਹੜਾ ਹੁਣ ਇੱਧਰ ਸਾਡੇ ਸ਼ਾਮਾਂ 6:30 ਦਾ ਟਾਈਮ ਹੋਣਾ ਤੇ ਬਾਬੇ ਸ਼ਹੀਦਾਂ ਦੇ ਸਾਹਮਣੇ ਸ਼ਹੀਦ ਊਧਮ ਸਿੰਘ ਨਗਰ ਤੋਂ 3 ਮੁੰਡੇ ਚੁੱਕੇ। ਹਾਂ ਹਾਂ। ਤੇ ਉਹਨਾਂ ਨੇ ਆਪਣੇ ਕਸ਼ਹਿਰੇ ਤੇ ਗਾਤਰੇ ਤੇ ਪਟਕੇ ਬੱਧੇ ਹੋਏ ਵੀ ਜਿਸ ਤਰ੍ਹਾਂ ਆਮ ਬੰਦਾ ਬਾਹਰ ਨਿਕਲਦਾ ਵੀ ਵਾਹ ਲੈਂਦਾ ਵੀ ਕੀ ਪ੍ਰੋਗਰਾਮ ਹੈ ਬਾਹਰ ਚੱਲ ਰਿਹਾ ਜੀ। ਤੇ ਉਹਨਾਂ ਨੂੰ ਲਿਆ ਕੇ ਉੱਥੇ ਗੋਲੀਆਂ ਮਾਰ ਕੇ ਤੇ ਸੁੱਟ ਗਏ। ਓਕੇ। ਤੋ 1-2 ਬੰਦਾ ਵੇਖਿਆ, ਉਹਨਾਂ ਹਿੰਮਤ ਨਹੀਂ ਕੀਤੀ ਵੀ ਉਹਨਾਂ ਨੂੰ ਲਾਗੇ ਜਾ ਕੇ ਵੇਖਿਆ ਜਾਏ ਜਾਂ ਕੀ ਹੋਇਆ ਕੀ ਨਹੀਂ, ਬੜੀ ਸਹਿਮ ਹੋ ਗਿਆ। ਉਹ ਸਾਡੇ ਉੱਧਰ ਬੰਬੀਆਂ ਹੀ ਅਸੀਂ ਗਏ ਤੇ ਸਵੇਰੇ ਵੇਖੇ ਤੇ ਇੱਕ 22-23 ਸਾਲ ਦਾ, ਇੱਕ 20-25 ਸਾਲ ਦਾ, ਇੱਕ 27-28 ਸਾਲ ਦੇ ਗੁਰਸਿੱਖ। ਉਹ ਜਿਹੜਾ ਸਭ ਤੋਂ ਤੜ ਕੇ ਨਾ ਲਾਗੇ ਇੱਕ ਛਪੜੀ ਉੱਧਰ ਤੱਕ ਜਾਂਦੇ ਰਹੇ ਵੀ ਕਿਸ ਤਰ੍ਹਾਂ ਪਾਣੀ ਮਿਲੇ ਜਾਂ ਜਾਣ ਜਿਸ ਤਰ੍ਹਾਂ ਉਹਨਾਂ। ਪ੍ਰਗਟ ਜੀ ਕਿਹੜੇ ਸਾਲ ਦੀ ਗੱਲ ਹੈ ਇਹ? ਉਸੇ 84 6 ਜੂਨ ਸ਼ਾਮ ਦੀ। ਓਕੇ ਓਕੇ। 84 ਸਨ ਜਦੋਂ ਕਰਫਿਊ ਲੱਗੇ ਸੀ ਤੇ ਲੋਕੀ ਵਾਵਾਂ ਭਾਵਾਂ ਲੈਂਦੇ ਸੀ ਨਾ ਵੀ ਕੀ ਬਣ ਰਿਹਾ ਜੀ ਕੀ ਨਹੀਂ, ਤੇ ਆਪਣੇ ਘਰ ਦੇ ਬਾਹਰ ਜਿਸ ਤਰ੍ਹਾਂ ਵੀ ਬਿਜਲੀ ਪਾਣੀ ਦੇ ਬੰਦੇ ਵੀ ਬਾਹਰ। ਤੇ ਕੌਣ ਮਾਰ ਕੇ ਸੁੱਟ ਗਿਆ? ਇਹ ਕੌਣ ਮਾਰ ਕੇ ਸੁੱਟ ਗਿਆ ਸੀ? ਇਹ ਤੁਹਾਨੂੰ ਦੱਸਦੇ ਆ ਜੀ। ਥੋੜਾ ਜਲਦੀ ਕਰਨਾ ਪੈਣਾ ਕਿਉਂਕਿ ਹੁਣੇ ਬ੍ਰੇਕ ਜਾਣਾ। ਬਾਹਰ ਸੀਆਰਪੀ ਤੇ ਬੀਐਸਐਫ ਜਿਹੜੀ ਸਾਡੇ ਲਾਗੇ ਨਾਕ ਨਾਲ ਬੈਠੀ ਸੀਗੀ ਮਿਲਟਰੀ। ਅਸੀਂ ਮੁੜ ਕੇ ਨਾ 2 ਮਿਲਟਰੀ ਵਾਲੇ ਸੀ ਆਪਣੇ ਪਿੰਡੋਂ, ਉਹਨਾਂ ਨੂੰ ਨਾਲ ਲੈ ਕੇ ਤੇ ਅਪਰੋਚ ਕੀਤਾ ਵੀ ਤੁਸੀਂ ਬੰਦੇ ਮਾਰ ਕੇ ਸੁੱਟ ਗਏ ਤੇ ਉਹਨਾਂ ਕੀ ਕਰੀਏ। ਉਹ ਫਿਰ ਨਾਲ ਆਏ, ਨਾਲ ਉਹਨਾਂ ਕਿਹਾ ਵੀ ਘੁਮਾ ਘਮੂ ਕੇ ਵਾਇਰਲੈਸ ਵੀ ਸਾਡੇ ਏਰੀਏ ਚੋਂ ਕਿਸੇ ਨੇ ਨਹੀਂ ਇਹ ਮਾਰੇ। ਓਕੇ। ਤੇ ਉਹਨਾਂ ਦਾ ਪਤਾ ਤੇ ਨਾ ਲੱਗਾ, ਫਿਰ ਉਹਨਾਂ ਨੇ ਸਾਡੀ ਇਹ ਮਦਦ ਕੀਤੀ ਮਿਲਟਰੀ ਵਾਲਿਆਂ ਵੀ ਇਹਨਾਂ ਦਾ ਸੰਸਕਾਰ ਕਰ ਦੋ ਤੁਸੀਂ ਆਪਣੇ। ਅਸੀਂ ਮੈਂ ਟਰੈਕਟਰ ਲਿਆ, ਟਰਾਲੀ ਲਈ, ਕਿਸੇ ਨੇ। ਪ੍ਰਗਟ ਜੀ ਬਹੁਤ ਮੰਦਭਾਗੀ ਘਟਨਾ ਵਾ ਔਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਵਾਂ ਕਿ ਉਹਨਾਂ ਦਿਨਾਂ ਦੇ ਵਿੱਚ ਕੁਝ ਲੋਕੀ ਜਾਣਕਾਰੀ ਲੈਣੀ ਚਾਹੁੰਦੇ ਸੀ ਵੀ ਦਰਬਾਰ ਸਾਹਿਬ 'ਚ ਕੀ ਹੋਇਆ। ਕੁਝ ਲੋਕੀ ਗੁੱਸੇ ਦੇ ਵਿੱਚ ਇਕੱਠੇ ਹੋ ਕੇ ਦਰਬਾਰ ਸਾਹਿਬ ਆਉਣਾ ਚਾਹੁੰਦੇ ਸੀ। ਸੋ ਕਈ ਪਾਸੇ, ਤਰਨਤਾਰਨ ਵਾਲੇ ਪਾਸੇ ਵੀ, ਅਜਨਾਲੇ ਵਾਲੇ ਪਾਸੇ ਵੀ, ਕਈ ਪਾਸੇ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਈਆਂ ਕਿ ਲੋਕੀ ਇਕੱਠੇ ਹੋ ਕੇ ਦਰਬਾਰ ਸਾਹਿਬ ਆਉਣਾ ਚਾਹੁੰਦੇ ਸੀ। ਉਹਨਾਂ ਨੂੰ ਪੁਲਿਸ ਨੇ ਜਾਂ ਆਰਮੀ ਨੇ, ਕਈ ਥਾਵਾਂ 'ਤੇ ਆਰਮੀ ਗਈ, ਉੱਥੇ ਆਰਮੀ ਨੇ ਜਾ ਕੇ ਉਹਨਾਂ ਨੂੰ ਘਰੋਂ ਭੇਜਿਆ। ਕਈ 1-2 ਥਾਵਾਂ 'ਤੇ ਗੋਲੀ ਵੀ ਚੱਲੀ ਔਰ ਕੁਝ ਲੋਕੀ ਮਾਰੇ ਵੀ ਗਏ। ਮੈਨੂੰ ਯਾਦ ਆ ਮੈਂ ਅੰਮ੍ਰਿਤਸਰ ਸਿਵਲ ਹਸਪੀਟਲ ਦੇ ਵਿੱਚ ਜਦੋਂ 12 ਜਾਂ 14 ਤਰੀਕ ਨੂੰ ਜਦੋਂ ਲਿਸਟ ਵੇਖੀ ਵੀ ਕਿਹਨਾਂ ਦਾ ਪੋਸਟਮਾਰਟਮ ਹੋਇਆ ਵਾ, ਤੇ ਕੁਝ ਲੋਕੀ 10 ਤਰੀਕ ਨੂੰ ਉੱਥੇ ਲਿਆਂਦੇ ਗਏ ਸਨ ਔਰ ਉਹ ਬੰਦੇ ਸਨ 9 ਤਰੀਕ ਦੇ ਜਾਂ 10 ਤਰੀਕ ਦੇ ਜਿਹੜੇ ਪਿੰਡਾਂ ਤੋਂ, ਜਿਨ੍ਹਾਂ ਦੀਆਂ ਲਾਸ਼ਾਂ ਜਿਹੜੀਆਂ ਆਈਆਂ ਸਨ ਔਰ ਉੱਥੇ ਉਹੀ ਲਿਖਿਆ ਸੀ ਵੀ ਇਹ ਪਿੰਡਾਂ ਤੋਂ ਲਿਆਂਦੀਆਂ ਗਈਆਂ। ਸੋ ਇਹ ਉਹ ਲੋਕ ਸਨ ਜਿਨ੍ਹਾਂ ਨੇ ਉੱਥੇ ਇਤਰਾਜ਼ ਕੀਤਾ ਜੋ ਕਾਰਵਾਈ ਹੋ ਰਹੀ ਸੀ ਔਰ ਉਹਨਾਂ ਨੂੰ ਉੱਥੇ
ਪੁਲਿਸ ਦੀ ਜਾਂ ਫੌਜੀ ਕਾਰਵਾਈ ਗੋਲੀਬਾਰੀ ਦੇ ਵਿੱਚ ਉਹ ਮਾਰੇ ਗਏ। ਮੀਨਵਾਈਲ ਦਲਵੀਰ ਸਿੰਘ, ਸੁਖਜੀਤ ਸਿੰਘ, ਮਨਜੀਤ ਸੰਦਰ, ਆਰ ਐਸ ਸੰਧੂ ਹੋਣਾ ਦਾ ਵੀ ਤਾਜ਼ਾ ਕਮੈਂਟ ਹੈ, ਪਰ ਮੈਨੂੰ ਇੱਕ ਛੋਟੀ ਜਿਹੀ ਬ੍ਰੇਕ ਲੈਣੀ ਪੈਣੀ। ਮੈਂ ਜਲਦ ਬ੍ਰੇਕ ਤੋਂ ਵਾਪਸ ਆ ਕੇ ਇਹ ਕਮੈਂਟਸ ਵੀ ਸ਼ੇਅਰ ਕਰਨ ਦੀ ਕੋਸ਼ਿਸ਼ ਕਰੂੰਗਾ। This program is sponsored by PrimeLink Express, a Gurmeet Madi, Union Truck Stop, Bakersfield, Sukhi Kuman। ਇਹ ਵੀ ਇੱਕ ਰੱਬ ਦੇ ਬੰਦਿਆਂ ਦਾ ਘਰ ਹੈ, ਜਿੱਥੇ ਸਿਰਫ ਇੱਕ ਧਰਮ ਤੇ ਜਾਤ ਹੈ, ਇਨਸਾਨੀਅਤ, ਜਿੱਥੇ ਕੋਈ ਵੱਡਾ ਤੇ ਛੋਟਾ ਨਹੀਂ, ਜਿੱਥੇ ਖੁਸ਼ੀਆਂ ਇੱਕੋ ਜਿਹੀਆਂ ਵੰਡੀਆਂ ਜਾਂਦੀਆਂ ਨੇ। ਬੌਧਿਕਤਾ ਦਾ ਵਿਕਾਸ ਰੱਬ ਦੇ ਹੱਥ ਹੈ, ਪਰ ਰੱਬ ਦੇ ਜੀਆਂ ਦੀ ਸੰਭਾਲ ਤਾਂ ਬੰਦਾ ਹੀ ਕਰ ਸਕਦਾ ਹੈ। ਅਜਿਹੀ ਇੱਕ ਮਿਸਾਲ ਅਮਰੀਕਾ ਦੇ ਮੈਰੀਲੈਂਡ ਵਿਖੇ ਸੈਂਟਰ ਫॉर ਸੋਸ਼ਲ ਚੇਂਜ। ਵਿਜ਼ਿਟ ਔਰ ਕਾਲ। ਮੋਰ ਇਨਫੋਰਮੇਸ਼ਨ ਜੈਸੀ ਸਿੰਘ ਐਂਡ ਸਾਜਿਦ ਤਰਾਰ। ਨਿਊ ਜਰਸੀ ਦੇ ਕੋਲ ਰਾਊਟ 19 ਅਤੇ ਹੋਰ ਲੋਕੇਸ਼ਨ ਤੇ ਟਰੱਕ ਡਰਾਈਵਰ ਵੀਰਾਂ ਲਈ ਸਸਤਾ ਡੀਜ਼ਲ ਅਤੇ ਨਾਨ ਕੰਪੈਰੀਟਿਵਲੀ ਗੈਸ ਪ੍ਰਾਈਸ ਵਾਸਤੇ ਹਮੇਸ਼ਾ ਯਾਦ ਰੱਖੋ ਫਿਊਲ 1 ਸਾਡਾ 690 RT1 ਨਾਰਥ ਐਡੀਸਨ ਅਤੇ ਵੱਡਾ ਕਰਾਊਨ ਡੀਪੂ, ਜਿੱਥੇ ਟਰੱਕ ਸਰਵਿਸ ਅਤੇ ਟਾਇਰ ਸਰਵਿਸ ਵਾਜਿਬ ਰੇਟਾਂ ਤੇ ਕੀਤੀ ਜਾਂਦੀ ਹੈ। ਡੀਜ਼ਲ ਨਾਲ ਸਕੇਲ ਸੁਵਿਧਾ ਵੀ ਹੈ ਉਪਲਬਧ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 732 572 4411। 2201 ਸਾਊਥ ਯੂਨੀਅਨ ਵਿਲੇਜ, ਬੇਕਰਸਫੀਲਡ, ਕੈਲੀਫੋਰਨੀਆ ਵਿਖੇ ਪੰਜਾਬੀ ਭਰਾਵਾਂ ਦਾ ਮਨਪਾਉਂਦਾ ਫਿਊਲ ਨੰਬਰ 1 ਸਟਾਪ ਅਤੇ ਯੂਨੀਅਨ ਵਿਲੇਜ ਵੈਰਾਈਟੀ ਅਤੇ ਤਾਜ਼ੇ ਖਾਣੇ ਦਾ ਭੰਡਾਰ, ਜਿੱਥੇ ਟਰੱਕਾਂ ਵਾਲੇ ਵੀਰਾਂ ਨੂੰ ਸਸਤੇ ਰੇਟਾਂ ਤੇ ਡੀਜ਼ਲ ਅਤੇ ਖਾਣ ਪੀਣ ਦੀ ਹਰ ਤਰ੍ਹਾਂ ਦੀ ਸਹੂਲਤ, ਜਿੱਥੇ ਇੰਡੀਅਨ, ਸਪੈਨਿਸ਼ ਤੇ ਵੱਖ-ਵੱਖ ਕਿਸਮਾਂ ਦੇ ਤਾਜ਼ੇ ਫੂਡਸ ਦੀ ਸੁਵਿਧਾ। ਇੱਕ ਵਾਰ ਬ੍ਰੇਕਾਂ ਮਾਰੋ, ਫੇਰ ਬ੍ਰੇਕਾਂ ਆਪਣੇ ਆਪ ਹੀ ਲੱਗਦੀਆਂ ਰਹਿਣਗੀਆਂ। ਸਾਨੂੰ ਅਜ਼ਮਾਓ। ਵਧੇਰੇ ਜਾਣਕਾਰੀ ਲਈ ਸੁਖੀ ਘੁੰਮਣ ਤੇ ਜੇ ਘੁੰਮਣ ਨੂੰ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰੋ 661 304 7500 661 885 8858। हक अपना जालिमों से वडेरों से छीन लो, उठो हसीन सुबह अंधेरों से छीन लो। नाज़रीन, दुनिया की 8 अरब आबादी किसी न किसी मजहबी अकीदा, फिरका या ग्रुप से ताल्लुक रखती है, जो उसका बुनियादी हक है। दुनिया के पेशतर ममालिक में आज मजहबी इंतहा पसंदी, दहशत गर्दी, जनूनियत और फरूनियत की वजह से ऐसे वाक़यात पेश आ रहे हैं जिसमें मजहबी इबादत गाहों पर हमले, मजहबी किताबों की बेहुरमती और इंसानों का कत्ले आम किया जा रहा है। नाज़रीन, बैनुल-अक़वामी मुआहिदा इंटरनेशनल कवेनेंट फॉर सिविल एंड पॉलिटिकल राइट्स, जिसको 172 ममालिक ने रेक्टिफाई किया है कि आर्टिकल 18 के तहत कोई रियासत, कोई हुकूमत, कोई गिरोह मजहब की बुनियाद पर आपसे इम्तियाजी सलूक नहीं रख सकता। आपकी मजहबी आज़ादी के लिए, रवादारी और अमन के फ़रोग के लिए हम बनेंगे आपकी आवाज़, हम दिखाएंगे आपके हालात, हम सुनेंगे आपके ख्यालात, सराहेंगे आपके इक़दामात। जल्द लेकर आ रहे हैं आपके लिए अहम प्रोग्राम मजहबी आज़ादी सब के लिए, परवेज रफ़ीक के साथ, सिर्फ और सिर्फ बास टीवी पर। देखते रहिए। ਜੇਕਰ ਤੁਸੀਂ ਆਪਣੇ ਸੁਪਨਿਆਂ ਦੇ ਘਰ ਦੀ ਤਲਾਸ਼ ਵਿੱਚੋਂ ਤਾਂ ਹੁਣ ਤੁਹਾਨੂੰ ਘਬਰਾਉਣ ਦੀ ਬਿਲਕੁਲ ਲੋੜ ਨਹੀਂ। ਅਸੀਂ ਤੁਹਾਨੂੰ ਨਿਊਯਾਰਕ ਵਿੱਚ ਵਾਜਿਬ ਰੇਟ ਤੇ ਸਾਫ਼ ਸੁਥਰਾ ਘਰ ਬਣਾ ਕੇ ਅਤੇ ਰੈਨੋਵੇਟ ਕਰਕੇ ਦੇਵਾਂਗੇ। ਜੀ ਹਾਂ, ਸਾਡੇ ਕੋਲ ਨਿਊਯਾਰਕ ਵਿੱਚ ਕਈ ਘਰ ਬਿਲਕੁਲ ਤਿਆਰ ਪਏ ਨੇ। ਫਿਰ ਦੇਰ ਕਿਸ ਗੱਲ ਦੀ? ਕਾਲ ਕਰਨ ਲਈ ਡਾਇਲ ਕਰੋ 9172250888 ਤੇ। ਅਸ਼ੋਕ ਮਾਹੀ ਜੀ ਤੁਹਾਡੇ ਲਈ ਆਪਣੇ ਘਰ ਦੇ ਸੁਪਨੇ ਨੂੰ ਪੂਰਾ ਕਰਨ ਵਿੱਚ ਤੁਹਾਡੀ ਮਦਦ ਕਰਨਗੇ। P&J Fuel Wholesaler of gasoline and diesel. We offer retail and wholesale, branded and unbranded fuel, serving New Jersey, New York, Pennsylvania, and Texas. Our services include station rebranding for many major gasoline brands at the most competitive prices. Our portfolio includes Exxon, Mobil, Shell, BP, and many more. To grow your business with us, please call 908-720-3032. P&J Fuel, fuel to take you further.
This program is sponsored by Prime Link Express, Gurmeet Madi, Union Truck Stop, Bakersfield, Sukhi Kuman. ਵੈਲਕਮ ਬੈਕ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਅਸੀਂ ਲਾਈਵ ਸ਼ੋਅ ਕਰ ਰਹੇ ਹਾਂ ਆਪਰੇਸ਼ਨ ਬਲੂ ਸਟਾਰ ਦੇ ਉੱਪਰ। ਬਹੁਤ ਸਾਰੇ ਕਮੈਂਟ ਫੇਸਬੁੱਕ ਦੇ ਉੱਪਰ ਵੀ ਆਏ ਆ। ਆਲਮੋਸਟ ਰਿਕਾਰਡ 118-19 ਕਮੈਂਟ ਫੇਸਬੁੱਕ ਦੇ ਉੱਪਰ ਆਏ ਆ। RS ਸੰਧੂ ਔਰ ਰਾਣਾ ਪਰਮਜੋਤ ਉਹਨਾਂ ਦੇ ਬੜੇ ਇੰਟਰਸਟਿੰਗ ਕਮੈਂਟਸ ਹੈ, ਮੈਂ ਉਹਦੇ ਬਾਰੇ ਵੀ ਗੱਲ ਕਰੂੰਗਾ। ਪਵਨ ਹੂਜਾ ਵੀ ਸਾਡੇ ਨਾਲ ਇਸ ਵੇਲੇ ਜੁੜ ਗਏ ਨੇ, ਪਰ ਕਾਲਰ ਹੋਲਡ ਕਰ ਰਹੇ ਨੇ, ਦੇਖਦੇ ਹਾਂ ਉਹ ਕੀ ਕਹਿੰਦੇ। ਹੈਲੋ, ਸਤਿ ਸ਼੍ਰੀ ਅਕਾਲ ਸੰਧੂ ਸਾਹਿਬ। ਮਨਜੀਤ ਸੰਦਰ ਜੀ, ਤਲਸਾ ਓਕਲਾਹੋਮਾ, USA। ਹਾਂਜੀ ਹਾਂਜੀ ਮਨਜੀਤ ਜੀ, ਹਾਂਜੀ ਹਾਂਜੀ ਸਰ, ਤੁਹਾਡਾ ਜਿਹੜਾ ਐਕਚੁਅਲੀ ਬਲੂ ਸਟਾਰ ਆਪਰੇਸ਼ਨ ਬਾਰੇ ਡਾਕੂਮੈਂਟਰੀ ਹੈ ਜੀ, ਇਹ ਤਾਂ ਟੌਪ ਰੇਟਡ ਆ। ਮੈਂ ਉਦੋਂ ਤੋਂ ਹੀ ਤੁਹਾਨੂੰ ਫੋਲੋ ਕਰਨਾ ਸ਼ੁਰੂ ਕੀਤਾ, ਜਿੱਦਾਂ ਮੈਂ ਕਮੈਂਟ ਵੀ ਕੀਤਾ ਸੀਗਾ ਪਹਿਲਾਂ ਉਦੋਂ। ਮਿਹਰਬਾਨੀ ਜੀ। ਹਾਂਜੀ, ਤੇ ਬਹੁਤ ਜ਼ਿਆਦਾ ਤੁਸੀਂ ਸਰ ਉੱਤੇ ਮਿਹਨਤ ਕੀਤੀ ਆ। ਮੇਰਾ ਇੱਕ ਕੁਐਸਚਨ ਹੈ ਸਰ ਜੀ, ਆਪਣੀ ਇਸ ਜਰਨਲਿਸਟ ਦੇ ਟਾਈਮ ਤੇ ਤੁਸੀਂ ਕਦੀ ਸੰਤਾਂ ਨੂੰ ਸਰ ਮਿਲਿਆ ਆਪ ਬਾਈ ਫੇਸ ਟੂ ਫੇਸ? ਹਾਂਜੀ ਮਿਲਿਆ ਜੀ, ਮਿਲਿਆ ਮੈਂ। ਕੋਈ ਅੱਛਾ, ਬਹੁਤੀ ਡਿਟੇਲ ਗੱਲਬਾਤ ਨਹੀਂ ਹੋਈ, ਪਰ ਮੈਂ ਦੋ ਵਾਰੀ ਮੈਂ ਉਹਨਾਂ ਦੇ ਰੂਬਰੂ ਹੋਇਆ। ਓ ਠੀਕ ਹੈ ਜੀ, ਠੀਕ ਹੈ ਭਾਈ। ਇਹੀ ਕੁਐਸਚਨ ਸੀਗਾ ਸਰ। ਬਹੁਤ ਵਧੀਆ। ਤੇ ਤੁਹਾਡੀ ਫਿਰ ਇਹ ਤੇ ਕਿਤਾਬ ਕਦੋਂ ਆ ਰਹੀ ਹੈ ਸਰ, ਜਿਹੜੀ ਡਾਕੂਮੈਂਟਰੀ ਬਾਰੇ ਲਿਖੀ ਹੈ ਤੁਸੀਂ? ਕਰਾਂਗੇ ਜੀ, ਮੈਂ ਕੋਸ਼ਿਸ਼ ਕਰ ਰਿਹਾ। ਕੁਝ ਜਾਣਕਾਰੀ ਮੈਂ ਲੈਣੀ ਚਾਹੁੰਦਾ ਵਾਂ ਜਿਹੜੀ ਮੇਰੇ ਨੂੰ ਹਾਲੀ ਮਿਲੀ ਨਹੀਂ ਗੀ। ਕੁਝ RTI ਥੱਲੇ ਵੀ ਕੁਝ ਅਪਲਾਈ ਕੀਤੀਆਂ ਚੀਜ਼ਾਂ, ਉਹ ਵੀ ਜੇ ਮਿਲ ਜਾਣ, ਮੈਂ ਚਾਹੁੰਦਾ ਵਾਂ ਵੀ ਇਹ ਬੜੀ ਕੰਪਰੀਹੈਂਸਿਵ ਡਾਕੂਮੈਂਟਰੀ ਜਿਹੜੀ ਆ ਉਹ ਬਣ ਸਕੇ। ਮੇਰਾ ਖਿਆਲ ਹੈ ਵੀ ਅਗਲੇ ਕੁਝ ਮਹੀਨਿਆਂ ਦੇ ਵਿੱਚ ਜ਼ਰੂਰ ਆ ਜੂਗੀ। ਮਨਜੀਤ ਸੰਦਰ ਜੀ, ਤੁਹਾਨੂੰ ਕੀ ਲੱਗਦਾ ਵਾ ਵੀ ਕੁਝ ਕਿਸੇ ਨੇ ਸਮੇਂ ਦੀ ਸਰਕਾਰ ਨੇ ਇਹ ਦੋਵਾਂ ਚੀਜ਼ਾਂ ਤੋਂ, 1919 ਦੇ ਆਪਰੇਸ਼ਨ ਤੋਂ ਔਰ 1984 ਦੇ ਆਪਰੇਸ਼ਨ ਤੋਂ, ਕੋਈ ਸਬਕ ਸਿੱਖਿਆ? ਨਹੀਂ ਸਰ, ਕੁਛ ਨਹੀਂ ਹੈ ਜੀ, ਕੋਈ ਸਬਕ ਨਹੀਂ ਹੈ, ਕੋਈ ਕੁਛ ਨਹੀਂ ਹੈ। ਮਤਲਬ ਇੱਥੇ ਸਾਰੇ ਜਿਹੜੇ ਹੈਗੇ ਆ ਕਿ ਆਪੋ ਆਪਣਾ ਜਿਹੜਾ ਟਾਈਮ ਪਾਸ ਕਰਕੇ ਚਲੇ ਜਾਂਦੇ ਹੈਗੇ ਆ। ਕਿਸੇ ਨੂੰ ਕੋਈ ਧਰਮ ਦੇ ਨਾਲ ਜਾਂ ਕੋਈ ਉਸ ਰੱਬ ਦੇ ਨਾਮ ਦੇ ਨਾਲ ਕੋਈ ਨੇੜੇ ਤੱਕ ਵੀ ਨਹੀਂ ਗਿਆ ਹੈਗਾ। ਮੈਂ ਤਾਂ ਇਹੀ ਕਹੂੰਗਾ ਕਿ ਇੱਕ ਬਸ ਸਿਆਸਤ ਵੀ ਬਹੁਤ ਗੰਦੀ ਸਿਆਸਤ ਹੋ ਰਹੀ ਹੈ ਜੀ ਸਾਡੇ ਮੁਲਕ 'ਚ। ਮਿਹਰਬਾਨੀ। ਗੰਦੀ ਸਿਆਸਤ ਹੋ ਰਹੀ ਹੈ, ਅਸੀਂ ਸਬਕ ਸਿੱਖੇ ਨਹੀਂ। ਰਾਣਾ ਪਰਮਜੋਤ ਕਹਿ ਰਹੇ ਨੇ ਕਿ ਉਹਨਾਂ ਦਾ ਖਿਆਲ ਹੈ ਕਿ ਮੇਨਲੀ ਸਰਕਾਰ ਦੀ ਜਿਹੜੀ ਕਾਂਗਰਸ ਸਰਕਾਰ ਸੀ, ਸੈਂਟਰਲ ਲੀਡਰਸ਼ਿਪ, ਉਹ ਇਸ ਆਪਰੇਸ਼ਨ ਲਈ ਜ਼ਿੰਮੇਵਾਰ ਸੀ, ਔਰ 50% ਜਿਹੜੀ ਉਹਨਾਂ ਦੀ ਸਟੇਟ ਯੂਨਿਟ ਸੀ ਉਹ ਜ਼ਿੰਮੇਵਾਰ ਸੀ। ਰਾਣਾ ਪਰਮਜੋਤ ਜੀ, ਸਿਰਫ ਇਹੋ ਹੀ ਨਹੀਂ, ਮੈਂ ਕਹੂੰਗਾ ਵੀ ਉਸ ਵੇਲੇ ਬਾਕੀ ਪਾਰਟੀਆਂ ਵੀ ਇਸ ਸਾਰੇ ਕਾਰਵਾਈ ਵਾਸਤੇ ਕਿਸੇ ਨਾ ਕਿਸੇ ਤਰੀਕੇ ਨਾਲ ਡਾਇਰੈਕਟਲੀ ਇਨਡਾਇਰੈਕਟਲੀ ਜ਼ਿੰਮੇਵਾਰ ਸੀ। ਮੈਂ ਇਸ ਕਰਕੇ ਕਹਿਣਾ ਵਾਂ ਕਿ ਧਰਮਯੁੱਧ ਮੋਰਚਾ ਜਿਹੜਾ ਚੱਲ ਰਿਹਾ ਸੀ, ਜਿਹੜਾ ਰੋਜ਼ ਜੱਥੇ ਆਉਂਦੇ ਸੀ, ਉਹ 3 ਤਰੀਕ ਤੱਕ ਵੀ ਆਉਂਦੇ ਰਹੇ। ਤੁਸੀਂ ਅੰਦਾਜ਼ਾ ਲਾਓ, 2 ਔਰ 3 ਤਰੀਕ ਤੱਕ ਵੀ ਆਉਂਦੇ ਰਹੇ। ਵੀ ਜੇ ਤੁਹਾਨੂੰ ਲੱਗਦਾ ਸੀ ਵੀ ਇਹ ਸਿਚੁਏਸ਼ਨ ਹੱਥ ਚੋਂ ਬਾਹਰ ਹੋ ਰਹੀ ਆ, ਤੇ ਮੇਰਾ ਖਿਆਲ ਆ ਉਧਰ ਵੀ ਚਾਹੀਦਾ ਸੀਗਾ, ਅਕਾਲੀ ਦਲ ਲੀਡਰਸ਼ਿਪ ਨੂੰ ਵੀ ਚਾਹੀਦਾ ਸੀਗਾ ਵੀ ਥੋੜ੍ਹਾ ਜਿਹਾ ਇਹਨੂੰ ਠੱਲ ਦਿੰਦੇ, ਔਰ ਲੋਕਾਂ ਨੂੰ ਇਨੋਸੈਂਟਸ ਜਿਹੜੇ ਅੰਦਰ ਆਉਂਦੇ ਸੀ ਜੱਥਿਆਂ ਦੀ ਸ਼ੇਪ ਦੇ ਵਿੱਚ, ਜਾਂ ਹੋਰ ਉਹਨਾਂ ਨੂੰ ਉਹ ਨਾ ਅੰਦਰ ਸੱਦਦੇ। ਮੀਨਵਾਈਲ ਦਵਿੰਦਰ ਲੋਪੋਂ, ਦੀਪ ਸਿੰਘ, ਨਿਸ਼ਾਨ ਢਿੱਲੋਂ ਔਰ RS ਸੰਧੂ ਔਰ ਰਿਤੇਸ਼ ਸ਼ਰਮਾ ਵੀ ਇਸ ਵੇਲੇ ਸਾਡੇ ਨਾਲ ਫੇਸਬੁੱਕ ਤੇ ਜੁੜੇ ਹੋਏ ਨੇ। RS ਸੰਧੂ ਕਹਿ ਰਹੇ ਨੇ ਕਿ ਬਹੁਤ ਸਾਰੇ ਲੋਕ ਇਸ ਮਸਲੇ ਤੇ ਨਿਰਪੱਖ ਤਰੀਕੇ ਨਾਲ ਡਿਸਕਸ਼ਨ ਨਹੀਂ ਕਰਨਾ ਚਾਹੁੰਦੇ। ਵਾਕਈ ਡਿਸਕਸ਼ਨ ਕਰਨਾ ਬਹੁਤ ਜ਼ਰੂਰੀ ਆ, ਤਦ ਹੀ ਅਸੀਂ ਸਹੀ ਸੀਖ, ਸਹੀ ਸਬਕ ਇਹਨਾਂ ਘਟਨਾਵਾਂ ਤੋਂ, ਇਤਿਹਾਸਿਕ ਘਟਨਾਵਾਂ ਤੋਂ ਲੈ ਸਕਾਂਗੇ। ਦੇਖਦੇ ਹਾਂ ਸਾਡੇ ਅਗਲੇ ਕਾਲਰ ਕੀ ਕਹਿਣਾ ਚਾਹੁੰਦੇ। ਹੈਲੋ ਹਾਂਜੀ ਭਾਈ ਸਾਹਿਬ, ਕੌਣ ਬੋਲ ਰਹੇ? ਹਾਂਜੀ, ਮੈਂ HP ਸਿੰਘ ਬੋਲ ਰਿਹਾ ਜੀ, USA ਤੋਂ। SP ਸਿੰਘ ਜੀ, USA ਤੋਂ ਕਿਹੜੀ ਜਗ੍ਹਾ? ਮੈਂ ਔਰੇਗਨ ਤੋਂ ਜੀ। ਬਹੁਤ ਮਿਹਰਬਾਨੀ SP ਸਿੰਘ, ਮੇਰੇ ਖਿਆਲ ਸ਼ਾਇਦ ਪਹਿਲੀ ਵਾਰੀ ਜੁੜੇ ਤੁਸੀਂ ਸਾਡੇ ਨਾਲ। ਹਾਂਜੀ, ਬਹੁਤ ਚੰਗਾ ਲੱਗਾ। ਦੱਸੋ ਕੀ ਕਹਿਣਾ ਚਾਹੁੰਦੇ ਜੀ? ਹਾਂਜੀ, ਐਸਾ ਚੰਡੀਗੜ੍ਹ 'ਚ ਇੱਕ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਤੁਸੀਂ ਵੀ ਜਰਨਲਿਜ਼ਮ 'ਚ ਕਾਫੀ, ਜਿਸ ਤਰ੍ਹਾਂ ਤੁਸੀਂ ਹੁਣ ਕਹਿ ਰਹੇ ਸੀ ਕਿ ਤੁਸੀਂ ਬੈਠੇ ਜੇ ਭਿੰਡਰਾਂ ਵਾਲੇ ਨਾਲ ਗੱਲ ਕਰਦੇ, ਇੱਕ ਚੰਡੀਗੜ੍ਹ 'ਚ ਸਾਡੇ ਪੜੋਸ, ਮੈਂ ਤਾਂ ਕਾਫੀ ਛੋਟਾ ਸੀ ਉਦੋਂ, ਫਾਦਰ ਵੀ ਨੇੜੇ ਸੀ, ਇੱਕ ਕਾਂਗਰਸ ਦਾ ਬੜਾ ਅੱਛਾ ਲੀਡਰ ਸਾਡੇ ਨਾਲ ਗੱਲ ਕਰਕੇ ਦੱਸੀ ਉਹਨੇ ਸਾਰੀ ਚੀਜ਼ ਦੀ ਗੱਲ। ਉਦੋਂ ਪਹਿਲੀ ਗੱਲ ਤੇ ਬਹੁਤ ਮੱਦਭਾਗੀ ਗੱਲ ਸੀ ਕਿ ਫਾਦਰ ਮੇਰੇ ਬਹੁਤ ਉਦਾਸ ਰਹੇ। ਅਸੀਂ ਉਹਨਾਂ ਦਿਨਾਂ 'ਚ ਜਦੋਂ ਇਹ ਆਪਰੇਸ਼ਨ ਹੋਇਆ ਸੀ ਚੰਡੀਗੜ੍ਹ 'ਚ ਸੀ ਤੇ ਸੁਣ ਰਹੇ ਸੀ ਸ਼ਾਮ ਨੂੰ 2 ਦਿਨਾਂ ਬਾਅਦ ਰੇਡੀਓ ਤੇ ਕੀ ਅਨਾਉਂਸਮੈਂਟ ਆ ਰਹੀ ਹੈ, ਕਰਫਿਊ ਵਗੈਰਾ ਸਾਰਾ ਸਾਡੇ ਲੱਗੇ ਹੋਇਆ ਸੀ, ਤੇ ਸਾਨੂੰ ਇਹ ਜਾਣਕਾਰੀ ਹੋ ਗਈ ਸੀ ਵੀ ਕੋਈ ਗਲਤ ਕੰਮ ਦਰਬਾਰ ਸਾਹਿਬ ਦੇ ਹੋ ਰਿਹਾ ਤੇ ਬਹੁਤ ਹੀ ਗਲਤ ਘਟਨਾ ਹੋਈ। ਤੇ ਉਹਨੇ ਦੱਸਿਆ, ਕਾਂਗਰਸ ਦੇ ਲੀਡਰ ਨੇ, ਉਹ ਬਾਅਦ 'ਚ ਕਾਫੀ ਉੱਚੇ ਪੌਦੇ ਤੇ ਵੀ ਗਿਆ ਕਿ ਟਰਾਂਸਮੀਟਰ ਇੰਟੈਲੀਜੈਂਸ ਨੂੰ ਪਤਾ ਸੀ ਵੀ ਟਰਾਂਸਮੀਟਰ ਹੈਗਾ, ਤੇ ਉਹਨਾਂ ਨੇ ਉਹਦੀ ਕੈਚ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੂੰ ਇਨਫੋਰਮੇਸ਼ਨ ਦਰਬਾਰ ਸਾਹਿਬ ਤੋਂ ਮਿਲ ਰਹੀ ਸੀ ਕਿ ਇੱਥੋਂ ਵੀ ਖਾਲਿਸਤਾਨ ਡਿਕਲੇਅਰ ਹੋਣਾ ਹੈ ਤੇ ਨਾਲ ਹੀ ਵਾਰ ਹੋ ਜਾਣੀ ਹੈ 2 ਫਰੰਟ ਤੋਂ।
ਪਾਕਿਸਤਾਨ ਵੱਲੋਂ ਹੈਲਪ ਹੋਣੀ ਹੈ ਤੇ 3 ਕੰਟਰੀਜ਼ ਨੇ ਰੈਕੋਗਨੀਸ਼ਨ ਕਰਨੀ ਹੈ ਖਾਲਿਸਤਾਨ ਦੀ ਤੇ ਨਾਲ ਕਰੰਸੀ ਫਲੋ ਕਰਨੀ ਹੈ ਤੇ ਨਾਲ ਮਿਲਟਰੀ ਭੇਜਣੀ ਹੈ ਪੰਜਾਬ ਦੇ ਵਿੱਚ ਐਜ਼ ਏ ਖਾਲਿਸਤਾਨ ਮਿਲਟਰੀ ਜਿਸ ਤਰ੍ਹਾਂ ਕਨਵਰਟ ਕਰਕੇ ਜਾਂ ਜਿਸ ਤਰ੍ਹਾਂ ਇਹੋ ਜਿਹੀ ਇਨਫੋਰਮੇਸ਼ਨ ਇੰਟੈਲੀਜੈਂਸ ਨੂੰ ਮਿਲੀ ਹੈ ਜਾਂ ਆਪਾਂ ਐਸਪੀ ਸਿੰਘ ਜੀ ਸੌਰੀ ਮੈਂ ਤੁਹਾਨੂੰ ਕੱਟਣਾ ਮੈਂ ਵਿੱਚ ਕੱਟ ਰਿਹਾ ਕਿਉਂਕਿ ਸਮਾਂ ਥੋੜਾ ਵਾ ਮੈਂ ਬਹੁਤ ਹੀ ਸ਼ੋਅ ਨੂੰ ਵਾਈਂਡ ਅਪ ਕਰਨਾ ਦੇਖੋ ਸਰਕਾਰ ਦਾ ਇਹ ਕਹਿਣਾ ਵਾ ਵੀ ਇਹ ਆ ਸਭ ਕੁਝ ਹੋਣ ਜਾ ਰਿਹਾ ਸੀ ਲੇਕਿਨ ਜਿਵੇਂ ਬਾਅਦ ਦੇ ਵਿੱਚ ਘਟਨਾਵਾਂ ਵਾਪਰੀਆਂ ਇਹ ਲੱਗਦਾ ਨਹੀਂ ਵੀ ਇਹ ਹੋਣ ਜਾ ਰਿਹਾ ਸੀ ਕਿਉਂਕਿ ਜਦੋਂ ਆਪਰੇਸ਼ਨ ਹੋ ਗਿਆ ਤੇ ਉਹਦੇ ਤੋਂ ਬਾਅਦ ਵੀ ਇਹ ਸਭ ਕੁਝ ਹੋ ਸਕਦਾ ਸੀਗਾ ਔਰ ਬਾਅਦ ਦੇ ਵਿੱਚ ਕੁਝ ਲੋਕਾਂ ਨੇ ਖਾਲਿਸਤਾਨ ਦੀ ਅਨਾਉਂਸਮੈਂਟ ਕੀਤੀ ਵੀ ਪਰ ਉਹਦਾ ਕੀ ਫਰਕ ਪਿਆ ਸੋ ਕਹਿਣ ਦਾ ਮਤਲਬ ਇਹ ਆ ਵੀ ਸ਼ਾਇਦ ਇਹ ਖਦਸ਼ਾ ਕਰਕੇ ਇਹ ਸ਼ੰਕਾਵਾਂ ਕਰਕੇ ਆਪਰੇਸ਼ਨ ਐਡੀ ਵੱਡੀ ਕਾਰਵਾਈ ਕਰ ਦੇਣੀ ਇਹਨਾਂ ਨੁਕਸਾਨ ਕਰ ਦੇਣਾ ਇੰਨੀ ਲੋਕਾਂ ਦੇ ਹਿਰਦੇ ਬਲੂੰਦਰੇ ਜਾਣੇ ਇਹਦੀ ਸ਼ਾਇਦ ਲੋੜ ਨਹੀਂ ਸੀ ਔਰ ਮੇਰਾ ਖਿਆਲ ਹੈ ਕੁਝ ਸੰਜਮ ਦੀ ਲੋੜ ਸੀ ਔਰ ਜੇ ਇਹ ਸਾਰੀਆਂ ਸਰਕਾਰ ਵੇਟ ਕਰਦੀ ਔਰ ਜੇ ਇਹੋ ਜਿਹੀ ਅਨਾਉਂਸਮੈਂਟ ਹੋ ਵੀ ਜਾਂਦੀ ਤਾਂ ਉਹਦਾ ਬੜਾ ਫਰਕ ਨਹੀਂ ਸੀ ਪੈਣਾ ਔਰ ਜਿਹੜਾ ਹਮਲੇ ਦੀ ਗੱਲ ਸੀ ਰੈਕਗਨੀਸ਼ਨ ਦੀ ਗੱਲ ਸੀ ਉਹ ਤੇ ਕਿਸੇ ਨੇ ਬਾਅਦ 'ਚ ਵੀ ਨਹੀਂ ਰੈਕਗਨਾਈਜ਼ ਕੀਤਾ ਸੋ ਮੇਰਾ ਖਿਆਲ ਹੈ ਇਹ ਸ਼ੰਕਾਵਾਂ ਜ਼ਿਆਦਾ ਸਨ ਔਰ ਇਹਦੇ 'ਚ ਅਸਲੀਅਤ ਬਹੁਤ ਘੱਟ ਸੀ ਇੱਕ ਸੱਜਣ ਨੇ ਪੁੱਛਿਆ ਮੈਨੂੰ ਰਾਜੂ ਸ਼ਰਮਾ ਸ਼ਾਇਦ ਕਿ ਬਤੌਰ ਜਰਨਲਿਸਟ ਤੁਸੀਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਬਾਰੇ ਕੀ ਕਹੋਗੇ ਰਾਜੂ ਸ਼ਰਮਾ ਜੀ ਸਮਾਂ ਹੁਣ ਬਹੁਤ ਥੋੜਾ ਵਾ ਮੈਂ ਇਹ ਜ਼ਰੂਰ ਜਾਂਦੇ ਜਾਂਦੇ ਕਹੂੰਗਾ ਕਿ ਉਹ ਇੱਕ ਧਾਰਮਿਕ ਸ਼ਖਸ ਸਨ ਜਿਨ੍ਹਾਂ ਨੂੰ ਇਸ ਮੂਵਮੈਂਟ ਦੇ ਵਿੱਚ ਲੈ ਆਂਦਾ ਗਿਆ ਔਰ ਸ਼ਾਇਦ ਉਹ ਆਪਣੇ ਵਰਡ ਦੇ ਉੱਤੇ ਜੋ ਉਹਨਾਂ ਨੇ ਕਿਹਾ ਉੱਤੇ ਖੜੇ ਰਹੇ ਔਰ ਬਾਕੀ ਜਿਹੜੇ ਆ ਉਹ ਮਰਜੀਵੜੇ ਬਣਾਏ ਬਹੁਤ ਸਾਰਿਆਂ ਨੇ ਧਰਮ ਯੁੱਧ ਛੇੜਿਆ ਲੇਕਿਨ ਉਹ ਆਪਣੀ ਗੱਲ ਤੋਂ ਭੱਜ ਗਏ ਲੇਕਿਨ ਉਹ ਉੱਥੇ ਖੜੇ ਰਹੇ ਮੈਂ ਇਹ ਵੀ ਕਹਿਣਾ ਚਾਹੁੰਦਾ ਵਾਂ ਕਿ ਜਰਨੈਲ ਸਿੰਘ ਦੇ ਉੱਤੇ ਸਮੇਂ-ਸਮੇਂ ਤੇ ਕਈ ਕੇਸ ਦਰਜ ਹੋਏ ਲੇਕਿਨ ਉਹਨਾਂ ਦੇ ਵਿੱਚੋਂ ਉਹ ਕਰੀਬ ਉਹਨਾਂ ਨੂੰ ਜ਼ਮਾਨਤ ਮਿਲਦੀ ਰਹੀ ਔਰ ਅਖੀਰ ਦੇ ਮੌਕੇ ਤੇ ਉਹਨਾਂ ਦੇ ਖਿਲਾਫ ਇਹੋ ਜਿਹਾ ਕੋਈ ਕੇਸ ਵੀ ਨਹੀਂ ਸੀਗਾ ਜਿਸ ਵੇਲੇ ਆਪਰੇਸ਼ਨ ਲਾਂਚ ਕੀਤਾ ਗਿਆ ਜਿਹਦੇ ਕਰਕੇ ਸ਼ਾਇਦ ਇੱਕ ਕਾਰਵਾਈ ਕਰਨ ਦੀ ਲੋੜ ਸੀ ਜੇ ਪਹਿਲਾਂ ਉਹਨਾਂ ਤੇ ਕੇਸ ਰਜਿਸਟਰ ਕਰਨਾ ਚਾਹੀਦਾ ਸੀਗਾ ਉਹਨਾਂ ਨੂੰ ਸਮਨ ਇਸ਼ੂ ਕਰਨੇ ਚਾਹੀਦੇ ਸੀ ਜੇ ਉਹ ਸਮਨ ਡਿਨਾਈ ਕਰਦੇ ਤੇ ਫਿਰ ਸ਼ਾਇਦ ਇਹ ਕਾਰਵਾਈ ਜਿਹੜੀ ਆ ਇਹ ਜਾਇਜ਼ ਹੁੰਦੀ ਪਰ ਫਿਰ ਵੀ ਇਹ ਕਾਰਵਾਈ ਇੱਕ ਵੱਖਰੇ ਤਰੀਕੇ ਨਾਲ ਕਰਨੀ ਚਾਹੀਦੀ ਸੀ ਬਹੁਤ ਸਾਰੇ ਕਮੈਂਟ ਹਾਲੇ ਵੀ ਫੇਸਬੁੱਕ ਤੇ ਆ ਰਹੇ ਆ ਮੈਂ ਪਰ ਕਿਉਂਕਿ ਹੁਣ ਸਮਾਂ ਖਤਮ ਹੋ ਰਿਹਾ ਵਾ ਮੈਨੂੰ ਇਸ਼ਾਰਾ ਹੋ ਰਿਹਾ ਵੀ ਪ੍ਰੋਗਰਾਮ ਨੂੰ ਖਤਮ ਕਰੋ ਆਲਮੋਸਟ 142 ਕਮੈਂਟ ਆਏ ਆ ਖੈਰ ਇਹ ਹਫਤਾ ਬਹੁਤ ਦੁਖਦਾਇਕ ਹਫਤਾ ਹੁੰਦਾ ਹਰ ਸਾਲ ਔਰ ਆਪਾਂ ਇਹਦੇ ਬਾਰੇ ਗੱਲ ਵੀ ਕਰਦੇ ਹਾਂ ਲੇਕਿਨ ਲੋੜ ਆ ਸ਼ਾਇਦ ਹੁਣ ਸਮੇਂ ਦੀ ਲੋੜ ਆ ਕਿ ਆਪਾਂ ਇਹਨਾਂ ਘਟਨਾਵਾਂ ਤੋਂ ਇਹੋ ਜਿਹੀਆਂ ਜਿੰਨੇ ਘੱਲੂਘਾਰੇ ਹੋਏ ਜਿੰਨੇ ਇਹੋ ਜਿਹੀਆਂ ਘਟਨਾਵਾਂ ਹੋਈਆਂ ਉਹਨਾਂ ਤੋਂ ਆਪਾਂ ਸਹੀ ਸਬਕ ਲਈਏ ਔਰ ਆਪਣੀ ਭੂਮਿਕਾ ਜਿਹੜੀ ਆ ਉਹਦੇ ਤੇ ਵੀ ਗੌਰ ਕਰੀਏ ਕਿ ਸਾਡੀ ਭੂਮਿਕਾ ਜਿਹੜੀ ਆ ਉਹ ਕੀ ਸਹੀ ਸੀ ਆਪਣੀ ਭੂਮਿਕਾ ਦੇ ਉੱਤੇ ਨਜ਼ਰ ਮਾਰਨ ਦੀ ਜ਼ਰੂਰ ਲੋੜ ਆ ਇਹਨਾਂ ਸ਼ਬਦਾਂ ਦੇ ਨਾਲ ਮੈਨੂੰ ਦਿਓ ਇਜਾਜ਼ਤ ਨਮਸਕਾਰ ਸਤਿ ਸ਼੍ਰੀ ਅਕਾਲ ਖੁਦਾ ਹਾਫਿਜ਼ This program is sponsored by PrimeLink Express, Gurmeet Malik, Union Truck Stop, Bakersfield, Sukhi Kuman,